ਇੱਕ ਬੱਚਾ ਘਰੇ ਰੋਟੀ ਨਾ ਖਾਵੇ, ਇੱਕ ਡੰਗ ਨਾ ਖਾਵੇ, ਮਾਂ ਪਿਓ ਕਹਿੰਦੇ ਕੋਈ ਗੱਲ ਨਹੀਂ, ਜੇ ਦੂਜੇ ਡੰਗ ਵੀ ਨਾ ਖਾਵੇ ਤਾਂ ਪੇਰੈਂਟਸ ਨੂੰ ਲੱਗਦਾ ਵੀ ਇਹ ਉਹਨੂੰ ਪੁੱਛੀ ਵੀ ਬੇਟਾ ਤੂੰ ਸਵੇਰੇ ਵੀ ਨਹੀਂ ਖਾਧੀ, ਹੁਣ ਦੁਪਹਿਰੇ ਵੀ ਨਹੀਂ ਖਾ ਰਿਹਾ, ਤੇ ਜੇ ਰਾਤ ਨੂੰ ਵੀ ਰੋਟੀ ਨੂੰ ਨਾ ਕਰਦੇ ਬੱਚਾ, ਤੇ ਫਿਰ ਮਾਂ ਪਿਓ ਨੂੰ ਲੱਗਦਾ ਇਹ ਬਿਮਾਰ ਹੋ ਗਿਆ, ਇਹਦੇ ਅੰਦਰ ਕੋਈ ਬਿਮਾਰੀ ਹੈ, ਹਨਾ। ਤਾਂ ਇਦਾਂ ਹੀ ਸਟ੍ਰੈਸ ਵੀ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਡਿਜ਼ੀਜ਼ ਹੈਗੀ ਹੈ, ਤੇ ਇਹਦਾ ਇਲਾਜ ਇਹ ਕੋਈ ਸੋਲੂਸ਼ਨ ਨਹੀਂ ਹੋ ਗਿਆ ਮੈਡਮ। ਮੈਂ ਇੱਕ ਗੱਲ ਇਹਦੇ ਚ ਇੱਕ ਜੀਵਨ ਜੁਗਤ ਸਾਂਝੀ ਕਰਦਿਆਂ ਮੈਂ ਇੱਕ ਜ਼ਿਕਰ ਕੀਤਾ ਸੀ ਕਿ ਅਸੀਂ ਆਪਣੀ ਖੁਸ਼ੀ ਨੂੰ ਜਾਂ ਸ਼ਾਂਤੀ ਨੂੰ ਅਸੀਂ ਦੂਜਿਆਂ ਉੱਪਰ ਡਿਪੈਂਡੈਂਟ ਨਹੀਂ ਕਰਨਾ। ਇਹਦਾ ਮਤਲਬ ਤੇ ਹੋ ਗਿਆ ਕਿ ਜੇ ਮੈਂ ਦੂਜਿਆਂ ਨੂੰ ਆਪਣੇ ਜੀਵਨ ਚੋਂ ਕੱਟ ਕਰਾਂਗਾ ਤਾਂ ਮੇਰੇ ਜੀਵਨ 'ਚ ਸ਼ਾਂਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਵਿਡ-19 ਦੇ ਨਾਮ ਨਾਲ ਜਾਣਨ ਵਾਲੀ ਬਿਮਾਰੀ ਨੇ ਲਗਭਗ ਪੂਰੇ ਸੰਸਾਰ ਨੂੰ ਆਪਣੀ ਗ੍ਰਿਫਤ ਵਿੱਚ ਜਕੜਿਆ ਹੋਇਆ ਹੈ। ਸਾਰੇ ਹੀ ਮਨੁੱਖ ਇਸ ਦੇ ਨਾਲ ਅਫੈਕਟਡ ਹਨ ਔਰ ਸਾਨੂੰ ਮਾਨਸਿਕ ਅਤੇ ਸਮਾਜਿਕ ਪੱਖੋਂ ਘੇਰ ਰੱਖਿਆ ਹੈ। ਅਸੀਂ ਬਹੁਤ ਹੀ ਸਟ੍ਰੈਸਡ ਅਤੇ ਡਰੇ ਹੋਏ ਹਾਂ, ਜਿਸ ਦਾ ਮੁੱਖ ਕਾਰਨ ਮੇਨ ਸਟ੍ਰੀਮ ਮੀਡੀਆ ਦੇ ਆંકੜੇ ਅਤੇ ਸੋਸ਼ਲ ਮੀਡੀਆ ਦੀ ਪੋਸਟ ਹਨ। ਸੰਸਾਰ ਵਿੱਚ ਜੋ ਵੀ ਵਾਪਰ ਰਿਹਾ ਹੈ ਉਹ ਅਕਾਲ ਪੁਰਖ ਦਾ ਹੁਕਮ ਹੀ ਹੁੰਦਾ ਹੈ। ਇਹ ਹੁਕਮ, ਰਜ਼ਾ ਔਰ ਭਾਣਾ ਸਾਨੂੰ ਕੀ ਸੰਦੇਸ਼ ਦੇ ਰਿਹਾ ਹੈ, ਇਹ ਸਾਨੂੰ ਸਮਝਣ ਦੀ ਲੋੜ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਵੀ ਆਪਣੀ ਗੁਰਬਾਣੀ ਵਿੱਚ ਸਮਝਾਉਂਦੇ ਹਨ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ, ਤਿਨਾ ਵੀ ਰੋਜ਼ੀ ਦੇ। ਪਰ ਅਸੀਂ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਤੋਂ ਵਾਂਝੇ ਹਾਂ ਤਾਂ ਹੀ ਸਟ੍ਰੈਸ ਵਿੱਚ ਹਾਂ। ਬਾਣੀ ਤੇ ਓਟ ਆਸਰੇ ਨਾਲ ਅਸੀਂ ਚਿੰਤਾ ਮੁਕਤ ਹੋ ਸਕਦੇ ਹਾਂ। ਬਸ ਸਾਨੂੰ ਉਸ ਅਕਾਲ ਪੁਰਖ ਦੀ ਰਜ਼ਾ ਨੂੰ ਸਮਝਣ ਦੀ ਲੋੜ ਹੈ ਅਤੇ ਇਸ ਨੂੰ ਹੀ ਮੁੱਖ ਰੱਖਦਿਆਂ ਸਾਡਾ ਅੱਜ ਦਾ ਟੌਪਿਕ ਸਟ੍ਰੈਸ ਮੈਨੇਜਮੈਂਟ ਹੈ, ਜਿਸ ਬਾਰੇ ਆਪ ਜੀ ਨਾਲ ਸਰਦਾਰ ਅਮਰਿੰਦਰਪਾਲ ਸਿੰਘ ਜੀ ਕੁਝ ਗੱਲਾਂ ਕਰਨਗੇ। ਇਹ ਸਾਡੇ ਨਾਲ ਜੁੜ ਚੁੱਕੇ ਹਨ ਅਤੇ ਇਹ ਬਲਾਕ ਐਗਰੀਕਲਚਰ ਆਫਿਸਰ ਹਨ ਫਰੀਦਕੋਟ ਵਿੱਚ, ਔਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਵੀ ਲਗਭਗ ਪਿਛਲੇ 24 ਸਾਲਾਂ ਤੋਂ ਜੁੜੇ ਹੋਏ ਹਨ। ਇਹ ਆਪ ਜੀ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ੂਮ ਤੇ ਫੇਸਬੁੱਕ ਦੇ ਮਾਧਿਅਮ ਰਾਹੀਂ ਅੱਜ ਦੇ ਇਸ ਵੈਬੀਨਾਰ ਦੇ ਵਿੱਚ ਸ਼ਾਮਲ ਹੋਏ ਗੁਰੂ ਸਾਰਿਓ, ਆਓ ਸਾਰੇ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੋ ਅੱਜ ਜੋ ਵਿਸ਼ਾ ਇਸ ਵੈਬੀਨਾਰ ਦਾ ਰੱਖਿਆ ਗਿਆ ਹੈ, ਆਪ ਜੀ ਨੂੰ ਪਤਾ ਹੀ ਹੈ ਕਿ ਸਟ੍ਰੈਸ ਮੈਨੇਜਮੈਂਟ ਦੇ ਉੱਪਰ ਅੱਜ ਆਪਾਂ ਸਾਰਿਆਂ ਨੇ ਰਲ ਮਿਲ ਕੇ ਡਿਸਕਸ਼ਨ ਕਰਨੀ ਹੈ। ਕਿਉਂਕਿ ਦੁਨੀਆ ਦੇ ਵਿੱਚ ਰਹਿੰਦਾ ਕੋਈ ਵੀ ਮਨੁੱਖ ਹੈ ਤਾਂ ਜ਼ਿੰਦਗੀ ਦਾ ਇੱਕੋ ਇੱਕ ਆਬਜੈਕਟਿਵ ਹੁੰਦਾ ਹੈ, ਇੱਕੋ ਇੱਕ ਨਿਸ਼ਾਨਾ ਲੈ ਕੇ ਅਸੀਂ ਸਾਰੇ ਚੱਲਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਖੁਸ਼ੀ ਆਵੇ, ਇੱਕ ਸ਼ਾਂਤੀ ਆਵੇ। ਚਾਹੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਕੋਈ ਬੰਦਾ ਵੱਸਦਾ ਹੈ, ਕੋਈ ਵੀ ਕਾਰਜ ਕਰਦਾ ਹੈ, ਤਾਂ ਇਹੀ ਹੁੰਦਾ ਹੈ ਕਿ ਮੇਰੀ ਜ਼ਿੰਦਗੀ 'ਚ ਖੁਸ਼ੀ ਤੇ ਸ਼ਾਂਤੀ ਕਿਸ ਤਰੀਕੇ ਦੇ ਨਾਲ ਆ ਸਕਦੀ ਹੈ। ਇਹਨਾਂ ਦੋ ਚੀਜ਼ਾਂ ਨੂੰ ਹਾਸਲ ਕਰਨ ਦੇ ਲਈ ਆਪਾਂ ਤਰ੍ਹਾਂ ਤਰ੍ਹਾਂ ਦੀਆਂ ਜੁਗਤਾਂ ਲੜਾਉਂਦੇ ਹਾਂ, ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਜ਼ਿੰਦਗੀ ਜਿਉਂਦੇ ਵਰਤਦੇ ਆ ਤਾਂ ਜੋ ਇਹ ਚੀਜ਼ਾਂ ਸਾਡੀ ਜ਼ਿੰਦਗੀ 'ਚ ਆ ਜਾਣ। ਸੁੱਖਾਂ ਦੇ ਸਾਧਨ ਆਪਾਂ ਦੇਖਦੇ ਹਾਂ ਅੱਜ, ਇਸ ਖੁਸ਼ੀ ਨੂੰ ਤੇ ਸ਼ਾਂਤੀ ਨੂੰ ਹਾਸਲ ਕਰਨ ਲਈ ਅਸੀਂ ਕਿੰਨੇ ਜ਼ਿਆਦਾ ਅੱਜ ਪੈਦਾ ਕੀਤੇ ਹੈ। ਕਿੰਨੀ ਜ਼ਿਆਦਾ ਟੈਕਨੋਲੋਜੀ ਦੀ ਗੱਲ ਕਰੀਏ ਆਪਾਂ ਤਾਂ ਟੈਕਨੋਲੋਜੀ ਕਿੰਨੀ ਜ਼ਿਆਦਾ ਐਡਵਾਂਸ ਹੋ ਗਈ ਹੈ। ਪਰ ਜਦੋਂ ਅਸੀਂ ਬਾਣੀ ਦੀ ਗੱਲ ਕਰਦੇ ਹਾਂ ਤਾਂ ਗੁਰੂ ਸਾਹਿਬ ਨੇ ਬਾਣੀ 'ਚ ਗੱਲ ਲਿਖੀ ਹੈ, ਕਹਿੰਦੇ ਜੀਵਨ ਕੀ ਵਿਧ ਨਹੀਂ। ਮਤਲਬ ਜ਼ਿੰਦਗੀ ਜਿਉਣੀ ਇੱਕ ਅਲੱਗ ਚੀਜ਼ ਹੁੰਦੀ ਹੈ, ਪਰ ਜ਼ਿੰਦਗੀ ਜਿਉਣ ਦੀ ਜੁਗਤ ਹੋਣੀ ਇਹ ਬਿਲਕੁਲ ਹੀ ਅਲੱਗ ਚੀਜ਼ ਹੈ। ਲਾਈਫ ਹੋਣੀ ਇੱਕ ਅਲੱਗ ਚੀਜ਼ ਹੈ, ਬਟ ਜੀਵਨ 'ਚ ਖੁਸ਼ੀ ਤੇ ਹਾਸਲ ਕਰਨ ਦੇ ਲਈ ਵੇ ਆਫ ਲਾਈਫ ਵੀ ਸਾਡੇ ਕੋਲ ਹੋਵੇ ਇਹ ਜ਼ਰੂਰੀ ਨਹੀਂ ਹੈ। ਤੋ ਇਸ ਕਰਕੇ ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਲਿਖ ਦਿੱਤਾ ਕਿ ਜੀਵਨ ਕੀ ਵਿਧ ਨਹੀਂ, ਕਿ ਤੂੰ ਜੀਵਨ ਤੇ ਜਿਉ ਰਿਹਾ ਪਰ ਜੀਵਨ ਜਿਉਣ ਦੀ ਵਿਧ ਤੈਨੂੰ ਨਹੀਂ ਹੈ, ਜ਼ਿੰਦਗੀ ਜਿਉਣ ਦੀ ਜੁਗਤ ਤੈਨੂੰ ਨਹੀਂ ਆ ਰਹੀ। ਇਹੀ ਕਾਰਨ ਹੈ ਕਿ ਬੇਸ਼ੱਕ ਅਸੀਂ ਸੁੱਖਾਂ ਦੇ ਸਾਧਨ ਤੇ ਬਹੁਤ ਸਾਰੇ ਪੈਦਾ ਕਰ ਲਏ ਅੱਜ, ਪਰ ਸੁੱਖਾਂ ਦੇ ਸਾਧਨ ਪੈਦਾ ਹੋਣੇ ਵੀ ਇੱਕ ਅਲੱਗ ਚੀਜ਼ ਸੀ, ਪਰ ਉਹਦੇ ਵਿੱਚੋਂ ਸੁੱਖ ਨਿਕਲਣੇ ਇੱਕ ਅਲੱਗ ਚੀਜ਼ ਸੀ। ਸੁੱਖਾਂ ਦੇ ਸਾਧਨ ਪੈਦਾ ਕਰਨ ਦੇ ਬਾਵਜੂਦ ਵੀ ਅੱਜ ਜੇ ਆਪਾਂ ਨਜ਼ਰ ਮਾਰ ਕੇ ਦੇਖੀਏ ਤਾਂ ਬੰਦੇ ਦੇ ਜੀਵਨ ਦੇ ਵਿੱਚ ਸੁੱਖ ਨਹੀਂ ਹੈਗੀ। ਜੇ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਵਿਕਾਸ ਕਰ ਲਿਆ, ਠੀਕ ਹੈ, ਵਿਕਾਸ ਬਹੁਤ ਕੀਤਾ ਹੈ। ਟੈਕਨੋਲੋਜੀ ਦਾ ਵਿਕਾਸ ਹੋਣਾ ਇੱਕ ਅਲੱਗ ਚੀਜ਼ ਹੁੰਦੀ ਹੈ,
ਪਰ ਚਾਹੀਦਾ ਤੇ ਇਹ ਸੀ ਵਿਕਾਸ, ਤੇ ਅਸੀਂ ਇਸ ਕਰਕੇ ਕੀਤਾ ਸੀ ਨਾ ਕਿ ਸਾਡੇ ਇਸ ਵਿਕਾਸ ਦੇ ਵਿੱਚੋਂ ਸਾਡੇ ਜੀਵਨ ਦੇ ਵਿੱਚ ਵਿਕਾਸ ਨਿਕਲੇ। ਜਦੋਂ ਅਸੀਂ ਪੜ੍ਹਦੇ ਕਿ ਨਾਨਕ ਭਗਤਾਂ ਸਦਾ ਵਿਕਾਸ, ਵਿਕਾਸ ਦੇ ਵਿੱਚੋਂ ਵਿਕਾਸ ਨਿਕਲਣਾ ਚਾਹੀਦਾ ਸੀ। ਪਰ ਬਜਾਏ ਇਹਦੇ ਕਿ ਵਿਕਾਸ ਦੇ ਵਿੱਚੋਂ ਵਿਕਾਸ ਨਿਕਲੇ, ਅੱਜ ਜਦੋਂ ਨਜ਼ਰ ਮਾਰਦੇ ਹਾਂ ਤਾਂ ਇਸ ਵਿਕਾਸ ਦੇ ਵਿੱਚੋਂ ਕਿਤੇ ਨਾ ਕਿਤੇ ਵਿਨਾਸ਼ ਨਿਕਲਦਾ ਨਜ਼ਰ ਆ ਰਿਹਾ ਹੈ। ਸ਼ਬਦ ਸਾਰੇ ਰਲਦੇ ਮਿਲਦੇ ਹੀ ਹੈ, ਵਿਕਾਸ ਵੀ ਥੋੜਾ ਫਰਕ ਹੀ ਹੈ, ਵਿਕਾਸ ਤੇ ਵਿਨਾਸ਼। ਨਿਕਲਣਾ ਵਿਕਾਸ ਚਾਹੀਦਾ ਸੀ, ਪਰ ਵਿਕਾਸ ਨਿਕਲਿਆ ਨਹੀਂ ਇਹਦੇ ਵਿੱਚੋਂ। ਕਦੇ ਕਦੇ ਲੱਗਦਾ ਕਿ ਜਿਸ ਟੈਕਨੋਲੋਜੀ ਦੀ ਗੱਲ ਆਪਾਂ ਸਾਰੇ ਕਰਦੇ ਹਾਂ, ਇਹ ਟੈਕਨੋਲੋਜੀ ਜਿਹੜੇ ਕਹਿੰਦੇ ਨੇ ਕਿ ਅਸੀਂ ਬਹੁਤ ਤਰੱਕੀ ਕਰ ਗਏ, ਕਿ ਅੱਛਾ ਹੀ ਤਰੱਕੀ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ, ਲੌਪਸਾਈਡਡ ਵੀ ਹੈ, ਇੰਬੈਲੈਂਸਡ ਵੀ ਵਿੱਚ ਖੁਸ਼ ਆਉਣਗੀਆਂ, ਉਹ ਖੁਸ਼ੀਆਂ ਅੱਜ ਸਾਡੇ ਜੀਵਨ ਦੇ ਵਿੱਚ ਨਹੀਂ ਆ ਰਹੀਆਂ। ਤਾਂ ਜਿਹੜਾ ਏਮ ਸੀ ਉਹ ਏਮ ਸਾਨੂੰ ਹਾਸਲ ਨਹੀਂ ਹੋਇਆ, ਉਸ ਏਮ ਨੂੰ ਅਸੀਂ ਪ੍ਰਾਪਤ ਨਹੀਂ ਕਰ ਪਾਏ। ਮੈਂ ਪਿੱਛੇ ਜੇ ਪੜ੍ਹ ਰਿਹਾ ਸੀ ਕਿਤੇ, ਕਹਿੰਦੇ ਕੋਈ ਬੀਬੀ ਸੀ, ਕਿਉਂਕਿ ਹਰ ਕਿਸੇ ਦੀ ਇੱਛਾ ਇਹੀ ਹੈ ਕਿ ਮੇਰੇ ਜੀਵਨ 'ਚ ਸ਼ਾਂਤੀ ਹੋਵੇ, ਇਹ ਤੋਂ ਬਿਨਾਂ ਜ਼ਿੰਦਗੀ ਜਿਉਣ ਦਾ ਸਵਾਦ ਹੀ ਕੋਈ ਨਹੀਂ। ਤੇ ਕਹਿੰਦੇ ਬੀਬੀ ਕਿਸੇ ਫਕੀਰ ਕੋਲੇ ਗਈ, ਜੀਵਨ 'ਚ ਬੜੀ ਅਸ਼ਾਂਤੀ ਸੀ, ਤੇ ਜਾ ਕੇ ਉਹ ਫਕੀਰ ਨੂੰ ਕਹਿੰਦੀ ਬਾਬਾ ਜੀ ਮੈਂ ਤੁਹਾਡੇ ਕੋਲੇ ਆਈ ਹਾਂ, ਇਸ ਤੋਂ ਪਹਿਲਾਂ ਵੀ ਮੈਂ ਬਹੁਤ ਸਾਰੇ ਸਿਆਣੇ ਲੋਕਾਂ ਕੋਲੇ ਜਾ ਆਈ ਹਾਂ, ਪਰ ਹੁਣ ਮੈਂ ਥੱਕ ਹਾਰ ਕੇ ਤੁਹਾਡੇ ਕੋਲੇ ਆਈ ਹਾਂ ਤੇ ਮੈਨੂੰ ਸ਼ਾਂਤੀ ਚਾਹੀਦੀ ਹੈ। ਤੇ ਉਹ ਫਕੀਰ ਅੱਗੋਂ ਪੁੱਛਦਾ ਬੀਬੀ ਨੂੰ, ਕਹਿੰਦਾ ਬੀਬੀ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਕਿ ਤੂੰ ਮੇਰੇ ਕੋਲੇ ਸ਼ਾਂਤੀ ਲੈਣ ਆਈ ਹੈ, ਪਹਿਲਾਂ ਮੈਨੂੰ ਇਹ ਦੱਸ ਕਿ ਤੂੰ ਅਸ਼ਾਂਤੀ ਕਿੱਥੋਂ ਲੈ ਕੇ ਆਈ ਸੀ, ਅਸ਼ਾਂਤੀ ਕਿੱਥੋਂ ਲਿਆਂਦੀ ਸੀ। ਤਾਂ ਬੀਬੀ ਜਵਾਬ ਦਿੰਦੀ ਹੈ, ਕਹਿੰਦੀ ਬਾਬਾ ਜੀ ਅਸ਼ਾਂਤੀ ਕਿਤੋਂ ਲੈ ਕੇ ਤਾਂ ਕਿਤੋਂ ਨਹੀਂ ਆਈ, ਇਹ ਤੇ ਆ ਗਈ, ਅਸ਼ਾਂਤੀ ਹੋ ਗਈ ਮੇਰੇ ਜੀਵਨ ਦੇ ਵਿੱਚ, ਆ ਗਈ ਹੈ, ਲੈ ਕੇ ਨਹੀਂ ਕਿਤੋਂ ਆਈ। ਤੇ ਉਹ ਫਕੀਰ ਜਵਾਬ ਦਿੰਦਾ, ਕਹਿੰਦਾ ਬੀਬੀ ਜੇ ਕਿਤੋਂ ਅਸ਼ਾਂਤੀ ਨਹੀਂ ਲੈ ਕੇ ਆਈ ਤਾਂ ਫਿਰ ਸ਼ਾਂਤੀ ਵੀ ਕਿਤੋਂ ਲੈ ਕੇ ਆਉਣ ਦੀ ਲੋੜ ਨਹੀਂ ਹੈ। ਅਸਲ ਦੇ ਵਿੱਚ ਸਾਡਾ ਜੀਵਨ ਢੰਗ ਹੁੰਦਾ ਹੈ, ਦੋ ਤਰੀਕਿਆਂ ਨਾਲ ਜ਼ਿੰਦਗੀ ਜਿਉਣੇ ਆ ਅਸੀਂ, ਇੱਕ ਹੁੰਦਾ ਸ਼ਾਂਤ ਜੀਵਨ ਢੰਗ, ਇੱਕ ਹੁੰਦਾ ਅਸ਼ਾਂਤ ਜੀਵਨ ਢੰਗ। ਅੱਜ ਜੇ ਕਿਤੇ ਸਾਨੂੰ ਲੱਗਦਾ ਕਿ ਸਾਡੇ ਜੀਵਨ ਦੇ ਵਿੱਚ ਅਸ਼ਾਂਤੀ ਹੈ, ਖੁਸ਼ੀਆਂ ਨਹੀਂ, ਤਾਂ ਫਿਰ ਸਮਝੀਏ ਕਿ ਜਿਹੜਾ ਜੀਵਨ ਢੰਗ ਅਸੀਂ ਅੱਜ ਚੂਜ਼ ਕੀਤਾ ਨਾ, ਲਾਈਫ ਕੀ ਹੁੰਦੀ ਹੈ, ਇਟਸ ਅ ਸਮ ਟੋਟਲ ਆਫ ਆਵਰ ਚੋਇਸਿਸ। ਜੋ ਅਸੀਂ ਚੂਜ਼ ਕਰਦੇ ਜ਼ਿੰਦਗੀ 'ਚ ਉਹੀ ਸਾਡਾ ਜੀਵਨ ਬਣ ਜਾਂਦਾ ਹੈ। ਤੇ ਜੇ ਅੱਜ ਕਿਤੇ ਮੈਨੂੰ ਇਹ ਲੱਗਦਾ ਹੈ ਕਿ ਮੇਰੇ ਜੀਵਨ ਦੇ ਵਿੱਚ ਕਿਤੇ ਨਾ ਕਿਤੇ ਅਸ਼ਾਂਤੀ ਹੈ, ਇਹਦਾ ਮਤਲਬ ਕੀ ਹੋਇਆ ਕਿ ਜਿਹੜਾ ਮੇਰਾ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਹੈ ਉਹ ਅਸ਼ਾਂਤ ਜੀਵਨ ਢੰਗ ਮੈਂ ਚੂਜ਼ ਕੀਤਾ ਹੋਇਆ ਹੈ। ਤੇ ਜੇ ਮੈਨੂੰ ਆਪਣੇ ਜੀਵਨ 'ਚ ਸ਼ਾਂਤੀ ਚਾਹੀਦੀ ਹੈ ਤਾਂ ਕਰਨਾ ਕੀ ਪਏਗਾ, ਸਿੰਪਲ ਜੀ ਗੱਲ ਕਿ ਮੈਂ ਸਵਿਚ ਓਵਰ ਕਰਕੇ ਅਸ਼ਾਂਤ ਜੀਵਨ ਢੰਗ ਤੋਂ ਉਸ ਜੀਵਨ ਢੰਗ ਵਾਲੇ ਪਾਸੇ ਆਵਾਂ ਜਿਸ ਜੀਵਨ ਢੰਗ ਦੇ ਚੱਲਦੇ ਆ, ਜਿਸ ਤਰ੍ਹਾਂ ਦਾ ਜੀਵਨ ਜਿਉਂਦੇ ਆ ਮੇਰੇ ਜੀਵਨ ਦੇ ਵਿੱਚ, ਜਿਹਦੀ ਆਊਟਪੁੱਟ ਸ਼ਾਂਤੀ ਹੋਵੇ। ਬੜੀ ਸਿੰਪਲ ਜੀ ਗੱਲ ਸੀ, ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ। ਇੱਕ ਗੱਲ ਹੋਰ ਸਮਝ ਲਈਏ ਪਹਿਲਾਂ, ਦੇਖੋ ਕੁਝ ਚੀਜ਼ਾਂ ਹੁੰਦੀਆਂ ਉਹ ਸਾਡੇ ਅਧਿਕਾਰ ਖੇਤਰ 'ਚ ਹੁੰਦੀਆਂ, ਕੁਝ ਚੀਜ਼ਾਂ ਸਾਡੇ ਅਧਿਕਾਰ ਖੇਤਰ ਤੋਂ, ਸਾਡੀ ਜੁਰਿਸਡਿਕਸ਼ਨ ਤੋਂ ਬਾਹਰ ਦੀਆਂ ਗੱਲਾਂ ਹੁੰਦੀਆਂ। ਹੁਣ ਜਦੋਂ ਅਸੀਂ ਚਿੰਤਾ ਦੀ ਗੱਲ ਕਰਦੇ ਹਾਂ, ਇਸ ਤੋਂ ਪਹਿਲਾਂ ਇੱਕ ਪੀਪੀਟੀ ਦਿਖਾਈ ਜਾ ਰਹੀ ਸੀ ਕਿ ਕਿੱਦਾਂ ਸਾਡੇ ਜੀਵਨ 'ਚ ਅਸ਼ਾਂਤੀ ਆਉਂਦੀ ਹੈ। ਕੁਝ ਚੀਜ਼ਾਂ ਅਸਲ 'ਚ ਸਾਡੀ ਜੁਰਿਸਡਿਕਸ਼ਨ ਦੇ ਵਿੱਚ ਹੀ ਨਹੀਂ ਹੈ। ਜਦੋਂ ਚਿੰਤਾ ਦੀ ਗੱਲ ਕਰੀਏ ਆਪਾਂ ਤੇ ਫਿਰ ਸਾਨੂੰ ਬਾਣੀ ਗਾਈਡ ਕਰਦੀ ਹੈ ਕਿ ਇਹ ਤੇਰੇ ਅਧਿਕਾਰ ਖੇਤਰ 'ਚ ਨਹੀਂ ਹੈ। ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕਿ ਨਾਨਕ ਚਿੰਤਾ ਮਤ ਕਰੋ, ਕਿਉਂ ਕਹਿੰਦੇ ਚਿੰਤਾ ਤਿਸ ਹੀ ਹੈ, ਚਿੰਤਾ ਕਰਨਾ ਕਹਿੰਦੇ ਤੇਰਾ ਕੰਮ ਨਹੀਂ ਹੈ। ਚਿੰਤਾ ਕਰਨਾ ਤੇ ਉਸ ਪਰਮ ਪਿਤਾ ਪ੍ਰਮਾਤਮਾ ਦਾ ਕੰਮ ਹੈ ਜਿਹਨੇ ਸਾਡੀ ਚਿੰਤਾ ਕਰਨੀ ਹੈ, ਮੈਂ ਨਹੀਂ ਚਿੰਤਾ ਕਰਨੀ ਆਪਣੀ। ਨਹੀਂ ਤਾਂ ਗੁਰੂ ਸਾਹਿਬ ਨੇ ਲਿਖਣਾ ਨਹੀਂ ਚਿੰਤਾ ਤਿਸ ਹੀ ਹੈ। ਫਿਰ ਜਦੋਂ ਹੋਰ ਗੁਰੂ ਗ੍ਰੰਥ ਸਾਹਿਬ ਸਹਿਜ ਪਾਠ ਕਿਤੇ ਕਰੀਏ ਆਪਾਂ ਤੇ ਉਹ 'ਚ ਇਹ ਵੀ ਲਿਖਿਆ ਕਿ ਚਿੰਤਾ ਕਰੋ ਹਮਾਰੀ, ਕਿ ਤੂੰ ਚਿੰਤਾ ਕਰ ਸਾਡੀ। ਅਸੀਂ ਆਪਣੀ ਚਿੰਤਾ ਨਹੀਂ ਕਰਨੀ, ਸਾਡੀ ਚਿੰਤਾ ਤੇ ਉਸ ਪਰਮ ਪਿਤਾ ਪ੍ਰਮਾਤਮਾ ਨੇ ਕਰਨੀ ਹੈ, ਅਸੀਂ ਆਪਣੀ ਚਿੰਤਾ ਨਹੀਂ ਕਰਨੀ। ਇਹ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਦੀ ਗੱਲ ਹੈ, ਇਹ ਚੀਜ਼ ਅਸੀਂ ਨਹੀਂ ਕਰਨੀ। ਅੱਜ ਦੁਨੀਆ ਜਦੋਂ ਨਜ਼ਰ ਮਾਰਦੇ ਨਾ ਕਿਤੇ ਅਸੀਂ, ਤੇ ਦੁਨੀਆ ਦੇ ਵਿੱਚ ਜਦੋਂ ਨਜ਼ਰ ਮਾਰ ਕੇ ਦੇਖਦੇ ਆ, ਤੁਸੀਂ ਦੇਖੋ ਕਿ ਅੱਜ ਬਹੁਤੇ ਲੋਕਾਂ ਨੂੰ ਕਦੇ ਪੁੱਛ ਕੇ ਦੇਖਿਓ ਕਿ ਜ਼ਿੰਦਗੀ ਕਿਸ ਤਰੀਕੇ ਨਾਲ ਚੱਲਦੀ ਪਈ ਹੈ, ਕਿਵੇਂ ਚੱਲ ਰਿਹਾ, ਕੀ ਹਾਲ ਹੈ, ਤਾਂ ਤੁਸੀਂ ਦੇਖੋਗੇ ਕਿ ਮੈਜੋਰਿਟੀ ਲੋਕਾਂ ਦਾ ਇੱਕ ਜਵਾਬ ਹੁੰਦਾ ਚੰਗਾ ਹੈ ਜੀ, ਜਿਹੜਾ ਟਾਈਮ ਪਾਸ ਹੋ ਜੇ। ਜਾਂ ਜਦੋਂ ਆਪ ਪੁੱਛਦੇ ਆ ਕਿ ਕਿਵੇਂ ਚੱਲ ਰਿਹਾ ਜੀਵਨ, ਤਾਂ ਕਹਿੰਦੇ ਨੇ ਜੀ ਚੰਗਾ, ਦਿਨ ਕਟੀ ਹੋ ਰਹੀ ਹੈ, ਟਾਈਮ ਪਾਸ ਹੋ ਰਿਹਾ, ਦਿਨ ਕਟੀ ਹੋ ਰਹੀ ਹੈ। ਪਰ ਜੋ ਸਾਨੂੰ ਇਹ ਜੀਵਨ ਮਿਲਿਆ ਹੈ, ਜਦੋਂ ਅਸੀਂ ਕਹਿੰਦੇ ਹਾਂ ਕਿ ਭਈ ਪ੍ਰਾਪਤ ਮਾਨੁਖ ਦੇਹੁ ਰੀਆ, ਸਾਡਾ ਤਾਂ ਮਨੋਰਥ ਹੀ ਜ਼ਿੰਦਗੀ ਦਾ ਬੜਾ ਉੱਚਾ ਸੁੱਚਾ ਸੀ ਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗੁਰੂ ਪਾਤਸ਼ਾਹਾਂ ਨੇ ਕਿੱਡਾ ਵੱਡਾ ਮਨੋਰਥ ਸੈੱਟ ਕੀਤਾ ਹੈ। ਪਰ ਜਦੋਂ ਅਸੀਂ ਆਪਣੇ ਆਪ ਨੂੰ ਅਸੈਸ ਕਰਦੇ ਹਾਂ, ਜਦੋਂ ਅਸੀਂ ਇਹ ਕਹਿੰਦੇ ਕਿ ਟਾਈਮ ਪਾਸ, ਜੀਵਨ ਟਾਈਮ ਪਾਸ ਕਰਨ ਲਈ ਥੋੜਾ ਮਿਲਿਆ ਸਾਨੂੰ, ਜ਼ਿੰਦਗੀ ਦਿਨ ਕਟੀ ਕਰਨ ਲਈ ਥੋੜਾ ਮਿਲੀ ਹੈ।
ਪਰ ਤੁਸੀਂ ਇਹ ਸਵਾਲ 100 ਬੰਦਿਆਂ ਨੂੰ ਪੁੱਛ ਕੇ ਦੇਖਿਓ ਤਾਂ ਤੁਸੀਂ ਦੇਖੋਗੇ ਕਿ ਅੱਜ 80% ਲੋਕ ਇੱਕ ਗੱਲ ਕਹਿਣਗੇ ਕਿ ਟਾਈਮ ਪਾਸ ਹੋ ਰਿਹਾ ਹੈ ਜੀ। ਜੇ ਉਸ ਤੋਂ ਅੱਗੇ ਥੋੜਾ ਜਿਹਾ ਜਾਈਏ ਤਾਂ 19% ਲੋਕ ਇਹ ਗੱਲ ਕਹਿੰਦੇ ਨੇ ਵੀ ਠੀਕ ਹੈ ਜੀ ਜ਼ਿੰਦਗੀ ਜਿਉ ਰਹੇ ਆ। ਸਿਰਫ 1% ਲੋਕ ਨੇ ਜਿਹੜੇ ਜ਼ਿੰਦਗੀ ਦਾ ਆਨੰਦ ਮਾਣਦੇ ਆ, ਸਿਰਫ 1% ਲੋਕ ਨੇ ਜ਼ਿੰਦਗੀ ਦੇ ਵਿੱਚ। ਇਹ ਅੱਜ ਆਮ ਕਰਕੇ ਅੱਜ ਸਾਡੇ ਸਮਾਜ ਦੇ ਹਾਲਾਤ ਬਣੇ ਹੋਏ ਨੇ। ਅੱਜ ਆਪਾਂ ਜੋ ਇੱਥੇ ਗੱਲ ਕਰਨੀ ਹੈ, ਜਿਹੜੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਇਸ ਵਿਸ਼ੇ ਦੇ ਮਾਧਿਅਮ ਦੇ ਰਾਹੀਂ, ਸਟ੍ਰੈਸ ਮੈਨੇਜਮੈਂਟ ਦੇ ਰਾਹੀਂ। ਅਸਲ 'ਚ ਮੈਂ ਤਾਂ ਇਹ ਸਮਝਦਾ ਕਿ ਸਟ੍ਰੈਸ ਨੂੰ ਮੈਨੇਜ ਕਰਨਾ ਇੱਕ ਅਲੱਗ ਚੀਜ਼ ਹੈ, ਪਰ ਮੈਂ ਤੇ ਅੱਜ ਤੁਹਾਡੇ ਨਾਲ ਗੁਰਬਾਣੀ ਦੇ ਵਿੱਚੋਂ ਐਸੀਆਂ ਜੀਵਨ ਜੁਗਤਾਂ ਜਿਹਦੇ ਬਾਰੇ ਗੁਰੂ ਸਾਹਿਬ ਕਹਿੰਦੇ ਨੇ ਜੀਵਨ ਕੀ ਵਿਧ ਨਹੀਂ, ਉਹ ਵਿਧ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਉਹ ਜੀਵਨ ਢੰਗ ਨੂੰ ਸਮਝਣ ਦਾ ਯਤਨ ਕਰਨਾ ਆਪਾਂ ਸਾਰਿਆਂ ਨੇ ਅੱਜ, ਕਿ ਜਿਸ ਜੀਵਨ ਢੰਗ ਦੇ ਚੱਲਦਿਆਂ, ਜਿਸ ਜੀਵਨ ਢੰਗ ਨੂੰ ਅਪਣਾਉਂਦਿਆਂ ਸਾਡੇ ਜੀਵਨ ਦੇ ਵਿੱਚ ਸਟ੍ਰੈਸ ਆਵੇ ਹੀ ਨਾ। ਇੱਕ ਤਾਂ ਹੁੰਦਾ ਨਾ ਸਟ੍ਰੈਸ ਆ ਗਿਆ, ਹੁਣ ਸਟ੍ਰੈਸ ਨੂੰ ਅਸੀਂ ਮੈਨੇਜ ਕਰਨਾ ਹੈ, ਇਹ ਇੱਕ ਅਲੱਗ ਚੀਜ਼ ਹੈ। ਪਰ ਗੁਰੂ ਪਾਤਸ਼ਾਹਾਂ ਨੇ ਤਾਂ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਐਸੀਆਂ ਜੀਵਨ ਜੁਗਤਾਂ ਦਿੱਤੀਆਂ ਨੇ ਜਿਨ੍ਹਾਂ ਤੇ ਚੱਲਦਿਆਂ ਸਾਡੇ ਜੀਵਨ ਦੇ ਵਿੱਚ ਸਟ੍ਰੈਸ ਆ ਹੀ ਨਹੀਂ ਸਕਦਾ, ਆਉਣਾ ਹੀ ਨਹੀਂ ਹੈ। ਅੱਜ ਆਪਾਂ ਕੁਝ ਚੀਜ਼ਾਂ, ਕੁਝ ਜੀਵਨ ਜੁਗਤਾਂ ਸਮੇਂ ਦੇ ਹਿਸਾਬ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਗੱਲ ਹੋਰ ਸਮਝੀਏ ਕਿ ਮੰਨ ਲਓ ਸਟ੍ਰੈਸ ਆ ਗਿਆ। ਹੁਣ ਵੀ ਗੱਲ ਚੱਲ ਰਹੀ ਸੀ ਕਿ ਕੋਵਿਡ-19 ਦੀ ਗੱਲ ਭੈਣ ਜੀ ਪਹਿਲਾਂ ਕਰ ਰਹੇ ਸੀ। ਲਾਕਡਾਊਨ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਲੋਕ ਬਹੁਤ ਜ਼ਿਆਦਾ ਸਟ੍ਰੈਸਡ ਫੀਲ ਕਰਦੇ ਪਏ ਨੇ। ਹੁਣ ਸਾਡੇ ਕੋਲੇ ਦੋ ਤਰੀਕੇ ਨੇ। ਇੱਕ ਤਰੀਕਾ ਤੇ ਹੁੰਦਾ ਜੋ ਆਪ ਜੀ ਸਕਰੀਨ ਦੇ ਉੱਪਰ ਵੀ ਦੇਖ ਰਹੇ ਹੋ। ਇੱਕ ਤਰੀਕਾ ਤੇ ਹੈ ਜਦੋਂ ਸਟ੍ਰੈਸ ਆਵੇ, ਟੈਨਸ਼ਨ ਆਵੇ ਤਾਂ ਉਹ ਹੁੰਦਾ ਕਿ ਫਲਾਈ ਅਵੇ। ਫਲਾਈ ਅਵੇ ਦਾ ਮਤਲਬ ਕੀ ਹੈ ਕਿ ਜਦੋਂ ਜ਼ਿੰਦਗੀ 'ਚ ਸਟ੍ਰੈਸ ਆਇਆ ਤੇ ਉਹਦੇ ਤੋਂ ਅੱਖਾਂ ਫੇਰ ਲੈਣੀਆਂ, ਉਹਦੇ ਤੋਂ ਬਚਣ ਦੀ ਕੋਸ਼ਿਸ਼ ਕਰਨੀ, ਅੱਖਾਂ ਫੇਰਨੀਆਂ, ਫਲਾਈ ਅਵੇ, ਭੱਜ ਜਾਣਾ। ਇੱਕ ਹੁੰਦਾ ਹੈ ਰੀਇੰਟਰਪ੍ਰੈਟ ਕਰਨਾ। ਰੀਇੰਟਰਪ੍ਰੈਟ ਕਰਨਾ ਮਤਲਬ ਕੀ ਹੈ ਕਿ ਜੋ ਹਾਲਾਤ ਮੇਰੇ ਜੀਵਨ ਦੇ ਵਿੱਚ ਬਣੇ ਨੇ, ਜਿਨ੍ਹਾਂ ਕਰਕੇ ਮੇਰੇ ਜੀਵਨ ਦੇ ਵਿੱਚ ਸਟ੍ਰੈਸ ਆਇਆ, ਮੈਂ ਆਪਣੇ ਜੀਵਨ ਦੇ ਢੰਗ ਨੂੰ ਰੀਇੰਟਰਪ੍ਰੈਟ ਕਰਾਂ ਕਿ ਇਹ ਚੀਜ਼ਾਂ ਕਿਉਂ ਹੋਈਆਂ ਨੇ ਤੇ ਕਿਵੇਂ ਠੀਕ ਕਰਨੀਆਂ ਨੇ। ਇੱਕ ਚੀਜ਼ ਸਮਝੀਏ, ਜਦੋਂ ਅਸੀਂ ਅੱਜ ਇੱਕ ਦੋ ਸ਼ਬਦ ਬੜੇ ਵਰਤੇ ਜਾਂਦੇ ਨੇ ਜਿਹਨੂੰ ਕਹਿੰਦੇ ਆਰਟ ਆਫ ਲਿਵਿੰਗ ਦੀ ਗੱਲ ਕਰਦੇ ਹਾਂ। ਆਰਟ ਆਫ ਲਿਵਿੰਗ ਦੀ ਡੈਫੀਨੇਸ਼ਨ ਕੀ ਹੈ? ਜੇ ਅਸੀਂ ਆਰਟ ਆਫ ਲਿਵਿੰਗ ਨੂੰ ਪਰਿਭਾਸ਼ਿਤ ਕਰੀਏ ਤਾਂ ਆਰਟ ਆਫ ਲਿਵਿੰਗ ਦਾ ਮਤਲਬ ਹੈ ਕਿ ਲਿਵਿੰਗ ਇਨ ਫੇਵਰੇਬਲ ਐਂਡ ਅਨਫੇਵਰੇਬਲ ਸਿਚੁਏਸ਼ਨਸ ਇਜ਼ ਅ ਪਾਰਟ ਆਫ ਲਿਵਿੰਗ। ਇਹ ਜ਼ਿੰਦਗੀ ਦਾ ਹਿੱਸਾ ਹੈ। ਕਦੇ ਜ਼ਿੰਦਗੀ ਚੰਗੇ ਹਾਲਾਤ ਬਣਦੇ ਆ, ਕਦੇ ਜ਼ਿੰਦਗੀ 'ਚ ਮਾੜੇ ਹਾਲਾਤ ਬਣਦੇ ਆ। ਜੇ ਅਸੀਂ ਕਹੀਏ ਕਿ ਸਾਡੀ ਜ਼ਿੰਦਗੀ ਦੇ ਹਾਲਾਤ ਹਮੇਸ਼ਾ ਹੀ ਚੰਗੇ ਚੰਗੇ ਰਹਿਣ, ਇਹ ਸੰਭਵ ਨਹੀਂ ਹੈ। ਇਹ ਜ਼ਿੰਦਗੀ ਦਾ ਹਿੱਸਾ ਹੈ। ਮੈਂ ਦੁਬਾਰਾ ਬੋਲਣ ਲੱਗਿਆ, ਲਿਵਿੰਗ ਇਨ ਫੇਵਰੇਬਲ and unfavorable situations is a part of living, but smiling in all those situations is art of living. ਹਰ ਹਾਲਾਤ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਇਹਨੂੰ ਕਹਿੰਦੇ ਨੇ ਆਰਟ ਆਫ ਲਿਵਿੰਗ। ਕਿਸੇ ਵੀ ਹਾਲਾਤ ਦੇ ਵਿੱਚ ਗਿਵ ਅਪ ਨਾ ਕਰਨਾ, ਹੌਸਲਾ ਨਾ ਹਾਰ ਜਾਣਾ, ਇਹਨੂੰ ਕਹਿੰਦੇ ਨੇ ਆਰਟ ਆਫ ਲਿਵਿੰਗ। ਸੋ ਅਨਫੇਵਰੇਬਲ ਸਿਚੁਏਸ਼ਨਸ, ਇੱਕ ਗੱਲ ਤਾਂ ਅਸੀਂ ਮੰਨ ਲਈਏ ਕਿ ਅਨਫੇਵਰੇਬਲ ਸਿਚੁਏਸ਼ਨ ਜ਼ਿੰਦਗੀ ਦੀਆਂ ਇਹ ਜ਼ਿੰਦਗੀ ਦਾ ਹਿੱਸਾ ਨੇ, ਇਹ ਆਉਣੀਆਂ ਹੀ ਆਉਣੀਆਂ ਹੈ, ਇਹਦੇ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਆਹ ਇੱਕ ਤੁਸੀਂ ਪਿਕ ਦੇਖ ਰਹੇ ਹੋ ਸਕਰੀਨ ਦੇ ਉੱਪਰ। ਅਸੀਂ ਸਾਰਿਆਂ ਨੇ ਬਹੁਤ ਵਾਰੀ ਪਿਕ ਦੇਖੀ ਹੈ। ਆਪਾਂ ਨੂੰ ਪਤਾ ਹੀ ਹੈ ਕਿ ਜਦੋਂ ECG ਮਸ਼ੀਨ ਜਦੋਂ ਚੈੱਕ ਕਰਦੀ ਹੈ ਤਾਂ ECG ਦੇ ਵਿੱਚ ਇਹ ਕਰਵ ਬਣਦੀ ਹੈ ਜੋ ਅਸੀਂ ਸਕਰੀਨ ਦੇ ਉੱਪਰ ਦੇਖ ਰਹੇ ਹਾਂ। ਹੁਣ ECG ਮਸ਼ੀਨ ਦੀ ਇਸ ਕਰਵ ਤੋਂ ਅਸੀਂ ਜ਼ਿੰਦਗੀ ਜਿਉਣ ਦੀ ਜੁਗਤ ਸਮਝ ਸਕਦੇ ਹਾਂ। ਕਿਸ ਤਰੀਕੇ ਦੇ ਨਾਲ ਕਿ ਆਪ ਦੇਖੋ ਕਰਵ ਦੇ ਵਿੱਚ ਕੀ ਹੈ, ਕਿਤੇ ਅਪ ਜਾ ਰਹੀ ਹੈ ਕਰਵ, ਕਿਤੇ ਡਾਊਨ ਜਾ ਰਹੀ ਹੈ। ਸੋ ਅਪਸ ਐਂਡ ਡਾਊਨ ਇਨ ਲਾਈਫ ਆਰ ਆਲਸੋ ਵੈਰੀ ਇੰਪੋਰਟੈਂਟ। ਜੇ ਕਰਵ ਸਿੱਧੀ ਹੋ ਜੇ ਨਾ ਜੀ, ਜਿਹੜੀ ECG ਦੀ ਕਰਵ ਹੈ, ਜੇ ਕਿਤੇ ਕਰਵ ਇਹ ਲਾਈਨ ਸਿੱਧੀ ਹੋ ਜੇ ਤਾਂ ਸਮਝੋ ਬੰਦਾ ਗਿਆ। ਜੇ ਅਪ ਤੇ ਡਾਊਨ ਕਰਵ ਦਿਖਾ ਰਹੀ ਹੈ, ਇਹਦਾ ਮਤਲਬ ਬੰਦਾ ਜਿਉਂਦਾ ਹੈ। ਜ਼ਿੰਦਗੀ 'ਚ ਵੀ ਇਦਾਂ ਹੀ ਹੈ। ਜੇ ਲਾਈਫ ਦੇ ਵਿੱਚ ਅਪਸ ਤੇ ਡਾਊਨ ਆ ਰਹੇ ਨੇ, ਇਹ ਇੰਪੋਰਟੈਂਟ ਹੁੰਦੇ ਜ਼ਿੰਦਗੀ ਦੇ ਵਿੱਚ। ਇਹ ਨਹੀਂ ਹੁੰਦਾ ਕਿ ਹਰ ਵੇਲੇ ਚੰਗੇ 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 ਹਾਲਾਤ ਹੀ ਬਣਨ। ਜਿਹਨੂੰ ਅਸੀਂ ਮਾੜੇ ਹਾਲਾਤ ਸਮਝਦੇ ਹਾਂ ਨਾ, ਅੱਗੇ ਚੱਲ ਕੇ ਅਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਅਸਲ ਦੇ ਵਿੱਚ ਉਹ ਮਾੜੇ ਨਹੀਂ ਹੈ। ਅਸਲ 'ਚ ਸਾਨੂੰ ਜਿਉਂਦੇ ਰਹਿਣ ਦੇ ਲਈ ਇਹ ਬਹੁਤ ਜ਼ਰੂਰੀ ਹੈ। ਅਪਸ ਤੇ ਡਾਊਨ ਲਾਈਫ ਦੇ ਵਿੱਚ ਬੜੇ ਇੰਪੋਰਟੈਂਟ ਨੇ ਟੂ ਕੀਪ ਅਸ ਗੋਇੰਗ, ਬਿਕੋਜ਼ ਅ ਸਟੇਟ ਲਾਈਨ ਇਵਨ ਇਨ ਐਨ ECG ਮੀਨਸ ਵੀ ਆਰ ਨਾਟ ਅਲਾਈਵ। ਜੇ ਚੀਜ਼ਾਂ ਆ ਰਹੀਆਂ ਤਾਂ ਇਹਨਾਂ ਨੂੰ ਵੈਲਕਮ ਕਰੀਏ। ਪਹਿਲੀ ਗੱਲ ਤਾਂ ਇਹ, ਜੇ ਅਪ ਤਾਂ ਅਸੀਂ ਵੈਲਕਮ ਕਰਦੇ ਹੀ ਹੈ, ਜੇ ਡਾਊਨਸ ਵੀ ਲਾਈਫ ਦੇ ਵਿੱਚ ਆਉਣ ਕਿਤੇ ਤਾਂ ਉਹਨੂੰ ਵੀ ਵੈਲਕਮ ਕਰਨ ਦਾ ਅਸੀਂ ਵੱਲ ਸਿੱਖਣਾ ਹੈ। ਸਿੰਪਲ ਜੀ ਪਰਿਭਾਸ਼ਾ ਇੱਕ ਦੁੱਖ ਤੇ ਸੁੱਖ ਦੀ ਕੀ ਹੈ। ਅਪ ਹੈ
ਤਾਂ ਅਸੀਂ ਕਹਿ ਦਿੰਦੇ ਸੁੱਖ ਆ ਗਈ ਜ਼ਿੰਦਗੀ 'ਚ, ਡਾਊਨ ਆ ਗਏ ਤਾਂ ਅਸੀਂ ਕਹਿ ਦਿੰਦੇ ਦੁੱਖ ਆ ਗਏ ਜ਼ਿੰਦਗੀ ਦੇ ਵਿੱਚ। ਅਸਲ 'ਚ ਦੁੱਖ ਤੇ ਸੁੱਖ ਨੂੰ ਜੇ ਪਰਿਭਾਸ਼ਿਤ ਕਰਨਾ ਹੋਵੇ ਬੜੇ ਸਾਦੀ ਜੀ ਭਾਸ਼ਾ ਦੇ ਵਿੱਚ, ਤਾਂ ਦੁੱਖ ਤੇ ਸੁੱਖ ਕੀ ਚੀਜ਼ ਨੇ? ਮੈਨੂੰ ਇਹ ਲੱਗਦਾ ਹੈ ਦੁੱਖ ਤੇ ਸੁੱਖ ਦਾ ਦੁੱਖ ਦਾ ਮਤਲਬ ਕੀ ਹੈ ਕਿ ਇੱਛਾਵਾਂ ਦੀ ਪੂਰਤੀ ਨਾ ਹੋਣੀ, ਤੇ ਸੁੱਖ ਦਾ ਮਤਲਬ ਕੀ ਹੈ? ਇੱਛਾਵਾਂ ਦੀ ਪੂਰਤੀ ਹੋ ਜਾਣੀ। ਸਾਡੀਆਂ ਇੱਛਾਵਾਂ ਨੇ, ਬੰਦਾ ਜਨਮ ਤੋਂ ਬਾਅਦ ਹੀ ਉਹਦੀਆਂ ਇੱਛਾਵਾਂ ਬਣਨੀਆਂ, ਡਿਜ਼ਾਇਰਸ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਤੇ ਵੱਧਦੀਆਂ ਜਾਂਦੀਆਂ, ਘਟਦੀਆਂ ਨੇ। ਜਿੰਨੀ ਦੇਰ ਤੱਕ ਇੱਛਾਵਾਂ ਪੂਰੀਆਂ ਹੁੰਦੀਆਂ ਤੇ ਜਦੋਂ ਪੂਰੀਆਂ ਹੋ ਜਾਂਦੀਆਂ ਅਸੀਂ ਇਹ ਸਮਝਦੇ ਜ਼ਿੰਦਗੀ 'ਚ ਸੁੱਖ ਆ ਗਏ, ਤੇ ਜਦੋਂ ਸਾਡੀ ਕੋਈ ਇੱਛਾ ਪੂਰੀ ਨਾ ਹੋਵੇ ਫਿਰ ਸਾਨੂੰ ਲੱਗਦਾ ਵੀ ਜ਼ਿੰਦਗੀ 'ਚ ਦੁੱਖ ਆ ਗਏ। ਮੈਂ ਕੁਝ ਦੇਰ ਪਹਿਲਾਂ ਹੀ ਨਾ WhatsApp ਦੇ ਉੱਪਰ ਕਈ ਵਾਰੀ ਬੜੀਆਂ ਇੰਟਰਸਟਿੰਗ ਪਿਕਸ ਆਉਂਦੀਆਂ ਨੇ। ਮੈਂ ਕਿ ਦੇਖਿਆ ਕਿ ਇੱਕ ਕੋਬਰਾ, ਉਹਦੀ ਪਿਕ ਲੱਗੀ ਹੋਈ ਸੀ, ਕੋਬਰੇ ਦਾ ਵੀਰ ਜੀ ਮੂੰਹ ਖੁੱਲਾ ਸੀ ਤੇ ਕੋਬਰੇ ਦੇ ਖੁੱਲੇ ਮੂੰਹ ਦੇ ਵਿੱਚ ਉਹਨੇ ਡੱਡੂ ਫੜਿਆ ਹੋਇਆ ਸੀ। ਡੱਡੂ ਉਹਦੇ ਮੂੰਹ ਦੇ ਅੰਦਰ ਬੈਠਾ ਹੈ ਕੋਬਰੇ ਦੇ, ਤੇ ਕੋਬਰੇ ਦੇ ਮੂੰਹ ਦੇ ਅੰਦਰ ਬੈਠੇ ਡੱਡੂ ਦਾ ਮੂੰਹ ਵੀ ਖੁੱਲਾ ਹੈ। ਕਾਹਦੇ ਲਈ? ਮੱਛਰ ਦੀ ਆਸ ਦੇ ਵਿੱਚ। ਆਪ ਵੀ ਕੋਬਰੇ ਦੇ ਮੂੰਹ ਦੇ ਵਿੱਚ ਬੈਠਾ ਹੋ, ਪਰ ਮੌਤ ਦੇ ਮੂੰਹ ਵਿੱਚ ਬੈਠਿਆਂ ਵੀ ਡੱਡੂ ਦੀ ਮੱਛਰ ਨੂੰ ਖਾਣ ਦੀ ਇੱਛਾ ਅਜੇ ਮਰੀ ਨਹੀਂ। ਇਹ ਦੁੱਖ ਹੈ ਜਦੋਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ। ਬਚਪਨ ਤੋਂ ਹੀ ਸਾਨੂੰ ਪੜ੍ਹਾਇਆ ਜਾਂਦਾ ਸੀ ਕਿ ਜਿੰਨੀਆਂ ਜ਼ਿਆਦਾ ਇੱਛਾਵਾਂ ਹੋਣਗੀਆਂ ਉਨੇ ਦੁੱਖ ਹੋਣਗੇ, ਉਦੋਂ ਤੇ ਪੜ੍ਹਦੇ ਆ ਰਹੇ ਹਾਂ ਅਸੀਂ। ਤੋਂ ਅੱਗੇ ਦੇਖੀਏ ਆਪਾਂ, ਟੈਨਸ਼ਨ ਦਾ ਮਤਲਬ ਕੀ ਹੈਗਾ? ਚਿੰਤਾ ਜਿਹਨੂੰ ਅਸੀਂ ਕਿਹਾ, ਜਿਹਦਾ ਜ਼ਿਕਰ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ। ਚਿੰਤਾ ਦਾ ਮਤਲਬ ਕੀ ਹੈ? ਇੱਕ ਤਾਂ ਹੁੰਦਾ ਹੈ ਭੂਤ ਦਾ ਅਫਸੋਸ, ਭੂਤ ਮਤਲਬ ਬੀਤਿਆ ਸਮਾਂ, ਬੀਤਿਆ ਸਮਾਂ ਭੂਤ ਹੈ, ਪਾਸਟ। ਤੇ ਦੂਜਾ ਕੀ ਹੁੰਦਾ ਹੈ? ਭਵਿੱਖ ਦੀ ਚਿੰਤਾ। ਇਹ ਦੋ ਰੀਜ਼ਨ ਨੇ ਜ਼ਿੰਦਗੀ ਦੇ ਵਿੱਚ ਜਿਹਦੇ ਕਰਕੇ ਅਸੀਂ ਪਹਿਲਾਂ ਟੈਨਸ਼ਨ ਦੇ ਵਿੱਚ ਆਉਣੇ ਤੇ ਫਿਰ ਅਸੀਂ ਡਿਪਰੈਸ਼ਨ 'ਚ ਚਲੇ ਜਾਂਦੇ, ਸਟ੍ਰੈਸ ਵਿੱਚ ਚਲੇ ਜਾਂਦੇ। ਬੰਦਾ ਇਸ ਤਰੀਕੇ ਨਾਲ ਹੀ ਜ਼ਿੰਦਗੀ ਜਿਉ ਰਿਹਾ ਅੱਜ, ਜਾਂ ਤਾਂ ਬੀਤੇ ਸਮੇਂ ਜ਼ਿੰਦਗੀ ਜਿਉ ਰਿਹਾ, ਬੀਤੇ ਸਮੇਂ ਦੇ ਵਿੱਚ ਬੰਦਾ ਸੋਚਦਾ ਰਹਿੰਦਾ ਹੈ ਜੇ ਮੈਂ ਉਦੋਂ ਇਸ ਤਰ੍ਹਾਂ ਕਰ ਲੈਂਦਾ ਤਾਂ ਐਂ ਨਾ ਹੁੰਦਾ, ਇਸ ਤਰ੍ਹਾਂ ਕਰ ਲੈਂਦੀ, ਆਹ ਗਲਤੀ ਨਾ ਕਰਦਾ, ਜੇ ਇਸ ਕੰਮ ਨੂੰ ਦੂਜੇ ਤਰੀਕੇ ਨਾਲ ਕਰ ਲੈਂਦਾ। ਬੀਤੇ ਸਮੇਂ ਤੇ ਬੰਦਾ ਝੂਰਦਾ ਰਹਿੰਦਾ ਹੈ। ਬਹੁਤਾ ਸਮਾਂ ਬੰਦੇ ਦੀ ਜ਼ਿੰਦਗੀ ਦਾ ਇਸ ਤਰੀਕੇ ਨਾਲ ਬੀਤਦਾ, ਬੀਤੇ ਸਮੇਂ ਤੇ ਝੂਰਨ 'ਚ। ਤੇ ਦੂਜਾ ਢੰਗ ਕੀ ਹੈ? ਭਵਿੱਖ ਦੀ ਚਿੰਤਾ ਵਿੱਚ, ਭਵਿੱਖ ਦੀ ਚਿੰਤਾ। ਇਹ ਦੋ ਢੰਗ ਨੇ। ਇਸ ਸਾਰੇ ਚੱਕਰ ਦੇ ਵਿੱਚ ਅਸੀਂ ਇਹਨੂੰ ਕਹਿ ਕੀ ਸਕਦੇ ਹਾਂ? ਵਰਿੰਗ ਅਬਾਊਟ ਦਾ ਫਿਊਚਰ ਐਂਡ ਰੀਲਿਵਿੰਗ ਦਾ ਪਾਸਟ। ਇਹ ਸਾਰੇ ਚੱਕਰ ਦੇ ਵਿੱਚ ਅਸੀਂ ਕੀ ਗਵਾਇਆ? ਕੀ ਅਸੀਂ ਗਵਾਇਆ? ਕੀ ਹੈ? ਅਸੀਂ ਆਪਣਾ ਵਰਤਮਾਨ ਗਵਾਇਆ। ਇਹਦੇ ਤੋਂ ਬਚਣ ਦਾ ਢੰਗ ਇੱਕੋ ਹੀ ਹੈ। ਇਹ ਚੀਜ਼ ਜ਼ਿੰਦਗੀ 'ਚ ਬੜਾ ਵੱਡਾ ਸਟ੍ਰੈਸ ਪੈਦਾ ਕਰ ਰਹੀ ਹੈ ਜਦੋਂ ਅਸੀਂ ਬੀਤੇ ਸਮੇਂ 'ਚ ਜਾਂ ਫਿਊਚਰ ਦੇ ਵਿੱਚ ਜਿਉਣੇ ਆ। ਮੈਂ ਇਹ ਨਹੀਂ ਕਹਿੰਦਾ ਕਿ ਫਿਊਚਰ ਦੀ ਪਲੈਨਿੰਗ ਕਰਨੀ ਇੱਕ ਅਲੱਗ ਚੀਜ਼ ਹੁੰਦੀ ਹੈ। ਫਿਊਚਰ ਨੂੰ ਪਲਾਨ ਕਰਨਾ ਬੜਾ ਜ਼ਰੂਰੀ ਹੈ, ਫਿਊਚਰ ਦਾ ਚਿੰਤਨ ਕਰਨਾ ਬੜਾ ਜ਼ਰੂਰੀ ਹੈ, ਬਟ ਫਿਊਚਰ ਦੀ ਚਿੰਤਾ ਕਰਨੀ ਇਹ ਠੀਕ ਨਹੀਂ ਹੈ। ਤੇ ਉਹਦਾ ਇਲਾਜ ਕੀ ਹੈ? ਉਹਦਾ ਇਲਾਜ ਹੈ ਬੀ ਇਨ ਦਾ ਮੂਵਮੈਂਟ। ਜੋ ਅੱਜ ਸਾਨੂੰ ਸਮਾਂ ਹੈ, ਕਿਉਂਕਿ ਜਦੋਂ ਅਸੀਂ ਪੜ੍ਹਦੇ ਹਾਂ ਕਿ ਜਿਹਾ ਬੀਜੈ ਸੋ ਲੁਣੈ, ਇੱਕ ਪਾਸੇ ਭਵਿੱਖ ਦੀ ਚਿੰਤਾ ਕਰਦੇ ਆ। ਮੰਨ ਲਓ ਦੋ ਚੀਜ਼ਾਂ ਨੇ, ਅੱਜ ਅਸੀਂ ਮਾੜਾ ਵੱਢਿਆ, ਮਾੜਾ ਵੱਢਿਆ ਕਿਉਂ ਵੱਢਿਆ? ਕਿਉਂਕਿ ਪਿੱਛੇ ਅਸੀਂ ਮਾੜਾ ਬੀਜ ਕੇ ਆਏ ਸੀ। ਹੁਣ ਪਿਛਲਾ ਬੀਜਿਆ ਤੇ ਅਸੀਂ ਉਹਨੂੰ ਦੁਬਾਰਾ ਨਹੀਂ ਨਾ ਬੀਜ ਸਕਦੇ, ਉਹ ਤੇ ਹੁਣ ਵੱਢ ਲਿਆ। ਜੇ ਮਾੜਾ ਬੀਜਿਆ ਸੀ ਅੱਜ ਮਾੜਾ ਵੱਢ ਲਿਆ। ਭਵਿੱਖ ਦੀ ਚਿੰਤਾ ਨਾ ਕਰੀਏ, ਬੈਟਰ ਇਹ ਹੈ ਕਿ ਅੱਜ ਇਹ ਸੋਚੀਏ ਕਿ ਅੱਜ ਮੈਂ ਕੀ ਬੀਜਣਾ ਹੈ, ਜੋ ਮੈਂ ਅੱਜ ਬੀਜਣਾ ਉਹ ਫਿਊਚਰ 'ਚ ਜਾ ਕੇ ਵੱਢਣਾ। ਪਰ ਅਸੀਂ ਆਪਣਾ ਸਾਰਾ ਸਮਾਂ ਬੀਤੇ ਤੇ ਭਵਿੱਖ ਦੇ ਵਿੱਚ ਵੇਸਟ ਕਰਦੇ ਹਾਂ, ਅੱਜ ਨੂੰ ਅਸੀਂ ਗਵਾ ਦਿੰਦੇ ਹਾਂ। ਜਿੰਨੀ ਦੇਰ ਤੱਕ ਅਸੀਂ ਆਪਣੇ ਲਾਈਫ ਨੂੰ ਮੂਵਮੈਂਟ ਦੇ ਵਿੱਚ ਜਿਉਣਾ ਨਹੀਂ ਸ਼ੁਰੂ ਕਰਾਂਗੇ, ਅੱਜ ਦੇ ਵਿੱਚ ਜਿੱਥੇ ਅਸੀਂ ਹੁਣ ਚੱਲ ਰਹੇ ਹਾਂ, ਇਸੇ ਕਰਕੇ ਜਿਹੜਾ ਅੱਜ ਦਾ ਸਮਾਂ ਇਹਨੂੰ ਪ੍ਰੈਜ਼ੈਂਟ ਵੀ ਕਿਹਾ ਜਾਂਦਾ। ਪ੍ਰੈਜ਼ੈਂਟ ਮਤਲਬ ਗਿਫਟ ਹੈ। ਇਹ ਵਾਹਿਗੁਰੂ ਜੀ ਵੱਲੋਂ ਸਾਨੂੰ ਦਿੱਤਾ ਹੋਇਆ ਇੱਕ ਤੋਹਫਾ ਹੈ ਕਿ ਤੂੰ ਜੇ ਆਪਣੇ ਜੀਵਨ ਨੂੰ ਚੰਗਾ ਬਣਾਉਣਾ ਚਾਹੁੰਦਾ ਹੈ, ਜੇ ਤੈਨੂੰ ਆਪਣੇ ਅੱਜ ਦੇ ਹਾਲਾਤ ਚੰਗੇ ਨਹੀਂ ਲੱਗਦੇ, ਮੰਨ ਲਓ ਮੈਂ ਆਪਣੇ ਅੱਜ ਦੇ ਹਾਲਾਤ ਤੋਂ ਸੈਟੀਸਫਾਈਡ ਨਹੀਂ ਹੈਗਾ ਕਿ ਨਹੀਂ ਮੇਰੀ ਜ਼ਿੰਦਗੀ ਇਦਾਂ ਨਹੀਂ ਹੋਣੀ ਚਾਹੀਦੀ, ਫਿਰ ਗੁਰੂ ਸਾਹਿਬ ਕੀ ਕਹਿੰਦੇ? ਕੀ ਕਰ ਕਹਿੰਦੇ? ਫਿਰ ਅੱਜ ਚੰਗਾ ਬੀਜ ਲੈ, ਘੱਟੋ ਘੱਟ ਆਪਣਾ ਭਵਿੱਖ ਤੇ ਸਵਾਰ ਲੈਣਾ, ਬਜਾਏ ਇਹਦੇ ਕਿ ਤੂੰ ਬੀਤੇ ਵਿੱਚ ਝੂਰਦਾ ਰਹੇ ਵੀ ਉਦੋਂ ਆਏ ਹੋ ਗਿਆ ਸੀ। ਉਹ ਨਹੀਂ ਤੂੰ ਬਦਲ ਸਕਦਾ ਹੁਣ। ਜੇ ਤੂੰ ਬਦਲਣਾ, ਜੇ ਤੂੰ ਆਪਣਾ ਭਵਿੱਖ ਸਵਾਰਨਾ ਤੇ ਫਿਰ ਆਪਣੇ ਪ੍ਰੈਜ਼ੈਂਟ ਦੇ ਉੱਪਰ ਫੋਕਸ ਕਰ, ਅੱਜ ਦੇ ਵਿੱਚ। ਇਸ ਕਰਕੇ ਬਾਣੀ ਦੇ ਵਿੱਚ ਇੱਕ ਗੱਲ ਲਿਖੀ ਹੈ ਜਦੋਂ ਕਹਿੰਦੇ ਨੇ ਕਿ ਵਰਤਮਾਨ ਵਿੱਚ ਵਰਤਦਾ, ਲਿਵ ਇਨ ਯੂਅਰ ਪ੍ਰੈਜ਼ੈਂਟ। ਵਰਤਮਾਨ ਵਿੱਚ ਵਰਤਦਾ, ਹੋਵਨਹਾਰ ਸੋਈ ਪ੍ਰਵਾਨਾ। ਜੋ ਹੋਊਗਾ ਉਹ ਪਰਮਾਤਮਾ ਦੀ ਇੱਛਾ ਦੇ ਵਿੱਚ ਹੀ ਹੋਣਾ ਹੈ। ਹੋਵਨਹਾਰ ਸੋਈ ਪ੍ਰਵਾਨਾ। ਤੂੰ ਆਪਣੇ ਅੱਜ ਨੂੰ ਸੰਭਾਲ। ਜਿਹੜੀ ਮੇਰੀ ਡਿਊਟੀ ਹੈ, ਮੇਰੀ ਡਿਊਟੀ ਇੱਕੋ ਹੀ ਹੈ ਕਿ ਮੈਂ ਆਪਣੇ ਅੱਜ ਨੂੰ ਚੰਗਾ ਕਿਵੇਂ ਬਣਾਉਣਾ। ਇਹ ਨਾ ਹੋਵੇ ਕਿ ਅਸੀਂ ਬੀਤੇ ਤੇ ਭਵਿੱਖ ਦੇ ਵਿੱਚ ਆਪਣੇ ਅੱਜ ਦਾ ਸਮਾਂ ਗਵਾ ਦਈਏ, ਫਿਰ ਜ਼ਿੰਦਗੀ ਦੇ ਵਿੱਚ ਸਟ੍ਰੈਸ ਆਏਗਾ, ਫਿਰ ਪ੍ਰੋਬਲਮਸ ਆਉਣਗੀਆਂ। ਇੱਕ ਦੂਜਾ ਕਾਰਨ ਕੀ ਹੈ ਸਟ੍ਰੈਸ ਦਾ? ਕਿਉਂ ਸਾਡੇ ਜੀਵਨ ਦੇ ਵਿੱਚ ਸਟ੍ਰੈਸ ਆਉਂਦਾ ਜ਼ਿਆਦਾ? ਇਸ ਕਰਕੇ ਅੱਜ ਬੰਦਾ ਦੁਖੀ ਨਹੀਂ ਹੈ। ਆਮ ਕਰਕੇ ਆਪਾਂ ਪੜ੍ਹਦੇ ਸੁਣਦੇ ਬੰਦੇ ਇਸ ਕਰਕੇ ਦੁਖੀ ਨਹੀਂ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਹੈ।
ਅੱਜ ਬੰਦਾ ਬਹੁਤਾ ਕਰਕੇ ਦੁਖੀ ਇਸ ਕਰਕੇ ਹੈ ਕਿ ਮੇਰਾ ਰਿਸ਼ਤੇਦਾਰ ਸੁਖੀ ਕਿਉਂ ਹੈ, ਮੇਰਾ ਗੁਆਂਢੀ ਸੁਖੀ ਕਿਉਂ ਹੈ, ਮੇਰਾ ਯਾਰ ਦੋਸਤ ਸੁਖੀ ਕਿਉਂ, ਮੇਰੇ ਆਲੇ ਦੁਆਲੇ ਦੇ ਲੋਕ ਸੁਖੀ ਕਿਉਂ ਨੇ, ਇਹ ਸਮਾਜ ਸੁਖੀ ਕਿਉਂ ਹੈ। ਬੰਦਾ ਇਸ ਕਰਕੇ ਦੁਖੀ ਜ਼ਿਆਦਾ ਹੈ ਅੱਜ ਕਿ ਦੂਜੇ ਲੋਕ ਸੁਖੀ ਕਿਉਂ ਹੋ ਰਹੇ ਨੇ, ਇਹ ਇੱਕ ਵੱਡਾ ਰੀਜ਼ਨ ਹੈ। ਦੂਜਾ ਸੁਖੀ ਕਿਉਂ ਹੈਗਾ। ਇੱਕ ਹੋਰ ਕਾਰਨ, ਅੱਜ ਆਪਾਂ ਸੋਚਦੇ ਰਹਿੰਦੇ ਜ਼ਿਆਦਾ, ਇਸ ਤਰ੍ਹਾਂ ਨਾ ਹੋ ਜੇ, ਉਸ ਤਰ੍ਹਾਂ ਨਾ ਹੋ ਜੇ। ਇੱਕ ਚੀਜ਼ ਤੁਸੀਂ ਦੇਖਿਓ, ਕਦੇ ਕਦੇ ਤੁਸੀਂ ਐਨਾਲਿਸਿਸ ਕਰਕੇ ਦੇਖਿਆ ਕਰੋ ਕਿ ਜਿੰਨਾ ਵੀ ਜੀਵਨ ਸਾਡਾ ਹੁਣ ਤੱਕ ਬੀਤ ਗਿਆ ਤੇ ਜਿੰਨੀਆਂ ਚੀਜ਼ਾਂ ਅਸੀਂ ਸੋਚਦੇ ਹਾਂ, ਪਿਛਲਾ ਛੱਡ ਦਿਓ। ਅੱਜ ਮੈਂ ਸਵੇਰ ਤੋਂ ਲੈ ਕੇ ਹੁਣ ਤੱਕ ਸ਼ਾਮ ਤੱਕ ਜੋ ਸੋਚੀਆਂ ਕਿ ਇਸ ਤਰ੍ਹਾਂ ਨਾ ਹੋਵੇ, ਉਸ ਤਰ੍ਹਾਂ ਨਾ ਹੋਵੇ, ਇੱਕ ਹਫ਼ਤਾ ਪਹਿਲਾਂ ਜੋ ਮੈਂ ਸੋਚਿਆ ਸੀ, ਜਿੰਨਾ ਵੀ ਸੋਚਦਾ ਕਿ ਉਹ ਚੀਜ਼ਾਂ ਵਾਪਰਦੀਆਂ ਨੇ। ਤੁਸੀਂ ਦੇਖੋਗੇ ਇਸ ਚੀਜ਼ ਨੂੰ ਐਨਾਲਾਈਜ਼ ਕਰਕੇ, ਕਦੇ ਨੋਟ ਡਾਊਨ ਕਰਿਓ ਕਿ ਮੈਂ ਜੋ ਸੋਚਦਾ ਕਿ ਫਿਊਚਰ 'ਚ ਜਾ ਕੇ ਆਏ ਨਾ ਹੋਵੇ, ਜੋ ਮੈਂ ਅੱਜ ਤੋਂ 20 ਸਾਲ ਪਹਿਲਾਂ ਸੋਚਦਾ ਸੀ ਬੱਚਿਆਂ ਬਾਰੇ, ਕਿ ਉਹ ਚੀਜ਼ਾਂ ਵਾਪਰੀਆਂ ਨੇ। ਤਾਂ ਸਾਨੂੰ ਇਹ ਗੱਲ ਕਲੀਅਰ ਹੋਏਗੀ ਕਿ ਜੋ ਅਸੀਂ ਸੋਚਦੇ ਹਾਂ, ਮੈਜੋਰਿਟੀ ਉਹਦੇ ਵਿੱਚੋਂ 90% ਚੀਜ਼ਾਂ ਵਾਪਰਦੀਆਂ ਨਹੀਂ ਉਹਨਾਂ 'ਚੋਂ। ਜਿੰਨਾ ਕਰਕੇ ਅਸੀਂ ਚਿੰਤਾ ਦੇ ਵਿੱਚ ਰਹਿੰਦੇ ਹਾਂ, ਜਿੰਨਾ ਕਰਕੇ ਅਸੀਂ ਡਰ ਦੇ ਵਿੱਚ ਰਹਿੰਦੇ ਹਾਂ ਹਮੇਸ਼ਾ ਕਿ ਆਹ ਚੀਜ਼ਾਂ ਨਾ ਵਾਪਰ ਜਾਣ। 90% ਚੀਜ਼ਾਂ ਉਹਨਾਂ ਚੋਂ ਵਾਪਰਦੀਆਂ ਹੀ ਨਹੀਂ, ਉਹ ਚੀਜ਼ਾਂ ਹੁੰਦੀਆਂ ਹੀ ਨਹੀਂ। ਇਸ ਕਰਕੇ ਇੱਕ ਵਿਦਵਾਨ ਹੋਇਆ ਮਾਰਕ ਟਵੈਨ, ਉਹਨੇ ਬੜਾ ਵਧੀਆ ਲਿਖਿਆ, ਕਹਿੰਦਾ ਆਈ ਹੈਵ ਨੋਨ ਅ ਗ੍ਰੇਟ ਮੈਨੀ ਟਰਬਲਸ। ਕਹਿੰਦਾ ਬਹੁਤ ਸਾਰੀਆਂ ਮੁਸੀਬਤਾਂ ਨੂੰ ਜਾਣਦਾ, ਆਪਾਂ ਨੂੰ ਵੀ ਪਤਾ ਵੀ ਆਹ ਮੁਸੀਬਤਾਂ ਹੋ ਸਕਦੀਆਂ। ਉਹਨੇ ਵੀ ਲਿਖਿਆ, ਕਹਿੰਦਾ ਮੈਂ ਬਹੁਤ ਮੁਸੀਬਤਾਂ ਨੂੰ ਜਾਣਦਾ, ਬਟ ਮੋਸਟ ਆਫ them never happened। ਪਰ ਉਹ ਕਦੇ ਮੇਰੀ ਜ਼ਿੰਦਗੀ 'ਚ ਕਦੇ ਵਾਪਰੀਆਂ ਨਹੀਂ। ਪਤਾ ਮੈਨੂੰ ਆਹ ਚੀਜ਼ਾਂ ਹੋ ਸਕਦੀਆਂ, ਆਹ ਮੁਸੀਬਤਾਂ ਜੀਵਨ 'ਚ ਆ ਸਕਦੀਆਂ, ਪਰ ਕਦੇ ਉਹ ਵਾਪਰੀਆਂ ਹੀ ਨਹੀਂ ਕਦੇ ਜ਼ਿੰਦਗੀ ਦੇ ਵਿੱਚ। ਤੇ ਅਸੀਂ ਉਹਨਾਂ ਚੀਜ਼ਾਂ ਬਾਰੇ ਸੋਚ ਕੇ ਸਟ੍ਰੈਸਫੁਲ ਕਿਉਂ ਹੋਏ ਰਹਿੰਦੇ ਹਾਂ। ਸਾਰੀ ਜ਼ਿੰਦਗੀ ਅਸੀਂ ਸਟ੍ਰੈਸਫੁਲ ਹੋ ਜਾਂਦੇ ਹਾਂ, ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਜਾਂਦੇ ਹਾਂ। ਇੱਕ ਗੱਲ ਮੈਂ ਹੋਰ ਕਹਿ ਦਿਆਂ, ਅੱਜ ਬੜੀਆਂ ਸਾਰੀਆਂ ਬਿਮਾਰੀਆਂ ਨੇ। ਕਿਸੇ ਵੇਲੇ ਕੈਂਸਰ ਬੜੀ ਵੱਡੀ ਬਿਮਾਰੀ ਸੀ, ਅੱਜ ਵੀ ਹੈ। ਫਿਰ ਏਡਜ਼ ਵਰਗੀਆਂ ਬਿਮਾਰੀਆਂ ਆਈਆਂ, ਕਈ ਹੋਰ ਬਿਮਾਰੀਆਂ ਲਗਾਤਾਰ ਆਉਂਦੀਆਂ ਰਹਿੰਦੀਆਂ। ਅੱਜ ਵੀ ਹੁਣ COVID-19 ਵਰਗੀ ਬਿਮਾਰੀ ਆ ਗਈ। ਪਰ ਅੱਜ ਵੀ ਜਿਹੜੇ ਡਾਕਟਰਸ ਨੇ, ਮੈਡੀਕਲ ਸਾਇੰਟਿਸਟ ਨੇ, ਉਹ ਇੱਕ ਗੱਲ ਕਹਿੰਦੇ ਹੈ, ਉਹ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਬਿਮਾਰੀ ਜਿਹਨੇ ਦੁਨੀਆ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲੈਣਾ, ਉਹ ਬਿਮਾਰੀਆਂ ਇਹ ਨਹੀਂ ਹੈਗੀਆਂ। ਉਹ ਬਿਮਾਰੀ ਪਤਾ ਕਿਹੜੀ ਹੈ ਜੀ? ਉਹ ਬਿਮਾਰੀ ਹੈ ਫੀਅਰ। ਬਹੁਤ ਵੱਡੀ ਬਿਮਾਰੀ ਹੈ ਇਹ। ਤਾਂ ਹੀ ਉਹ ਲਿਖਦੇ ਨੇ, ਕਹਿੰਦੇ ਇਨ ਕਮਿੰਗ ਟਾਈਮ ਫੀਅਰ ਵਿਲ ਬੀ ਦਾ ਗ੍ਰੇਟੈਸਟ ਡਿਜ਼ੀਜ਼ ਵਿਚ ਵਿਲ ਇਨਗਲਫ ਦਾ ਐਂਟਾਇਰ ਵਰਲਡ। ਲੋਕ ਡਰੇ ਹੋਏ ਨੇ ਅੱਜ। ਮੈਂ ਤਾਂ ਕਾਰਨ ਵੀ ਦੱਸਾਂਗਾ ਕਿ ਕੀ ਕਾਰਨ ਹੈ। ਅੰਦਰ ਡਰ ਸਾਡੇ ਅੰਦਰ ਕਿਉਂ ਘਰ ਕਰ ਗਿਆ ਅੱਜ? ਅਸੀਂ ਕਈ ਵਾਰ ਯੂਥ ਕੈਂਪ ਆਰਗੇਨਾਈਜ਼ ਕਰਦੇ ਹਾਂ, ਕਾਲਜਿਸ ਦੇ ਵਿੱਚ ਜਾਂਦੇ ਹਾਂ, ਯੂਨੀਵਰਸਿਟੀਆਂ ਜਾਂਦੇ ਹਾਂ। ਬਹੁਤ ਸਾਰੇ ਨੌਜਵਾਨ ਬੱਚੇ ਬੱਚੀਆਂ ਕਈ ਵਾਰ ਸਾਡੇ ਕੋਲੇ ਜਦੋਂ ਇੰਟਰੈਕਟਿਵ ਸੈਸ਼ਨਸ ਹੁੰਦੇ ਆ, ਉਹ ਸਾਡੇ ਕੋਲੇ ਆ ਕੇ ਬੈਠਦੇ ਨੇ ਤੇ ਆ ਕੇ ਬੱਚੇ ਪੁੱਛਦੇ ਆ, ਕਹਿੰਦੇ ਵੀਰ ਜੀ ਸਾਡੇ ਅੰਦਰ ਇੱਕ ਡਰ ਹੈ, ਪਤਾ ਨਹੀਂ ਅਸੀਂ ਕਿਉਂ ਡਰੇ ਰਹਿੰਦੇ ਹਾਂ, ਹਰ ਵੇਲੇ ਕਿਉਂ ਬੁਝੇ ਰਹਿੰਦੇ ਹਾਂ। ਜਦੋਂ ਉਹਨਾਂ ਨੇ ਪੁੱਛੀਦਾ ਵੀ ਕਾਰਨ ਕੀ ਹੈ ਡਰ ਦਾ, ਕੀ ਕਾਰਨ ਹੈ, ਤਾਂ ਉਹ ਕਹਿੰਦੇ ਇਹ ਸਾਨੂੰ ਵੀ ਨਹੀਂ ਪਤਾ ਵੀ ਡਰੇ ਕਿਉਂ ਆ ਅਸੀਂ। ਇਹ ਅੱਜ ਸਾਡੇ ਘਰਾਂ ਦੇ ਹਾਲਾਤ ਵੀ ਬਣੇ ਆ ਤੇ ਅੱਜ ਸਾਡੇ ਨੌਜਵਾਨ ਦੇ ਹਾਲਾਤ ਵੀ ਇਸ ਤਰੀਕੇ ਨਾਲ ਬਣ ਰਹੇ ਨੇ। ਮੈਂ ਇੱਕ ਬੇਨਤੀ ਕਰਦਾ, ਸੱਚੇ ਪਾਤਸ਼ਾਹ ਨੇ, ਗੁਰੂ ਸਾਹਿਬ ਨੇ ਸਾਨੂੰ ਨਾ ਬਾਣੀ ਬਖਸ਼ਿਸ਼ ਕੀਤੀ ਹੈ। ਇਸ ਡਰ ਨੂੰ ਗਵਾਉਣ ਦੀ ਜੁਗਤ ਵੀ ਗੁਰੂ ਪਾਤਸ਼ਾਹ ਨੇ ਦੱਸ ਦਿੱਤੀ ਹੈ। ਅੱਜ ਬੰਦਾ ਡਰਿਆ ਹੋਇਆ, ਆਪਾਂ ਆਪਣੇ ਆਪ ਨੂੰ ਝਾਤੀ ਮਾਰ ਕੇ ਦੇਖੀਏ, ਆਪਾਂ ਆਪਣੇ ਅੰਦਰ ਝਾਤੀ ਮਾਰੀਏ ਤੇ ਇਸ ਡਰ ਨੂੰ ਖਤਮ ਕਰਨ ਦੀ ਜੁਗਤ ਵੀ ਗੁਰੂ ਪਾਤਸ਼ਾਹ ਸਾਨੂੰ ਦੇ ਰਹੇ ਨੇ। ਜਦੋਂ ਸ਼ਾਮ ਵੇਲੇ ਸੋਧਰ ਦੀ ਬਾਣੀ ਪੜ੍ਹਦੇ ਆ, ਹਰ ਰੋਜ਼ ਅਸੀਂ ਇਹ ਪੜ੍ਹਦੇ ਹਾਂ ਕਿ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਕਿੱਡੀ ਕਮਾਲ ਦੀ ਤੁਕ ਹੈ ਜੀ, ਕਿੱਡੀ ਵੱਡੀ ਜੀਵਨ ਜੁਗਤ ਹੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਕੀ ਕਹਿੰਦੇ ਨੇ ਫਿਰ? ਤਿਨ ਕਾ ਭਉ ਸਭ ਗਵਾਸੀ। ਉਹਨਾਂ ਦੇ ਸਾਰੇ ਡਰ ਦੂਰ ਹੋ ਜਾਂਦੇ ਆ। ਫਿਰ ਬਾਣੀ 'ਚ ਹੋਰ ਪੜ੍ਹਦੇ ਹਾਂ ਅਸੀਂ, ਨਿਰਭਉ ਜਪੈ ਸਗਲ ਭਉ ਮਿਟੈ। ਤੇ ਜੇ ਅੱਜ ਸਾਡੀ ਜ਼ਿੰਦਗੀ 'ਚ ਕੁਝ ਡਰ ਹੈਗੇ ਨੇ, ਇਹਦਾ ਮਤਲਬ ਕੀ ਹੋ ਗਿਆ? ਇਹਦਾ ਮਤਲਬ ਬੜਾ ਸਿੰਪਲ ਜਿਹਾ ਹੀ ਹੈ ਕਿ ਸਾਡੀ ਉਸ ਨਿਰਭਉ ਦੇ ਨਾਲ ਕੋਈ ਸਾਂਝ ਨਹੀਂ। ਬਾਣੀ ਅਸੀਂ ਪੜ੍ਹਦੇ ਹਾਂ, ਧਰਮ ਦੇ ਕਰਮ ਆਪਾਂ ਸਾਰੇ ਕਰਦੇ ਹਾਂ, ਕਰਨੇ ਵੀ ਚਾਹੀਦੇ ਹੈ, ਮੈਂ ਨਹੀਂ ਕਹਿੰਦਾ ਨਹੀਂ ਕਰਨੇ ਚਾਹੀਦੇ, ਪਰ ਅਜੇ ਸਾਡੀ ਉਸ ਨਿਰਭਉ ਦੇ ਨਾਲ ਸਾਂਝ ਨਹੀਂ ਬਣੀ। ਕਿਉਂਕਿ ਬਾਣੀ ਨੇ ਕਿਹਾ ਕਿ ਜੇ ਨਿਰਭਉ ਨੂੰ ਮੈਂ ਜਪਦਾ ਤਾਂ ਫਿਰ ਸਾਰੇ ਭਉ ਮਿਟ ਜਾਂਦੇ ਨੇ। ਫਿਰ ਇਹ ਫੀਅਰ ਵਰਗੀ ਬਿਮਾਰੀ, ਜਿਹਦੇ ਬਾਰੇ ਅੱਜ ਸਾਇੰਟਿਸਟ ਕਹਿ ਰਹੇ ਨੇ, ਮੈਡੀਕਲ ਲਾਈਨ ਦੇ ਵੱਡੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਇਹ ਸਭ ਤੋਂ ਵੱਡੀ ਬਿਮਾਰੀ ਬਣਨ ਜਾ ਰਹੀ ਹੈ ਦੁਨੀਆ ਦੇ ਵਿੱਚ, ਜਿਹੜੀ ਦੁਨੀਆ ਦੇ ਬਹੁਤ ਵੱਡੀ ਗਿਣਤੀ 'ਚ ਲੋਕਾਂ ਦਾ ਨੁਕਸਾਨ ਕਰੇਗੀ। ਲੋਕ ਮੈਂਟਲੀ ਇੰਬੈਲੈਂਸਡ ਹੋ ਰਹੇ ਨੇ।
ਤੇ ਫਿਰ ਸਾਡੇ ਕੋਲੇ ਤੇ ਜੁਗਤ ਹੈ ਕਿ ਤੂੰ ਨਿਰਭਉ ਦੇ ਨਾਲ ਜੁੜ, ਤੇਰੇ ਸਾਰੇ ਡਰ ਜੀਵਨ ਦੇ ਵਿੱਚੋਂ ਮੁੱਕ ਜਾਣਗੇ। ਇੱਕ ਹੋਰ ਜੁਗਤ ਦੇਖੀਏ ਅਸੀਂ, ਸੜਕ ਦੇ ਉੱਪਰ ਚੱਲਦੇ ਆ ਨਾ, ਤਾਂ ਸੜਕ ਦੇ ਉੱਪਰ ਚੱਲਦਿਆਂ ਤੁਸੀਂ ਦੇਖੋ ਮਾਈਲਸਟੋਨਸ ਲੱਗੇ ਹੁੰਦੇ ਨੇ, ਜਿਹੜੇ ਤੁਹਾਨੂੰ ਦੱਸਦੇ ਨੇ ਕਿ ਜਿਹੜੀ ਤੁਹਾਡੀ ਮੰਜ਼ਿਲ ਉਹ ਕਿੰਨੀ ਦੂਰ ਹੈਗੀ ਹੈ, ਜਾਂ ਆਹ ਰਸਤਾ ਕਿਹੜੇ ਪਾਸੇ ਨੂੰ ਜਾ ਰਿਹਾ ਹੈ। ਇਦਾਂ ਹੀ ਬੰਦਾ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਵੀ ਹਰ ਵੇਲੇ ਆਪਣੇ ਮਾਈਲਸਟੋਨਸ ਡਿਸਾਈਡ ਕਰਦਾ ਹੈ, ਮੀਲ ਦਾ ਪੱਥਰ ਜਿਹਨੂੰ ਕਹਿ ਦਿੰਦੇ ਆ, ਬੰਦਾ ਡਿਸਾਈਡ ਕਰਦਾ ਹਰ ਵੇਲੇ। ਇੱਕ ਮਾਈਲਸਟੋਨ ਨੂੰ ਅਚੀਵ ਕਰਦਾ ਤਾਂ ਦੂਜਾ ਫਿਕਸ ਕਰ ਲੈਂਦਾ ਆਪਣਾ। ਜਦੋਂ ਬਾਣੀ ਪੜ੍ਹਦੇ ਆ ਤਾਂ ਆਪਾਂ ਇਹੀ ਪੜ੍ਹਦੇ ਆ ਨਾ, ਸਹਿਸ ਖਟੈ ਲੱਖ ਕੋ ਉੱਠਤਾ ਵੈ। ਇੱਕ ਬੰਦੇ ਕੋਲੇ ਕੁਝ ਰੁਪਈਏ ਹੈ, ਉਹ ਬੰਦਾ ਸੋਚਦਾ ਕਿ ਯਾਰ ਮੇਰੇ ਕੋਲੇ 1000 ਰੁਪਈਆ ਆ ਜਾਏ ਤਾਂ ਮੇਰੀ ਗੱਲ ਬਣ ਜਾਣੀ। ਜਦੋਂ ਉਹਦੇ ਕੋਲੇ 1000 ਆ ਜਾਂਦਾ ਤਾਂ ਉਹ ਸੰਤੋਖ ਨਹੀਂ ਕਰਦਾ। ਜਦੋਂ 1000 ਆ ਗਿਆ ਤੇ ਫਿਰ ਉਹ ਲੱਖ ਵਾਲਾ ਮਾਈਲਸਟੋਨ ਫਿਕਸ ਕਰਦਾ ਆਪਣਾ ਇੱਕ ਨਵਾਂ। ਨਹੀਂ ਯਾਰ 1000 ਤੇ ਹੁਣ ਅਚੀਵ ਕਰ ਲਿਆ ਨਾ, ਹੁਣ ਲੱਖ ਆਵੇ ਤਾਂ ਖੁਸ਼ ਹੋਊਗਾ ਮੈਂ। ਤੇ ਜਿਹਦੇ ਕੋਲੇ ਲੱਖ ਆ ਜਾਂਦਾ ਉਹ ਕਹਿੰਦਾ ਨਹੀਂ ਕਰੋੜ ਆਵੇ ਮੇਰੇ ਕੋਲ। ਅੱਜ ਜਿਹਦੇ ਕੋਲੇ ਇੱਕ ਘਰ ਹੈ ਉਹ ਕਹਿੰਦਾ ਯਾਰ 1-2 ਪਲਾਟ ਤੇ ਪਏ ਹੋਣੇ ਚਾਹੀਦੇ ਇਹਨਾਂ ਨਾਲ। ਜਦੋਂ 2 ਪਲਾਟ ਆ ਜਾਂਦੇ ਆ ਫਿਰ ਉਹ ਕਹਿੰਦਾ ਯਾਰ ਇੱਕ ਅੱਧਾ ਹੋਰ ਹੋਵੇ, ਕੋਈ ਚੰਡੀਗੜ੍ਹ ਪਲਾਟ ਹੋਣਾ ਚਾਹੀਦਾ, ਕੋਠੀ ਹੋਣੀ ਚਾਹੀਦੀ ਹੈ। ਮਤਲਬ ਕੀ ਹੈ? ਮਤਲਬ ਇਹ ਹੈ ਕਿ ਥਰੂ ਆਊਟ ਦਾ ਲਾਈਫ, ਜੋ ਮੈਂ ਇੱਥੇ ਲਿਖਿਆ ਹੈ, ਵੀ ਰਨ ਆਫਟਰ ਮਾਈਲਸਟੋਨਸ। ਮੈਂ ਨਹੀਂ ਕਹਿੰਦਾ ਕਿ ਮਾਈਲਸਟੋਨਸ ਦੇ ਆਪਣੀ ਹੈਪੀਨੈਸ ਨੂੰ ਪੋਸਟਪੋਨ ਕਰ ਰਹੇ ਹਾਂ। ਹੈਪੀਨੈਸ ਪੋਸਟਪੋਨ ਕਰ ਰਹੇ ਹਾਂ ਅਸੀਂ। ਜਦੋਂ ਮੇਰੇ ਕੋਲ 1000 ਦੀ ਇੱਛਾ ਸੀ, 1000 ਆ ਗਿਆ, ਲੱਖ ਫਿਕਸ ਕਰ ਲਿਆ। ਮੈਂ ਸੋਚਿਆ ਨਹੀਂ ਲੱਖ ਆਉਣ ਤੇ ਖੁਸ਼ ਹੋਊਗਾ, ਲੱਖ ਆ ਗਿਆ, ਮੈਂ ਸੋਚਦਾ ਨਹੀਂ ਹੁਣ ਮੈਂ ਕਰੋੜ ਆਉਣ ਤੇ ਖੁਸ਼ ਹੋਊਗਾ। ਅਸੀਂ ਆਪਣੀ ਖੁਸ਼ੀ ਨੂੰ ਪੋਸਟਪੋਨ ਕਰਦੇ ਹਾਂ। ਜਿਹੜੀਆਂ ਸਾਡੇ ਹੱਥ ਵਿਚਲੀਆਂ ਖੁਸ਼ੀਆਂ ਨਾ, ਅਸੀਂ ਉਹਨਾਂ ਦਾ ਆਨੰਦ ਮਾਣਨਾ ਭੁੱਲ ਗਏ ਹਾਂ। ਅਸਲ ਸਾਡੇ ਕੋਲ ਬਹੁਤ ਸਾਰੀਆਂ ਖੁਸ਼ੀਆਂ ਗੁਰੂ ਸਾਹਿਬ ਨੇ ਦਿੱਤੀਆਂ ਹੋਈਆਂ ਨੇ, ਸਾਡੇ ਕੋਲ ਹੈਗੀਆਂ ਨੇ, ਦੂਜਿਆਂ ਕੋਲ ਨਹੀਂ ਹੈਗੀਆਂ। ਜੇ ਜ਼ਿੰਦਗੀ 'ਚ ਸਟ੍ਰੈਸ ਤੋਂ ਬਚਣਾ ਤਾਂ ਫਿਰ ਗੁਰੂ ਸਾਹਿਬ ਦੀ ਇਸ ਜੁਗਤ ਨੂੰ ਸਮਝਣਾ ਪਏਗਾ ਕਿ ਤੂੰ ਮਾਈਲਸਟੋਨ ਤੇ ਫਿਕਸ ਕਰ, ਬਟ ਜਿਹੜੀਆਂ ਤੈਨੂੰ ਖੁਸ਼ੀਆਂ ਤੇਰੇ ਹੱਥ 'ਚ ਹੈਗੀਆਂ, ਅੱਜ ਹੈਗੀਆਂ ਨਾ, ਤੂੰ ਉਸ ਸਫ਼ਰ ਦਾ ਆਨੰਦ ਤੇ ਮਾਣ, ਹੱਥ ਵਿਚਲੀਆਂ ਖੁਸ਼ੀਆਂ ਦਾ ਆਨੰਦ ਤੇ ਮਾਣ। ਬਾਕੀ ਮਾਈਲਸਟੋਨ ਫਿਕਸ ਕਰਦਾ ਰਹੇ। ਗੁਰੂ ਸਾਹਿਬ ਨੇ ਮਾਈਲਸਟੋਨ ਫਿਕਸ ਕਰਨ ਤੋਂ ਰੋਕਿਆ ਨਹੀਂ ਹੈ। ਅਸੀਂ ਤੇ ਬਾਣੀ 'ਚ ਗੁਰੂ ਨਾਨਕ ਪਾਤਸ਼ਾਹ ਤਾਂ ਕਮਾਲ ਹੀ ਕਹਿੰਦੇ ਨੇ, ਏਡਾ ਵੱਡਾ ਮਾਈਲਸਟੋਨ ਤੇ ਮੈਨੂੰ ਲੱਗਦਾ ਆਪਾਂ ਜਿੰਨੇ ਵੀ ਅੱਜ ਇਸ ਵੈਬਿਨਾਰ ਦੇ ਵਿੱਚ ਸ਼ਾਮਲ ਹੋਏ ਆ, ਕਿਸੇ ਨੇ ਵੀ ਏਡਾ ਵੱਡਾ ਮਾਈਲਸਟੋਨ ਫਿਕਸ ਨਹੀਂ ਕੀਤਾ ਜਿੱਦਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਤੂੰ ਆਪਣਾ ਮਾਈਲਸਟੋਨ ਏਡਾ ਵੱਡਾ ਫਿਕਸ ਕਰ। ਜਦੋਂ ਕਹਿੰਦੇ ਨੇ ਮੋਤੀ ਤਾਂ ਮੰਦਰ ਉਸਰੈ, ਕਹਿੰਦੇ ਮੋਤੀਆਂ ਦਾ ਮਹਿਲ ਬਣਾ। ਕੋਈ ਰੁਕਾਵਟ ਥੋੜੀ ਸਾਨੂੰ ਕੋਈ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਰਤਨਾ ਦੇ ਨਾਲ ਜੜ। ਫਿਰ ਕਹਿੰਦੇ ਨੇ ਕਸਤੂਰ ਕੁੰਗੂ ਅਗਰ ਚੰਦਨ ਲੀ ਪਾਵੈ ਚਾਓ। ਪਰ ਇੱਕ ਸ਼ਰਤ ਲਾਉਂਦੇ ਨੇ, ਕਹਿੰਦੇ ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੇ ਨਾਉ। ਦੇਖੀ ਕਿਤੇ ਰੱਬ ਨੂੰ ਭੁੱਲ ਨਾ ਜਾਈ, ਦੇਣ ਵਾਲੇ ਨੂੰ ਨਾ ਭੁੱਲ ਜੀ ਕਿਤੇ। ਤੂੰ ਮੋਤੀਆਂ ਦੇ ਮਹਿਲ ਬਣਾ, ਕੋਈ ਗੱਲ ਨਹੀਂ ਹੈ। ਤੂੰ ਅਗਰ ਚੰਦਨ ਦੇ ਨਾਲ ਇਹਦੇ ਵਿੱਚ ਇਹਨੂੰ ਜੜਾਓ ਕਰ, ਇਹਦਾ ਪਲਸਤਰ ਕਰ, ਸਭ ਕੁਝ ਕਰ, ਇਹਦਾ ਕੋਈ ਪ੍ਰੋਬਲਮ ਨਹੀਂ ਹੈ। ਤੂੰ ਜਿੰਨਾ ਮਰਜ਼ੀ ਅਮੀਰ ਹੋ, ਤੇਰੇ ਕੋਲ ਕਰੋੜਾਂ ਕਿਉਂ ਅਰਬਾਂ ਰੁਪਈਆ ਹੋਣਾ ਚਾਹੀਦਾ ਹੈ, ਪਰ ਜੇ ਰੱਬ ਭੁੱਲ ਗਿਆ ਫਿਰ ਖਤਮ ਹੈ ਸਾਰਾ। ਹੱਥ 'ਚ ਮੋਬਾਈਲ ਹੋਵੇ ਨਾ, ਆਪਣੇ ਮਹਿੰਗਾ ਮੋਬਾਈਲ ਹੋਵੇ 50-60 ਹਜ਼ਾਰ ਦਾ, ਉਹਦੇ 'ਚ ਬੈਲੈਂਸ ਵੀ ਹੋਵੇ, ਸਾਰਾ ਕੁਝ ਹੋਵੇ, ਉਹਦੇ 'ਚ ਚਾਰਜਿੰਗ ਵੀ ਪੂਰੀ ਹੋਈ ਹੋਵੇ, ਪਰ ਜੇ ਟਾਵਰ ਦੀ ਰੇਂਜ ਤੋਂ ਬਾਹਰ ਚਲਾ ਜਾਵੇ ਤਾਂ ਫਿਰ ਉਹ ਖਿਡੌਣੇ ਵਰਗਾ ਹੀ ਹੈ। ਟਾਵਰ ਦੀ ਰੇਂਜ ਹੀ ਹੈ ਨਹੀਂ, ਜਿੰਨਾ ਮਰਜ਼ੀ ਮਹਿੰਗਾ ਮੋਬਾਈਲ ਹੋਵੇ, ਜਿੰਨਾ ਮਰਜ਼ੀ ਉਹਦੇ ਵਿੱਚ ਬੈਲੈਂਸ ਪਿਆ ਹੋਵੇ, ਉਹ ਮਹਿੰਗੇ ਮੋਬਾਈਲ ਦਾ ਫਾਇਦਾ ਕੀ ਹੈ ਜਦੋਂ ਟਾਵਰ ਦੀ ਰੇਂਜ ਤੋਂ ਬਾਹਰ ਚਲਾ ਗਿਆ। ਬਸ ਇਹੀ ਚੀਜ਼ ਹੈ। ਤੂੰ ਜ਼ਿੰਦਗੀ 'ਚ ਗੁਰੂ ਸਾਹਿਬ ਕਹਿੰਦੇ ਜਿੰਨੀ ਮਰਜ਼ੀ ਤਰੱਕੀ ਕਰ, ਕੋਈ ਰੁਕਾਵਟ ਨਹੀਂ ਹੈ ਤੈਨੂੰ। ਜਿੰਨੀ ਮਰਜ਼ੀ ਤਰੱਕੀ ਕਰ, ਵੱਡੀਆਂ ਕਾਰਾਂ ਲੈ, ਵੱਡੀਆਂ ਕੋਠੀਆਂ ਖਰੀਦ, ਕੋਈ ਰੁਕਾਵਟ ਨਹੀਂ ਹੈ। ਪਰ ਜੇ ਪਰਮਾਤਮਾ ਦੀ ਰੇਂਜ ਤੋਂ ਬਾਹਰ ਚਲਾ ਗਿਆ ਤੇ ਫਿਰ ਦੁੱਖ ਦੇਣਗੀਆਂ, ਫਿਰ ਇਹਨਾਂ ਨੂੰ ਸੁੱਖ ਨਹੀਂ ਦੇਣਾ ਇਹਨਾਂ ਨੇ, ਫਿਰ ਸਟ੍ਰੈਸ ਪੈਦਾ ਕਰਨਗੀਆਂ। ਅੱਜ ਜੇ ਸਾਡੀ ਜ਼ਿੰਦਗੀ 'ਚ ਕਿਤੇ ਆਪਾਂ ਨੂੰ ਲੱਗਦਾ ਹੈ ਕਿ ਸਾਡੀ ਜ਼ਿੰਦਗੀ 'ਚ ਕਿਤੇ ਸਟ੍ਰੈਸ ਅੱਜ ਆ ਰਿਹਾ ਹੈ, ਤੇ ਸਭ ਤੋਂ ਵੱਡਾ ਕਾਰਨ ਹੈ ਕਿ ਕਿਤੇ ਨਾ ਕਿਤੇ ਅੱਜ ਸਾਡੀ ਜ਼ਿੰਦਗੀ ਦੇ ਵਿੱਚੋਂ ਉਹ ਦੇਣ ਵਾਲਾ ਪਰਮਾਤਮਾ ਨਿਕਲ ਰਿਹਾ ਹੈ। ਜਿਹੜੀ ਸੁਖਮਨੀ ਸਾਹਿਬ ਦੀ ਬਾਣੀ 'ਚ ਆਪਾਂ ਪੜ੍ਹਦੇ ਆ ਨਾ, ਗੁਰੂ ਸਾਹਿਬ ਨੇ ਹਰ ਚੀਜ਼ ਦੇ ਅੱਗੇ ਲਾਇਆ ਜਹ ਪ੍ਰਸਾਦ 36 ਅੰਮ੍ਰਿਤ ਖਾਹੇ। 36 ਅੰਮ੍ਰਿਤ ਖਾ, ਰੁਕਾਵਟ ਨਹੀਂ ਹੈ। ਪਰ ਗੁਰੂ ਸਾਹਿਬ ਕਹਿੰਦੇ ਅੱਗੇ ਇਹ ਤਾਂ ਲਾ ਕੇ ਤੇਰੀ ਕਿਰਪਾ ਦੇ ਨਾਲ ਹੈ, ਤੂੰ ਉੱਚੇ ਮਹਿਲਾਂ ਦੇ ਵਿੱਚ ਤਾਂ ਰਹਿ, ਪਰ ਕਹਿ ਤੇਰੀ ਕਿਰਪਾ ਦੇ ਨਾਲ। ਜਹ ਪ੍ਰਸਾਦ, ਤੇਰਾ ਪ੍ਰਸਾਦ ਹੈ, ਤੇਰੀ ਕਿਰਪਾ ਹੈ। ਜਦੋਂ ਤੇਰੀ ਕਿਰਪਾ ਦੇ ਨਾਲ ਜੋੜ ਦੇਂਗੇ ਨਾ ਹਰ ਚੀਜ਼ ਨੂੰ, ਆਪਣੀ ਜਵਾਨੀ ਨੂੰ, ਆਪਣੀ ਖੂਬਸੂਰਤੀ ਨੂੰ, ਆਪਣੀਆਂ ਮਹਿਲ ਮਾੜੀਆਂ ਨੂੰ, ਆਪਣੀਆਂ ਜ਼ਮੀਨਾਂ ਜਾਇਦਾਦਾਂ ਨੂੰ, ਇਹ ਕਵਾਂਗੇ ਰੱਬਾ ਤੇਰੀ ਕਿਰਪਾ ਦੇ ਨਾਲ ਹੈ, ਫਿਰ ਇਹਨਾਂ ਦੀ ਦਿਸ਼ਾ ਗਲਤ ਨਹੀਂ ਹੁੰਦੀ, ਫਿਰ ਇਹ ਖਰਾਬ ਨਹੀਂ ਕਰਦੀਆਂ, ਫਿਰ ਇਹ ਮਨੁੱਖਤਾ ਦਾ ਭਲਾ ਕਰਦੀਆਂ ਚੀਜ਼ਾਂ ਸਾਰੀਆਂ, ਫਿਰ ਇਹ ਸਟ੍ਰੈਸ ਕ੍ਰੀਏਟ ਨਹੀਂ ਕਰਦੀਆਂ, ਫਿਰ ਜ਼ਿੰਦਗੀ 'ਚ ਖੁਸ਼ੀ ਲੈ ਕੇ ਆਉਂਦੀਆਂ। ਤੋ ਇਸ ਕਰਕੇ ਹਰ ਚੀਜ਼ ਨਾਲ ਜੋੜੀਏ। ਦੋ ਚੀਜ਼ਾਂ ਹੁੰਦੀਆਂ ਨੂੰ ਸਮਝੀਏ, ਇੱਕ ਹੁੰਦੀ ਹੈ ਜੀ ਮਾਇਆ ਦੀ ਲੋੜ,
ਇੱਕ ਹੁੰਦੀ ਹੈ ਮਾਇਆ ਦੀ ਦੌੜ। ਇਹ ਅਸੀਂ ਡਿਸਾਈਡ ਕਰਨਾ ਹੈ ਕਿ ਅਸੀਂ ਮਾਇਆ ਦੀ ਲੋੜ ਹੋਣੀ ਚਾਹੀਦੀ ਹੈ। ਸਾਡੀਆਂ ਬੇਸਿਕ ਰਿਕੁਆਇਰਮੈਂਟਸ ਨੇ, ਜਿਹਨੂੰ ਅਸੀਂ ਕਹਿੰਦੇ ਰੋਟੀ, ਕੱਪੜਾ ਤੇ ਮਕਾਨ, ਇਹ ਲੋੜਾਂ ਨੇ ਸਾਡੀਆਂ। ਇਹ ਮਾਇਆ ਦੀ ਲੋੜ, ਮਾਇਆ ਦੀ ਦੌੜ ਨਹੀਂ ਬਣਨੀ ਚਾਹੀਦੀ। ਕਈ ਵਾਰ ਸੰਗਤ ਚ ਸਵਾਲ ਆਉਂਦਾ ਕਿ ਕਿਵੇਂ ਪਤਾ ਲੱਗੇ ਜੀ ਹੁਣ ਮਾਇਆ ਦੀ ਲੋੜ, ਮਾਇਆ ਦੀ ਦੌੜ ਬਣ ਗਈ। ਮੈਂ ਇੱਕੋ ਜਵਾਬ ਦਿੰਦਾ ਹੁੰਦਾ ਕਿ ਜਦੋਂ ਜ਼ਿੰਦਗੀ ਚੋਂ ਖੁਸ਼ੀ ਖਤਮ ਹੋ ਜੇ, ਜਦੋਂ ਜ਼ਿੰਦਗੀ ਦੇ ਵਿੱਚੋਂ ਆਨੰਦ ਮੁੱਕਣਾ ਜੇ ਸ਼ੁਰੂ ਹੋ ਜੇ, ਜਦੋਂ ਜ਼ਿੰਦਗੀ ਅਸ਼ਾਂਤ ਜੀ ਹੋਣ ਲੱਗ ਜਾਏ, ਸਮਝੋ ਕਿਤੇ ਨਾ ਕਿਤੇ ਮਾਇਆ ਦੀ ਦੌੜ ਵਿੱਚ ਪਏ ਹੋਏ ਆ, ਅਸੀਂ ਵਾਪਸ ਮੁੜ ਆਈਏ। ਉਦੋਂ ਆਪਣੇ ਆਪ ਨੂੰ ਚੈੱਕ ਕਰਨਾ ਹੁੰਦਾ ਹੈ। ਬੜੀ ਬੁੱਧੀ ਸਾਨੂੰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੋਈ ਹੈ। ਜਦੋਂ ਸਮਝਾਂਗੇ ਤਾਂ ਸਾਨੂੰ ਇਸ ਚੀਜ਼ ਵਿਚਲਾ ਫਰਕ, ਜਿਹੜਾ ਮਾਇਆ ਦੀ ਲੋੜ ਤੇ ਦੌੜ ਵਿਚਲਾ ਫਰਕ ਵੀ ਸਾਨੂੰ ਕਲੀਅਰ ਹੋ ਜਾਏਗਾ। ਇੱਕ ਆਮ ਸੋਚਣ ਢੰਗ ਹੋਰ ਹੈ, ਅਗਲੀ ਜੁਗਤ ਦੇਖੀਏ ਕਿ ਅਸੀਂ ਕਦੇ ਵੀ ਬੈਠੇ ਹੋਈਏ, ਇਕੱਲੇ ਬੈਠੇ ਹੋਈਏ ਜਾਂ ਇਕੱਠੇ ਬੈਠੇ ਹੋਈਏ, ਤਾਂ ਸਾਡੇ ਦਿਮਾਗ 'ਚ ਇੱਕ ਚੀਜ਼ ਵਾਰ-ਵਾਰ ਆਉਂਦੀ ਹੈ। ਉਹ ਕਿਹੜੀ ਹੈ? ਕਿ ਜੋ ਸਾਡੀ ਜ਼ਿੰਦਗੀ 'ਚ ਕਮੀਆਂ ਹੈ। ਹਰ ਬੰਦੇ ਦੀ ਜ਼ਿੰਦਗੀ 'ਚ ਕਮੀ ਹੈ। ਦੁਨੀਆ 'ਚ ਕੋਈ ਬੰਦਾ ਐਸਾ ਨਹੀਂ ਹੈ ਜਿਹਦੀ ਜ਼ਿੰਦਗੀ 'ਚ ਕਮੀਆਂ ਨਾ ਹੋਣ। ਕਿਸੇ ਦੀ ਜ਼ਿੰਦਗੀ 'ਚ ਕੋਈ ਕਮੀ ਹੁੰਦੀ ਹੈ, ਕਿਸੇ ਦੀ ਜ਼ਿੰਦਗੀ 'ਚ ਕੋਈ ਕਮੀ। ਕੋਈ ਔਲਾਦ ਪੱਖੋਂ ਦੁਖੀ ਹੈ, ਕੋਈ ਪਰਿਵਾਰ ਪੱਖੋਂ ਦੁਖੀ ਹੈ, ਕੋਈ ਪੈਸਿਆਂ ਪੱਖੋਂ ਦੁਖੀ ਹੈ, ਕੋਈ ਹੋਰ ਕਿਸੇ ਚੀਜ਼ ਪੱਖੋਂ ਦੁਖੀ ਹੈ। ਹਰ ਬੰਦੇ ਦੀ ਜੀਵਨ 'ਚ ਕੋਈ ਨਾ ਕੋਈ ਕਮੀ ਹੈ। ਇੱਕ ਪੁਰਾਣਾ ਸੌਂਗ ਆਉਂਦਾ ਹੁੰਦਾ ਸੀ ਕਿ ਕभी किसी को मुकम्मल जहां नहीं मिलता, किसी को जमीन और किसी को आसमान नहीं मिलता। कमी ਤਾਂ ਸਾਰਿਆਂ ਦੀ ਜ਼ਿੰਦਗੀ 'ਚ ਹੀ ਹੈ। ਤੇ ਜਦੋਂ ਅਸੀਂ ਸੋਚਦੇ ਹਾਂ, ਆਮ ਕਰਕੇ ਇਕੱਲੇ ਬੈਠੇ ਹਾਂ, ਤਾਂ ਸਾਡੇ ਸੋਚਣ ਦਾ ਬਹੁਤਾ ਜਿਹੜਾ ਵਿਸ਼ਾ ਹੁੰਦਾ, ਸਬਜੈਕਟ ਹੁੰਦਾ, ਉਹ ਇਹ ਹੁੰਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਆਹ ਚੀਜ਼ਾਂ ਹੈ ਨਹੀਂ, ਰੱਬਾ ਇਹ ਚੀਜ਼ਾਂ ਮੈਨੂੰ ਕਿਉਂ ਨਹੀਂ ਦਿੱਤੀਆਂ। ਅਸੀਂ ਝੂਰਦੇ ਹਾਂ ਉਹਨਾਂ ਚੀਜ਼ਾਂ ਤੇ। ਇਹ ਸਾਡੀ ਆਮ ਜੀਵਨ ਜੁਗਤ ਹੈ, ਇਹ ਸਾਡਾ ਆਮ ਸੋਚਣ ਢੰਗ ਹੈ। ਤੇ ਇਸ ਸੋਚਣ ਢੰਗ ਦੇ ਵਿੱਚੋਂ, ਇਸ ਲਾਈਫ ਸਟਾਈਲ ਦੇ ਵਿੱਚੋਂ ਕੀ ਪੈਦਾ ਹੁੰਦਾ ਹੈ? ਸਟ੍ਰੈਸ ਪੈਦਾ ਹੁੰਦਾ ਹੈ। ਕਿਉਂਕਿ ਜਦੋਂ ਮੈਨੂੰ ਲੱਗਦਾ ਯਾਰ ਆਹ ਵੀ ਨਹੀਂ ਦਿੱਤਾ, ਰੱਬ ਨੂੰ ਆਹ ਵੀ ਦੇ ਦਿੰਦਾ, ਪਤਾ ਨਹੀਂ ਮੇਰੇ ਕੋਲ ਕੀ ਹੋ ਗਿਆ, ਮੇਰੀ ਜ਼ਿੰਦਗੀ 'ਚ ਆਹ ਚੀਜ਼ ਕਿਉਂ ਨਹੀਂ ਦਿੱਤੀ, ਮੇਰੀ ਜ਼ਿੰਦਗੀ 'ਚ ਆਹ ਕਮੀ ਕਿਉਂ ਰੱਖੀ। ਹਰ ਬੰਦਾ ਇਹ ਕਰ ਰਿਹਾ ਹੈ। ਇਸ ਜੀਵਨ ਢੰਗ ਕਰਕੇ ਸਟ੍ਰੈਸ ਪੈਦਾ ਹੋ ਰਿਹਾ ਹੈ। ਅਸੀਂ ਤੇ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਆ। ਗੁਰੂ ਅਰਜਨ ਪਾਤਸ਼ਾਹ ਸਾਨੂੰ 24 ਅਸ਼ਟਪਦੀਆਂ 'ਚ ਅਸਲ ਦੇ ਵਿੱਚ ਤਾਂ ਉਹ 24 ਜੁਗਤਾਂ ਸਮਝਾ ਕੇ ਗਏ ਨੇ ਸੁਖੀ ਰਹਿਣ ਦੀਆਂ, ਸਟ੍ਰੈਸ ਫ੍ਰੀ ਲਾਈਫ ਜਿਉਣ ਦੀਆਂ 24 ਜੁਗਤਾਂ ਸਮਝਾ ਕੇ ਗਏ ਨੇ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਸੁਖਮਨੀ ਸਾਹਿਬ ਦੀ ਬਾਣੀ 'ਚ ਬਖਸ਼ਿਸ਼ ਕਰਦੇ ਹੈ, ਕਹਿੰਦੇ ਨਹੀਂ 10 ਵਸਤ ਲੈ ਪਾਛੇ ਪਾਵੇ, ਇੱਕ ਕਾਰਨ ਵਿਖੋਟ ਗਵਾਵੇ, ਇੱਕ ਕਰਕੇ ਤੂੰ ਉਲਾਂਭੇ ਦੇ ਰਹੇ, ਇੱਕ ਵੀ ਨਾ ਦੇ 10 ਵੀ ਹਿਰ ਲੈ। ਇੱਕ ਵੀ ਨਹੀਂ ਤੈਨੂੰ ਮਿਲਣੀ ਇਹ, ਤੇ ਉਹ 10 ਵੀ ਤੇਰੇ ਕੋਲੋਂ ਚਲੀਆਂ ਜਾਣਗੇ, ਫਿਰ ਤੂੰ ਮੂਰਖਾ ਕੀ ਕਰ ਲੇਗਾ। ਮੈਂ ਇੱਕ ਜੀਵਨ ਜੁਗਤ ਦਿੰਦਾ ਇੱਥੇ, ਜੋ ਜੁਗਤ ਗੁਰੂ ਅਰਜਨ ਦੇਵ ਪਾਤਸ਼ਾਹ ਸਮਝਾ ਕੇ ਗਏ, ਉਹਨੂੰ ਸੌਖੇ ਸ਼ਬਦਾਂ ਸਮਝਾਉਣ ਦੀ ਕੋਸ਼ਿਸ਼ ਕਰਦਾ। ਇੱਕ ਤੁਸੀਂ ਐਕਸਰਸਾਈਜ਼ ਕਰਨੀ ਹੈ, ਘਰ ਜਾ ਕੇ ਕਰ ਲਿਓ ਕਿ ਇੱਕ ਪੇਜ ਲਿਓ, ਇੱਕ ਪੇਜ ਦੇ ਵਿਚਾਲੇ ਲਾਈਨ ਮਾਰ ਕੇ ਇੱਕ ਪਾਸੇ ਅਸੀਂ ਲਿਖ ਲਈਏ ਉੱਪਰ ਕਿ ਆਹ ਚੀਜ਼ਾਂ, ਉਹ ਚੀਜ਼ਾਂ ਜਿਹੜੀਆਂ ਮੈਨੂੰ ਜੀਵਨ ਦੇ ਵਿੱਚ ਨਹੀਂ ਮਿਲੀਆਂ। ਲਿਖ ਲਓ 1 2 ਕਰਕੇ 1 2 3 4 ਕਰਕੇ ਲਿਖ ਲਓ ਕਿ ਮੈਨੂੰ ਆਹ ਨਹੀਂ ਮਿਲਿਆ, ਮੈਨੂੰ ਆਹ ਨਹੀਂ ਮਿਲਿਆ, ਮੈਨੂੰ ਆਹ ਨਹੀਂ ਮਿਲਿਆ, ਮੈਨੂੰ ਆਹ ਨਹੀਂ ਮਿਲਿਆ। ਤੁਸੀਂ ਐਕਸਰਸਾਈਜ਼ ਕਰਕੇ ਦੇਖਿਓ ਕਿ ਜਦੋਂ ਤੁਸੀਂ ਪਹਿਲੀ ਗੱਲ ਲਿਖੋਗੇ, ਦੂਜੀ ਲਿਖ ਦੋਗੇ, ਤੀਜੀ ਵਾਰ ਥੋੜਾ ਸੋਚ ਕੇ ਲਿਖੋਗੇ ਵੀ ਕਿਹੜੀ ਕਮੀ ਮੇਰੀ ਜ਼ਿੰਦਗੀ 'ਚ, ਚੌਥੀ ਵਾਰ ਹੋਰ ਸੋਚਣਾ ਪੈਣਾ, ਤੇ 6ਵੀਂ 7ਵੀਂ ਤੇ ਜਾ ਕੇ ਫਿਰ ਕਲਮ ਜਵਾਬ ਦੇ ਜੂਗੇ। 5-6 ਚੀਜ਼ਾਂ ਹੋਣਗੀਆਂ ਜ਼ਿੰਦਗੀ ਜਿਹੜੀਆਂ ਸਾਨੂੰ ਲੱਗਦਾ ਕਿ ਮੇਰੀ ਜ਼ਿੰਦਗੀ 'ਚ ਆਹ ਕਮੀ ਹੈ। ਕਰਕੇ ਦੇਖ ਲਓ ਐਕਸਰਸਾਈਜ਼ ਇਹ। ਹੁਣ ਦੂਜੇ ਪਾਸੇ ਉਸ ਲਾਈਨ ਦੇ ਇੱਕ ਚੀਜ਼ ਲਿਖਿਓ ਕਿ ਉਹ ਚੀਜ਼ਾਂ ਜਿਹੜੀਆਂ ਜ਼ਿੰਦਗੀ 'ਚ ਮੈਨੂੰ ਮਿਲੀਆਂ। ਲਓ ਜੀ, ਹੁਣ ਉਹ ਲਿਖਣੀਆਂ ਸ਼ੁਰੂ ਕਰਿਓ ਜਿਹੜੀਆਂ ਚੀਜ਼ਾਂ ਜ਼ਿੰਦਗੀ 'ਚ ਮੈਨੂੰ ਮਿਲੀਆਂ ਨੇ। ਉਹ ਚੀਜ਼ਾਂ ਲਿਖੋਗੇ ਤਾਂ ਤੁਹਾਡੇ ਕਲਮ ਦੀ ਸ਼ਾਹੀ ਮੁੱਕ ਜਾਣੀ ਹੈ, ਪਰ ਉਹ ਚੀਜ਼ਾਂ ਮੁੱਕਣੀਆਂ ਨਹੀਂ ਜੋ ਸਾਡੇ ਤੇ ਬਖਸ਼ਿਸ਼ ਹੋਈ ਹੈ, ਜੋ ਸਾਨੂੰ ਮਿਲੀਆਂ, ਦੂਜਿਆਂ ਲੋਕਾਂ ਨੂੰ ਨਹੀਂ ਮਿਲੀਆਂ। ਆਪਣੇ ਆਲੇ ਦੁਆਲੇ ਤੇ ਨਜ਼ਰ ਮਾਰ ਕੇ ਦੇਖ ਲਿਓ, ਤੇ ਜੋ ਨਹੀਂ ਮਿਲਿਆ ਉਹ 2 4 5 ਚੀਜ਼ਾਂ ਹੋਣਗੀਆਂ ਜੋ ਨਹੀਂ ਮਿਲਿਆ, ਜਿਨ੍ਹਾਂ ਪਿੱਛੇ ਅਸੀਂ ਆਪਣੀ ਜ਼ਿੰਦਗੀ ਨੂੰ ਨਰਕ ਵਰਗੀ ਬਣਾ ਲੈਂਦੇ ਹਾਂ। ਇਸ ਕਰਕੇ ਇਹ ਹੈ ਕਿ ਆਹ ਜੀਵਨ ਜੁਗਤ ਨੂੰ ਫੋਲੋ ਕਰੀਏ ਅਸੀਂ। ਕਾਊਂਟ ਫॉर द थिंग। ਜਦੋਂ ਵੀ ਕਿਤੇ ਬੈਠੋ ਇਹ ਨਾ ਦੇਖਿਆ ਕਰੋ ਮੇਰੀ ਜ਼ਿੰਦਗੀ 'ਚ ਕੀ ਕਮੀਆਂ ਨੇ, ਹਮੇਸ਼ਾ ਉਹ ਚੀਜ਼ਾਂ ਗਿਣਿਆ ਕਰੋ ਜੋ ਚੀਜ਼ਾਂ ਸਾਡੀ ਜ਼ਿੰਦਗੀ 'ਚ ਹੈਗੀਆਂ। ਇਹਦੇ ਨਾਲ ਸਾਡੇ ਮਨ ਦੇ ਵਿੱਚ ਉਸ ਪਰਮਾਤਮਾ ਦੇ ਪ੍ਰਤੀ ਸ਼ੁਕਰਾਨੇ ਦਾ ਭਾਵ ਆਉਂਦਾ ਹੈ, ਨਹੀਂ ਤਾਂ ਉਲਾਂਭਿਆਂ ਵਾਲਾ ਭਾਵ ਹੈ। ਉਲਾਂਭਿਆਂ ਨਾਲ ਕੁਝ ਨਹੀਂ ਬਣਨਾ। ਫਿਰ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਵਾਲੀ ਸੁਖਮਨੀ ਸਾਹਿਬ ਦੀ ਉਹ ਅਸ਼ਟਪਦੀ ਸਾਡੇ ਤੇ ਆ ਜਾਣੀ ਹੈ ਕਿ ਉਹ ਇੱਕ ਵੀ ਨਹੀਂ ਮਿਲਣੀ ਤੈਨੂੰ ਜੇ ਉਲਾਂਭੇ ਦੇਂਗਾ ਤਾਂ।
ਤੈਨੂੰ ਜੋ ਦਿੱਤਾ ਹੈ, ਤੈਨੂੰ ਚਾਹੀਦਾ ਤੇ ਇਹ ਸੀ ਸ਼ੁਕਰਾਨਾ ਕਰਦਾ ਉਹਦਾ, ਪਰ ਤੈਨੂੰ 10 ਚੀਜ਼ਾਂ ਦੇਤੀਆਂ, ਇੱਕ ਚੀਜ਼ ਦੀ ਕਮੀ, ਉਹਦੇ ਪਿੱਛੇ ਤੂੰ ਉਲਾਂਭੇ ਦੇ ਰਹੇ। ਉਹ ਵੀ ਪ੍ਰਮਾਤਮਾ ਜਾਣਦਾ ਕਿ ਸਾਨੂੰ ਕਿਉਂ ਨਹੀਂ ਦਿੱਤੀ। ਹੋ ਸਕਦਾ ਅਸੀਂ ਉਹਦੇ ਕਾਬਲ, ਹੋ ਸਕਦਾ ਕਿਸੇ ਕਾਬਲ ਨਹੀਂ ਹੋਵਾਂਗੇ ਤਾਂ ਹੀ ਨਹੀਂ ਮਿਲੀ ਉਹ ਚੀਜ਼, ਜਾਂ ਮੈਂ ਗਲਤ ਚੀਜ਼ ਦੀ ਮੰਗ ਕਰ ਰਿਹਾ। ਛੋਟਾ ਬੱਚਾ ਵੀ ਕਈ ਵਾਰੀ ਗਲਤ ਚੀਜ਼ਾਂ ਦੀ ਮੰਗ ਕਰਦਾ ਨਾ ਮਾਂ ਪਿਓ ਕੋਲੋਂ, ਮੈਨੂੰ ਆਹ ਚੀਜ਼ ਲੈ ਕੇ ਦਿਓ, ਮੈਨੂੰ ਆਹ ਚੀਜ਼ ਲੈ ਕੇ ਦਿਓ, ਪਰ ਉਹ ਚੀਜ਼ ਉਹਦੇ ਲਈ ਚੰਗੀ ਨਹੀਂ ਹੁੰਦੀ। ਮਾਂ ਪਿਓ ਨੂੰ ਪਤਾ ਹੁੰਦਾ ਹੈ। ਤੇ ਜਦੋਂ ਅਸੀਂ ਕਹਿੰਦੇ ਤੂੰ ਮੇਰਾ ਪਿਤਾ, ਤੂੰ ਹੈ ਮੇਰੀ ਮਾਤਾ, ਪਰਮਾਤਮਾ ਨੂੰ ਕਹਿੰਦੇ, ਪਰ ਮਨ ਕਰਕੇ ਮੰਨੀਏ ਵੀ ਨਾ ਵੀ ਜੇ ਜੋ ਚੀਜ਼ ਨਹੀਂ ਮਿਲੀ ਤਾਂ ਉਸ ਪਿਓ ਨੂੰ ਪਤਾ ਹੈ ਵੀ ਤੈਨੂੰ ਆਹ ਚੀਜ਼ ਨਹੀਂ ਤੇਰੇ ਲਈ ਚੰਗੀ ਸੀ, ਬਸ ਤੈਨੂੰ ਆਈ ਰੱਖਣਾ ਸੀ। ਉਹ ਮਾਂ ਪਿਓ ਨੂੰ ਪਤਾ ਹੈ ਉਸ ਚੀਜ਼ ਦਾ। ਹਮੇਸ਼ਾ ਜ਼ਿੰਦਗੀ 'ਚ ਆਹ ਚੀਜ਼ ਜ਼ਰੂਰ ਕਰੀਏ ਕਿ ਕਾਊਂਟ ਫॉर द थिंग्स ਯੂ ਹੈਵ। ਤੁਸੀਂ ਦੇਖੋਗੇ ਕਿ ਸਟ੍ਰੈਸ ਤਾਂ ਛੂ ਮੰਤਰ ਹੋ ਜਾਣਾ ਜ਼ਿੰਦਗੀ ਦੇ ਵਿੱਚ, ਸਟ੍ਰੈਸ ਆਏਗਾ ਹੀ ਨਹੀਂ। ਹਮੇਸ਼ਾ ਸ਼ੁਕਰਾਨੇ ਭਾਵ ਵਿੱਚ ਰਹਾਂਗੇ ਕਿ ਜੋ ਤੂੰ ਦਿੱਤਾ ਹੈ ਬਸ ਠੀਕ, ਓਕੇ ਮੇਰੇ ਲਈ, ਤੁਮ ਕਰੋ ਭਲਾ ਹਮ ਭਲੋ ਨਾ ਜਾਣੋ, ਤੂੰ ਸਦਾ ਸਦਾ ਦਇਆਲ ਹੈ, ਤੂੰ ਸਦਾ ਹੀ ਦਿਆਲ ਹੈ। ਇਹ ਤੁਕ ਤੇ ਮੈਂ ਕਹਿੰਦਾ ਅਸੀਂ ਲਿਖ ਕੇ ਲਾਈਏ, ਜਿੱਥੇ ਸੌਂਦੇ ਆ ਨਾ ਕਮਰੇ 'ਚ, ਵੱਡਾ ਕਰਕੇ ਲਿਖ ਕੇ ਲਾਈਏ ਕਿ ਪ੍ਰਮਾਤਮਾ ਤੂੰ ਭਲਾ ਕਰਦਾ, ਸਾਨੂੰ ਭਲਾ ਪਤਾ ਨਹੀਂ। ਦੱਸ ਦਿੱਤਾ ਗੁਰੂ ਸਾਹਿਬ ਨੇ ਵੀ ਤੈਨੂੰ ਭਲਾ ਪਤਾ ਨਹੀਂ ਹੈ, ਤੁਮ ਕਰੋ ਭਲਾ ਹਮ ਭਲੋ ਨਾ ਜਾਣੋ, ਤੂੰ ਸਦਾ ਸਦਾ ਦਇਆਲਾ। ਪਰਮਾਤਮਾ ਹਮੇਸ਼ਾ ਹੀ ਦਿਆਲ ਹੈ, ਜੋ ਦੇ ਰਿਹਾ ਉਹਦੇ ਪ੍ਰਤੀ ਸ਼ੁਕਰਾਨਾ ਭਾਵ ਦੇ ਵਿੱਚ ਹਮੇਸ਼ਾ ਅਸੀਂ ਰਹਿਣਾ ਜੀ। ਕੁਝ ਚੀਜ਼ਾਂ ਮੈਂ ਛੱਡ ਕੇ ਵੀ ਅੱਗੇ ਚੱਲਾਂਗਾ, ਤੇ ਸਮਾਂ ਆਪਣੇ ਕੋਲ ਉਹਨਾਂ ਕੀ ਹੋਏਗਾ। ਤਾਂ ਇੱਕ ਹੋਰ ਚੀਜ਼ ਸਮਝੀਏ, ਆਮ ਕਰਕੇ ਬੰਦਾ ਕੀ ਕਰਦਾ ਹੈ, ਦੋ ਚੀਜ਼ਾਂ ਹੁੰਦੀਆਂ, ਕਾਜ਼ ਐਂਡ ਇਫੈਕਟ ਕਹਿੰਦੇ ਨੇ। ਇੱਕ ਰੂਲਸ ਵੀ ਚੱਲਦੇ ਨੇ, ਕਾਜ਼ ਐਂਡ ਇਫੈਕਟ। ਕਾਜ਼ ਹੁੰਦਾ ਕਾਰਨ, ਇਫੈਕਟ ਹੁੰਦਾ ਨਤੀਜਾ। ਹਰ ਨਤੀਜੇ ਦਾ ਕੋਈ ਨਾ ਕੋਈ ਕਾਰਨ ਹੈ। ਆਪਾਂ ਸਾਰੇ ਪੜ੍ਹਦੇ ਲਾ ਆਫ ਕਾਜ਼ ਐਂਡ ਇਫੈਕਟ ਚੱਲਦੇ ਨੇ ਕਿ ਕੋਈ ਵੀ ਨਤੀਜਾ ਆ ਰਿਹਾ ਹੈ ਉਹਦਾ ਕੋਈ ਨਾ ਕੋਈ ਕਾਰਨ ਹੈ। ਜੇ ਅੱਜ ਅਸੀਂ ਕਣਕ ਵੱਢ ਕੇ ਹਟੇ ਹੁਣ 2 ਮਹੀਨੇ ਪਹਿਲਾਂ, ਇਹਦਾ ਮਤਲਬ ਕੀ ਹੈ ਕਿ ਅਸੀਂ ਅਕਤੂਬਰ ਨਵੰਬਰ 'ਚ ਕਣਕ ਬੀਜੀ ਸੀ। ਉਹਦਾ ਕਾਜ਼ ਕੀ ਸੀ ਕਿ ਕਣਕ ਬੀਜੀ ਸੀ ਤਾਂ ਵੱਢੀ ਅਸੀਂ। ਹੁਣ ਅਸੀਂ ਝੋਨਾ ਬੀਜਿਆ, ਪੈਡੀ ਬੀਜੀ ਹੈ, ਤੇ ਅੱਗੇ ਜਾ ਕੇ ਅਸੀਂ ਇਹਨੂੰ ਸਤੰਬਰ ਅਕਤੂਬਰ ਦੇ ਵਿੱਚ ਇਹਦੀ ਹਾਰਵੈਸਟਿੰਗ ਕਰਾਂਗੇ, ਕਿਉਂਕਿ ਅੱਜ ਬੀਜੀ ਹੈ। ਉਦੋਂ ਵੱਢਣਾ ਉਹ ਨਤੀਜਾ ਹੈ, ਜੋ ਅੱਜ ਬੀਜ ਰਹੇ ਹੈ ਉਹ ਕਾਰਨ ਹੈ। ਅੱਜ ਬੰਦੇ ਦੀ ਪ੍ਰੋਬਲਮ ਕੀ ਹੈ, ਜੋ ਗੁਰੂ ਸਾਹਿਬ ਨੇ ਗੁਰਬਾਣੀ 'ਚ ਲਿਖਿਆ ਨਾ ਕਿ ਜਿਹਾ ਬੀਜੈ ਸੋ ਲੁਣੈ। ਇਹ ਨਿਯਮ ਹੈ, ਕੁਦਰਤ ਦਾ ਨਿਯਮ ਹੈ, ਲਾ ਆਫ ਨੇਚਰ ਹੈ। ਲਾ ਆਫ ਨੇਚਰ ਨੂੰ ਦੁਨੀਆ ਦੀ ਕੋਈ ਤਾਕਤ ਬਦਲ ਨਹੀਂ ਸਕਦੀ। ਬੰਦੇ ਦੇ ਬਣਾਏ ਨਿਯਮ ਤੇ ਬਦਲੇ ਜਾ ਸਕਦੇ ਆ, ਉਹ ਤੇ ਅੱਜ ਕਾਨੂੰਨ ਕੋਈ ਹੋਰ ਹੈ, ਕੱਲ ਨੂੰ ਕੋਈ ਹੋਰ ਹੋ ਜਾਣਾ, ਪਰਸੋਂ ਕੋਈ ਹੋਰ ਹੋ ਜਾਣਾ, ਉਹ ਕਾਨੂੰਨ ਬਦਲੇ ਜਾ ਸਕਦੇ, ਬਟ ਲਾ ਆਫ ਨੇਚਰ ਨਹੀਂ ਬਦਲ ਸਕਦੇ। ਅਸੀਂ ਉਹਨੂੰ ਫਾਲੋ ਕਰਨਾ ਹੀ ਪੈਂਦਾ ਹੈ। ਜਿਹਾ ਬੀਜੇ ਸੋ ਲੁਣੇ ਦਾ ਕਾਨੂੰਨ ਤੇ ਸਾਨੂੰ ਫਾਲੋ ਕਰਨਾ ਹੀ ਪੈਣਾ, ਮੰਨਣਾ ਹੀ ਪੈਣਾ ਹੈ। ਨਾ ਮੰਨਾਂਗੇ ਕਾਨੂੰਨ ਨੇ ਤਾਂ ਆਪਣਾ ਕੰਮ ਕਰਨਾ ਹੀ ਕਰਨਾ ਹੈ। ਮੇਰਾ ਮਤਲਬ ਕੀ ਕਹਿਣ ਦਾ ਇੱਥੇ ਕਿ ਅੱਜ ਬੰਦਾ ਜ਼ਿੰਦਗੀ ਕਿਵੇਂ ਜਿਉਂਦਾ ਹੈ, ਉਹ ਕਹਿੰਦਾ ਵੀ ਨਤੀਜੇ ਬਦਲਦੇ ਆ, ਕਾਰਨਾਂ ਵਾਲੇ ਪਾਸੇ ਧਿਆਨ ਨਹੀਂ ਦੇ ਰਿਹਾ। ਸੌਖੇ ਤਰੀਕੇ ਨਾਲ ਸਮਝੀਏ, ਅੱਜ ਕਿਸੇ ਬੰਦੇ ਦੇ ਜੀਵਨ 'ਚ ਦੁੱਖ ਹੈ, ਇਹ ਨਤੀਜਾ ਹੈ ਕਿਸੇ ਚੀਜ਼ ਦਾ ਜੋ ਉਹਨੇ ਪਹਿਲਾਂ ਬੀਜਿਆ ਸੀ। ਜਿਹਾ ਬੀਜਿਆ, ਅੱਜ ਜੇ ਦੁੱਖ ਨਿਕਲ ਰਿਹਾ ਤਾਂ ਮਤਲਬ ਕੁਝ ਗਲਤ ਬੀਜਿਆ ਸੀ ਉਹਨੇ ਪਹਿਲਾਂ, ਤਾਂ ਦੁੱਖ ਆ ਰਹੇ ਨੇ। ਇਹ ਗੁਰੂ ਸਾਹਿਬ ਕਹਿੰਦੇ ਨੇ, ਤੇ ਇਹ ਧੁਰਕੀ ਬਾਣੀ ਹੈ, ਇਹ ਧੁਰਕੀ ਬਾਣੀ ਹੈ, ਗਲਤ ਨਹੀਂ ਹੈ। ਜੋ ਬੀਜਿਆ ਸੀ ਦੁੱਖ ਤਾਂ ਹੀ ਆ ਰਹੇ ਨੇ। ਅੱਜ ਜੇ ਸਟ੍ਰੈਸ ਦੇ ਵਿੱਚ ਆ ਤਾਂ ਪਿੱਛੇ ਸਟ੍ਰੈਸ ਬੀਜ ਕੇ ਆਏ ਤਾਂ ਸਟ੍ਰੈਸ ਵੱਢ ਰਹੇ ਹਾਂ ਅੱਜ ਅਸੀਂ। ਹੁਣ ਬੰਦਾ ਕੀ ਚਾਹੁੰਦਾ, ਅੱਜ ਬੰਦਾ ਚਾਹੁੰਦਾ ਮੇਰੀ ਜ਼ਿੰਦਗੀ 'ਚ ਦੁੱਖ ਨਾ ਆਉਣ, ਸੁੱਖ ਆ ਜਾਣ ਸਾਰੇ। ਇਹੀ ਚਾਹੁੰਦਾ ਬੰਦਾ, ਮੇਰੀ ਜ਼ਿੰਦਗੀ ਸਟ੍ਰੈਸ ਨਾ ਰਹੇ, ਖੁਸ਼ੀਆਂ ਖੁਸ਼ੀਆਂ ਆਉਣ ਸਾਰੀਆਂ। ਨਤੀਜੇ ਬਦਲਣਾ ਚਾਹੁੰਦਾ ਹੈ, ਪਰ ਕਾਰਨ ਉਵੇਂ ਦੇ ਉਵੇਂ। ਅਸੀਂ ਆਪਣੇ ਜੀਵਨ ਢੰਗ ਨਹੀਂ ਬਦਲਣਾ ਚਾਹੁੰਦੇ। ਨਤੀਜਾ ਕਿਵੇਂ ਬਦਲੇਗਾ ਜੀ? ਸੁੱਖ ਦੁੱਖ ਤੋਂ ਬਦਲ ਕੇ ਸੁੱਖ ਕਿਵੇਂ ਆਉਣਗੇ? ਜੇ ਮੈਂ ਆਪਣੇ ਜੀਵਨ ਦਾ ਢੰਗ ਬਦਲ ਲਾਂਗਾ। ਪਹਿਲਾਂ ਮੈਂ ਕੁਝ ਹੋਰ ਤਰੀਕੇ ਨਾਲ ਜ਼ਿੰਦਗੀ ਜਿਉਂਦਾ ਸੀ ਤਾਂ ਦੁੱਖ ਨਿਕਲ ਰਹੇ ਸੀ। ਜੇ ਹੁਣ ਸੁੱਖ ਚਾਹਣਾ ਹੈ ਤੇ ਫਿਰ ਜ਼ਿੰਦਗੀ ਜਿਉਣ ਦਾ ਢੰਗ ਬਦਲਣਾ, ਫੇਰ ਹੀ ਬਦਲੇਗਾ ਨਾ, ਐਵੇਂ ਤਾਂ ਨਹੀਂ ਬਦਲਿਆ ਜਾਣਾ। ਜਪਜੀ ਸਾਹਿਬ 'ਚ 3 ਸ਼ਬਦ ਆਉਂਦੇ ਨੇ। ਇੱਕ ਸ਼ਬਦ ਹੈ ਹੁਕਮ। ਹੁਕਮ ਕੀ ਹੈ? ਕੁਦਰਤ ਦਾ ਕਾਨੂੰਨ ਹੈ। ਜਿਹਾ ਬੀਜਿਆ ਸੋ ਲੁਣਾ, ਇਹ ਹੁਕਮ ਹੈ। ਆਪਾਂ ਪੜ੍ਹਦੇ ਹਾਂ, ਹੁਕਮ ਸ਼ਬਦ ਪੜ੍ਹਦੇ ਹਾਂ ਜਪਜੀ ਦੀ ਬਾਣੀ 'ਚ। ਇੱਕ ਸ਼ਬਦ ਆਉਂਦਾ ਹੁਕਮੀ। ਹੁਕਮੀ ਕੌਣ ਹੈ? ਹੁਕਮ ਦੇਣ ਵਾਲਾ, ਉਹ ਪ੍ਰਮਾਤਮਾ ਹੈ। ਤੀਜਾ ਇੱਕ ਹੋਰ ਹੈ ਬੰਦਾ ਜਿਹਦਾ ਜ਼ਿਕਰ ਆਉਂਦਾ ਹੈ ਜਪਜੀ 'ਚ, ਉਹ ਕਿਹਦਾ ਹੈ? ਜਿੱਥੇ ਹੁਕਮ ਮੰਨਣ ਵਾਲੇ ਦਾ, ਮੰਨੇ ਕੀ ਗੱਤ ਦੀ ਗੱਲ ਆਉਂਦੀ ਜਿੱਥੇ, ਇੱਕ ਤੀਜਾ ਹੁਕਮ ਮੰਨਣ ਵਾਲਾ ਹੈ। ਫਿਰ ਸਮਝੀਏ, ਇੱਕ ਹੁਕਮ ਹੈ, ਇਹ ਲਾ ਆਫ ਨੇਚਰ ਹੈ, ਪ੍ਰਮਾਤਮਾ ਨੇ ਦਿੱਤਾ ਸਾਨੂੰ, ਹੁਕਮੀ ਨੇ ਦਿੱਤਾ ਹੈ। ਇੱਕ ਗੱਲ ਸਮਝ ਲਈਏ, ਨਾ ਤੇ ਹੁਕਮ ਬਦਲਣਾ, ਹੁਕਮ ਨਹੀਂ ਬਦਲਣਾ ਜ਼ਿੰਦਗੀ 'ਚ ਕਦੇ ਵੀ। ਲੱਖ ਅਰਦਾਸਾਂ ਕਰੀ, ਅਸੀਂ ਅਰਦਾਸਾਂ ਕਰਦੇ ਵੀ ਰੱਬਾ ਤੂੰ ਆਪਣਾ ਹੁਕਮ ਬਦਲ ਲੈ, ਤੂੰ ਵੀ ਬਦਲ ਜਾ। ਹੁਕਮੀ ਨੂੰ ਵੀ ਕਹਿੰਦੇ ਤੂੰ ਬਦਲ ਜਾ, ਨਾਲ ਉਹਨੂੰ ਕਹਿੰਦਾ ਤੂੰ ਆਪਣਾ ਹੁਕਮ ਬਦਲ ਲੈ। ਮੈਂ ਆਪਣਾ ਜੀਵਨ ਢੰਗ ਨਾ ਬਦਲਾਂ, ਤੂੰ ਬਦਲ, ਆਪਣਾ ਹੁਕਮ ਬਦਲ। ਜਿੰਨੀਆਂ ਸਾਡੀਆਂ ਅਰਦਾਸਾਂ ਨੇ ਨਾ, ਬਹੁਤੀਆਂ ਕਰਕੇ ਅਰਦਾਸਾਂ ਹੁਕਮ ਨੂੰ ਬਦਲਣ ਲਈ ਹੁੰਦੀਆਂ ਕਿ ਤੂੰ ਹੁਕਮ ਬਦਲ ਲੈ, ਮੇਰੀ ਜ਼ਿੰਦਗੀ ਸੁੱਖ ਦੇ ਦੇ ਬਸ। ਪਰ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਜਪਜੀ ਦੀ ਬਾਣੀ 'ਚ ਕਹਿਤਾ ਕਿ ਸਟ੍ਰੈਸ ਜਾਂ ਸੁੱਖ ਏਦਾਂ ਦੂਰ ਨਹੀਂ ਹੋਣ ਤੇਰੀ ਜ਼ਿੰਦਗੀ ਦੇ ਵਿੱਚੋਂ, ਏਦਾਂ ਸੁੱਖ ਨਹੀਂ ਹੋਣੇ ਜ਼ਿੰਦਗੀ ਦੇ ਵਿੱਚ।
ਜਿੰਨੀ ਦੇਰ ਤੱਕ ਬਜਾਏ ਇਹਦੇ ਕਿ ਤੂੰ ਐਫਰਟਸ ਕਰੇ ਕਿ ਹੁਕਮ ਤੇ ਹੁਕਮ ਹੀ ਬਦਲੇ, ਇਹ ਨਹੀਂ ਬਦਲਣੀਆਂ, ਇਹ ਤਾਂ ਸਟੈਟਿਕ ਨੇ ਚੀਜ਼ਾਂ। ਜੇ ਕੋਈ ਚੀਜ਼ ਬਦਲ ਸਕਦੀ ਹੈ ਤਾਂ ਤੂੰ ਬਦਲ ਸਕਦਾ, ਹੁਕਮ ਮੰਨਣ ਵਾਲਾ ਬਦਲ ਸਕਦਾ ਹੈ। ਜਿੰਨੀ ਦੇਰ ਤੱਕ ਹੁਕਮ ਨੂੰ ਮੰਨਣ ਵਾਲਾ ਨਹੀਂ ਬਦਲੇਗਾ, ਉਨੀ ਦੇਰ ਤੱਕ ਜ਼ਿੰਦਗੀ 'ਚੋਂ ਸਟ੍ਰੈਸ ਖਤਮ ਨਹੀਂ ਹੋਣਾ। ਨਤੀਜੇ ਬਦਲਣ ਦੀ ਕੋਸ਼ਿਸ਼ ਨਾ ਕਰੀਏ। ਮੇਰੇ ਕਹਿਣ ਦਾ ਮਤਲਬ ਇਹਨਾਂ ਕੀ ਹੈ, ਅਸੀਂ ਕਾਰਨ ਬਦਲਣ ਦੀ ਕੋਸ਼ਿਸ਼ ਕਰਨੀ ਹੈ। ਜਦੋਂ ਕਾਰਨ ਬਦਲ ਦਿਆਂਗੇ, ਨਤੀਜੇ ਆਪਣੇ ਆਪ ਉਹ ਬਦਲ ਜਾਣਗੇ, ਫਿਰ ਗੱਲ ਬਣਨੀ ਹੈ। ਇਦੋਂ ਬਿਨਾਂ ਗੱਲ ਨਹੀਂ ਬਣਨੀ। ਦੇਖੋ ਨਾ, ਅਸੀਂ ਕਹਿੰਦੇ ਲੋੜ ਹੈ ਦਾਖ ਬਿਜੌਰੀਆਂ, ਕਿੱਕਰ ਬੀਜਿਆ ਜੱਟ। ਬੰਦਾ ਚਾਹੁੰਦਾ ਕੀ ਹੈ? ਦਾਖਾਂ। ਬੀਜਦਾ ਕੀ ਹੈ? ਕਿੱਕਰ। ਬਾਣੀ ਦੇ ਸ਼ਬਦ ਨੇ। ਕਹਿੰਦੇ ਆਈ ਨਹੀਂ ਹੋਣਾ, ਜੇ ਕਿੱਕਰ ਬੀਜੇਗਾ ਤਾਂ ਕੰਡੇ ਹੀ ਲੱਗਣੇ ਹੈ। ਜੇ ਦਾਖਾਂ ਚਾਹੀਦੀਆਂ, ਦਾਖਾਂ ਬੀਜ। ਬੀਜਿਆ ਬਿਖ, ਮੰਗਿਆ ਅੰਮ੍ਰਿਤ। ਤੂੰ ਮੰਗਦਾ ਤਾਂ ਅੰਮ੍ਰਿਤ ਹੈ, ਮੰਗਦਾ ਸੁੱਖ ਹੈ, ਪਰ ਬੀਜ ਕੀ ਰਿਹਾ? ਜ਼ਹਿਰ ਬੀਜ ਰਿਹਾ। ਇਹ ਨਹੀਂ ਹੋਣਾ। ਹੁਕਮ ਨਹੀਂ ਬਦਲਣਾ। ਜੋ ਬੀਜੇਗਾ, ਜ਼ਹਿਰ ਬੀਜੇਗਾ ਤਾਂ ਜ਼ਹਿਰ ਹੀ ਵੱਢੇਗਾ। ਜੇ ਅੱਜ ਸਾਡਾ ਜੀਵਨ ਸਾਨੂੰ ਜ਼ਹਿਰ ਵਰਗਾ ਲੱਗਦਾ ਨਾ, ਕੰਡਿਆਂ ਵਰਗਾ ਲੱਗਦਾ, ਤੇ ਇਹਦਾ ਮਤਲਬ ਕੰਡੇ ਬੀਜ ਕੇ ਆਏ ਆ ਪਿੱਛੇ। ਮੰਨ ਲਈਏ ਇਸ ਗੱਲ ਨੂੰ। ਤਾਂ ਹੀ ਬਾਣੀ 'ਚ ਲਿਖਿਆ, ਦੱਦਾ ਦੋਸ ਨਾ ਦਿਓ ਕਿਸੇ, ਦੋਸ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਵਰਜਨਾ। ਦੂਜਿਆਂ ਨੂੰ ਦੋਸ਼ ਨਾ ਦੇ। ਤੇਰੀ ਜ਼ਿੰਦਗੀ 'ਚ ਦੁੱਖ ਕਿਸੇ ਹੋਰ ਕਰਕੇ ਨਹੀਂ ਹੈ, ਤੇਰੀ ਜ਼ਿੰਦਗੀ ਦੀਆਂ ਪ੍ਰੋਬਲਮਸ ਕਿਸੇ ਹੋਰ ਕਰਕੇ ਨਹੀਂ ਹੈ। ਜੋ ਮੈਂ ਕੀਆ, ਤੂੰ ਸਮਝ, ਜੋ ਮੈਂ ਕੀਆ। ਬਸ ਜੇ ਬੰਦਾ ਇਹ ਗੱਲ ਸਮਝ ਲਵੇ, ਜੋ ਮੈਂ ਕੀਆ ਮੈਨੂੰ ਮਿਲ ਰਿਹਾ, ਫਿਰ ਬੰਦਾ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ। ਫਿਰ ਉਹ ਕਦੇ ਨਤੀਜੇ ਬਦਲਣ ਦੀ ਕੋਸ਼ਿਸ਼ ਨਹੀਂ ਕਰਨੀ ਹੋਣੀ, ਫਿਰ ਉਹ ਕਾਰਨ ਬਦਲਣ ਦੀ ਕੋਸ਼ਿਸ਼ ਕਰੂਗਾ ਵੀ ਨਹੀਂ, ਮੈਂ, ਮੇਰੀ ਜ਼ਿੰਦਗੀ ਜਿਉਣ ਦਾ ਤਰੀਕਾ ਗਲਤ ਹੈ, ਮੈਂ ਬਦਲਣਾ। ਨਹੀਂ ਤਾਂ ਬੰਦਾ ਸਾਰੀ ਜ਼ਿੰਦਗੀ ਦੂਜਿਆਂ ਨੂੰ ਬਦਲਦਾ ਰਹਿੰਦਾ। ਘਰ ਵਾਲਾ ਘਰ ਵਾਲੀ ਨੂੰ ਬਦਲੀ ਜਾਂਦਾ, ਘਰ ਵਾਲੀ ਕੋਸ਼ਿਸ਼ ਕਰਦੀ ਹੈ, ਘਰ ਵਾਲੇ ਨੂੰ ਬਦਲਦੇ ਆ। ਹਰ ਬੰਦਾ ਇੱਕ ਦੂਸਰੇ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਬਦਲ ਜੇ ਫਿਰ ਮੈਂ ਸੁਖੀ ਹੋ ਜੂ। ਇਹ ਕਦੇ ਵੀ ਨਹੀਂ ਹੋਣਾ। ਮੈਂ ਬਦਲ ਜੂੰਗਾ ਤੇ ਸਭ ਕੁਝ ਸੁਖੀ ਹੋ ਜਾਣਾ। ਇਸ ਕਰਕੇ ਆਪਦੇ ਬਦਲਣ ਵਾਲੇ ਪਾਸੇ ਨਤੀਜੇ ਨਾ ਬਦਲੀਏ, ਕਾਰਨ ਬਦਲਣ ਵਾਲੇ ਪਾਸੇ ਆਈਏ। ਇੱਕ ਚੀਜ਼ ਹੋਰ ਸਮਝੀਏ ਇਸ ਦੇ ਵਿੱਚ, ਇੱਕ ਜੁਗਤ ਕਹਿੰਦੇ ਐਡਵਰਸਿਟੀ ਬਿਲਡਸ ਐਂਡ ਰਿਵੀਲਸ ਕਰੈਕਟਰ। ਵੈਸੇ ਤੇ ਹਰ ਬੰਦਾ ਹੀ ਕਹਿੰਦਾ ਮੈਂ ਬਹੁਤ ਤਕੜਾ ਹੈ, ਮੈਂ ਬਹੁਤ ਹਿੰਮਤ ਵਾਲਾ ਹੈ, ਮੈਂ ਤਾਂ ਮੁਸੀਬਤਾਂ ਨਾਲ ਟੱਕਰਾਂ ਕਰਦਾ ਹੈ। ਪਰ ਉਹਦੀ ਪਰਖ ਕਦੋਂ ਹੁੰਦੀ ਹੈ? ਜਦੋਂ ਜ਼ਿੰਦਗੀ 'ਚ ਕਦੇ ਵਿਰੋਧੀ ਹਾਲਾਤ ਬਣ ਜਾਣ, ਉਦੋਂ ਬੰਦੇ ਦੀ ਤਾਕਤ ਦੀ ਪਹਿਚਾਣ ਹੁੰਦੀ ਹੈ ਵਿਰੋਧੀ ਹਾਲਾਤ ਦੇ ਵਿੱਚ। ਐਵੇਂ ਕੀ ਪਤਾ ਲੱਗਦਾ ਕਿਸੇ ਬੰਦੇ ਦਾ ਕੌਣ ਕਿੰਨਾ ਕੁ ਤਕੜਾ ਹੈ? ਦੇਖੋ ਨਾ, ਇੱਕ ਕੱਚ ਹੈ, ਸ਼ੀਸ਼ਾ ਕਹਿ ਦਿੰਦੇ, ਕੱਚ ਕਹਿ ਦਿੰਦੇ। ਤੁਸੀਂ ਕੱਚ ਦੇ ਉੱਪਰ ਲੋਹੇ ਦਾ ਹਥੌੜਾ ਮਾਰੋ ਜ਼ੋਰ ਨਾਲ, ਉਹ ਨਿੱਕੇ ਨਿੱਕੇ ਟੁਕੜਿਆਂ ਦੇ ਵਿੱਚ ਟੁੱਟ ਜਾਂਦਾ, ਨਿੱਕੇ ਨਿੱਕੇ ਟੁਕੜਿਆਂ 'ਚ। ਤੁਸੀਂ ਲੋਹੇ ਦਾ ਹਥੌੜਾ ਮਾਰੋ ਲੋਹੇ ਦੀ ਸ਼ੀਟ ਦੇ ਉੱਪਰ, ਇੱਕ ਪਾਸੇ ਕੱਚ ਦੀ ਸ਼ੀਟ ਪਈ ਹੈ, ਇੱਕ ਪਾਸੇ ਲੋਹੇ ਦੀ ਸ਼ੀਟ ਹੈ। ਲੋਹੇ ਦਾ ਹਥੌੜਾ ਕੱਚ ਦੇ ਉੱਪਰ ਮਾਰਿਆ ਤਾਂ ਟੁਕੜੇ ਟੁਕੜੇ ਹੋ ਜਾਣਾ ਉਹਨੇ। ਜੇ ਲੋਹੇ ਦਾ ਹਥੌੜਾ ਲੋਹੇ ਦੇ ਉੱਪਰ ਮਾਰਾਂਗੇ ਤਾਂ ਜਿਨ੍ਹਾਂ ਨੇ ਸਾਇੰਸ ਪੜ੍ਹੀ ਉਹਨਾਂ ਨੂੰ ਪਤਾ, ਉਹ ਅਲਾਈ ਬਣ ਜਾਂਦੀ ਹੈ, ਜ਼ਿਆਦਾ ਪਾਵਰਫੁਲ ਇੱਕ ਜਿਹੜੀ ਮੈਟਲ ਬਣ ਜਾਂਦੀ ਹੈ ਹੋਰ ਲੋਹੇ ਨੂੰ ਲੋਹੇ ਨਾਲ ਕੁੱਟਣ ਨਾਲ। ਇਹ ਅਸੀਂ ਚੈੱਕ ਕਰਨਾ ਆਪਣੇ ਆਪ ਨੂੰ ਕਿ ਅਸੀਂ ਕਿਸ ਚੀਜ਼ ਦੇ ਬਣੇ ਆ। ਅਸੀਂ ਕੱਚ ਦੇ ਬਣੇ ਹੋਏ ਆ, ਕੱਚੇ ਆ, ਕਿ ਅਸੀਂ ਲੋਹੇ ਦੇ ਬਣੇ ਹੋਏ? ਲੋਹੇ ਦੇ ਹੋਏ ਤਾਂ ਹੋਰ ਮਜ਼ਬੂਤ ਹੋ ਕੇ ਨਿਕਲਾਂਗੇ, ਤੇ ਜੇ ਕੱਚ ਦੇ ਹੋਏ ਤਾਂ ਟੁੱਟ ਜਾਾਂਗੇ। ਸੈਲਫ ਐਨਾਲਿਸਿਸ ਕਰਨਾ ਚਾਹੀਦਾ, ਅਸੀਂ ਕਿਸ ਚੀਜ਼ ਦੇ ਬਣੇ ਹੋਏ ਆ। ਦੇਖੋ, ਹੀਰਾ ਜਦੋਂ ਖਾਣਾ ਦੇ ਵਿੱਚੋਂ ਕੱਢਿਆ ਜਾਂਦਾ ਨਾ, ਇੱਕ ਪੱਥਰ ਵਰਗਾ ਹੁੰਦਾ ਹੈ, ਇੱਕ ਸਿੰਪਲ ਪੱਥਰ ਹੈ। ਉਹਨੂੰ ਲਿਆ ਕੇ ਕਾਰੀਗਰ ਰਗੜਦੇ ਆ, ਰਗੜਾਈ ਕਰਦੇ ਆ, ਤੇ ਕਹਿੰਦੇ ਜਿੱਥੇ ਹੀਰੇ ਦੀ ਰਗੜਾਈ ਕੀਤੀ ਜਾਂਦੀ ਨਾ ਪੱਥਰ ਦੀ, ਉਹਦੀ ਜਿਵੇਂ ਜਿਵੇਂ ਰਗੜੀ ਜਾਂਦੀ ਹੈ ਤਿਵੇਂ ਤਿਵੇਂ ਚਮਕ ਆਉਂਦੀ ਹੈ ਉਹਦੇ, ਜਿਵੇਂ ਜਿਵੇਂ ਰਗੜਦੇ ਆ ਉਹਨੂੰ। ਤੇ ਜਿੱਥੇ ਰਗੜਿਆ ਜਾਂਦਾ ਹੈ ਉੱਥੇ ਕਹਿੰਦੇ ਨੇ, ਕਹਿੰਦੇ ਬਹੁਤ ਜਿਵੇਂ ਚੀਕਾਂ ਵੱਜਦੀਆਂ ਹੁੰਦੀਆਂ ਉੱਚੀ ਉੱਚੀ, ਇਦਾਂ ਦੀਆਂ ਆਵਾਜ਼ਾਂ ਆਉਂਦੀਆਂ। ਮੈਂ ਕਹਿੰਦਾ ਹੁੰਦਾ ਕਿ ਦੇਖੋ, ਹੀਰੇ 'ਚ ਵੀ ਚਮਕ ਉਦੋਂ ਹੀਰੇ ਦੀਆਂ, ਉਸ ਪੱਥਰ ਦੀਆਂ, ਤੇ ਬੰਦੇ ਦੇ ਜੀਵਨ 'ਚ ਵੀ ਚਮਕ ਉਦੋਂ ਹੀ ਆਉਂਦੀ ਹੈ ਜਦੋਂ ਚੀਕਾਂ ਨਿਕਲਦੀਆਂ ਬੰਦੇ ਦੀਆਂ। ਦੁੱਖਾਂ ਮੁਸੀਬਤਾਂ ਤੋਂ ਮੇਰਾ ਮਤਲਬ ਇਹ ਕਹਿੰਦਾ ਕਿ ਦੁੱਖਾਂ ਮੁਸੀਬਤਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਜ਼ਿੰਦਗੀ 'ਚ ਬਹੁਤ ਸਾਰੇ ਹਾਲਾਤ ਬਣਦੇ ਨੇ, ਚੰਗੇ ਮਾੜੇ ਹਾਲਾਤ ਬਣਦੇ ਨੇ। ਜਦੋਂ ਬੰਦੇ ਦੀਆਂ ਚੀਕਾਂ ਨਿਕਲਦੀਆਂ ਨਾ, ਜੇ ਪੋਜ਼ਿਟਿਵ ਆ ਅਸੀਂ, ਫਿਰ ਬੰਦੇ 'ਚ ਚਮਕ ਆਉਂਦੀ ਹੈ, ਫਿਰ ਬੰਦੇ ਦੇ ਜੀਵਨ 'ਚ ਨਿਖਾਰ ਆਉਂਦਾ। ਐਵੇਂ ਨਹੀਂ ਆਉਂਦਾ। ਸੋਨਾ ਵੀ ਇੰਪਿਓਰ ਹੋਵੇ ਨਾ, ਗੋਲਡ, ਕਿਸੇ ਸੁਨਿਆਰੇ ਕੋਲ ਜਾ ਕੇ ਦੇਖਿਓ ਦੁਕਾਨ ਤੇ, ਇੰਪਿਓਰ ਸੋਨਾ ਭੁੜਕਦਾ ਅੱਗ ਦੇ ਉੱਪਰ ਰੱਖਦੇ ਹੋ। ਜਿਵੇਂ ਜਿਵੇਂ ਪਿਓਰ ਹੋਈ ਜਾਂਦਾ, ਮੈਲ ਸੜੀ ਜਾਂਦੀ ਹੈ, ਤਿਵੇਂ ਤਿਵੇਂ ਸੋਨਾ ਟਿਕਾ ਚ ਆਉਂਦਾ ਜਾਂਦਾ ਹੈ। ਬੰਦੇ ਦਾ ਜੀਵਨ ਵੀ ਇਸ ਤਰ੍ਹਾਂ ਹੀ ਹੈ, ਬੰਦਾ ਵੀ ਟਿਕਾ ਚ ਆਉਂਦਾ ਹੈ। ਕਿਸੇ ਬੰਦੇ ਨੇ ਇੱਕ ਬੜੀ ਵਧੀਆ ਗੱਲ ਕਹੀ ਜੀ, ਉਹ ਕਹਿੰਦਾ ਧੁੱਪ ਤੋਂ ਬਿਨਾਂ ਫਸਲ ਨਹੀਂ ਪੱਕਦੀ। ਧੁੱਪ ਚਾਹੀਦੀ ਹੈ ਫਸਲ ਲਈ, ਧੁੱਪ ਤੋਂ ਬਿਨਾਂ ਫਸਲ ਨਹੀਂ ਪੱਕਦੀ, ਦੁੱਖਾਂ ਤੋਂ ਬਿਨਾਂ ਬੰਦਾ ਵੀ ਨਹੀਂ ਪੱਕਦਾ। ਜੇ ਬੰਦੇ ਨੂੰ ਪਕਾਉਣਾ ਨਾ, ਤੇ ਉਹਦੇ ਲਈ ਦੁੱਖ ਚਾਹੀਦੇ ਹੈ, ਦੁੱਖ ਵੈਲਕਮ ਹੈ। ਇਸੇ ਕਰਕੇ ਗੁਰੂ ਪਾਤਸ਼ਾਹ ਨੇ ਵੀ ਸਾਨੂੰ ਬਾਣੀ ਚ ਇਹੀ ਕੁਝ ਕਰਨਾ ਸਿਖਾਇਆ। ਜਦੋਂ ਕਹਿੰਦੇ ਨੇ ਕਿ ਜਿਹੜੀਆਂ ਦੁੱਖ ਨੇ, ਭੁੱਖਾਂ ਨੇ, ਇਹ ਦਾਤਕਾਰ, ਇਹ ਪੀ ਦਾਤ ਤਰੀ ਦਾਤਾਰ, ਕਹਿੰਦੇ ਆ ਦੁੱਖ ਭੂਖ ਸਦ ਮਾਰ, ਇਹ ਪੀ ਦਾਤ ਤਰੀ ਦਾਤਾਰ। ਇੱਕ ਪੋਜ਼ਿਟਿਵ ਐਟੀਟਿਊਡ ਦੇ ਰਹੇ ਨੇ, ਔਰ ਇਹ ਰਿਐਲਿਟੀ ਹੈ। ਜਿੰਨੀ ਜ਼ਿਆਦਾ ਮੁਸੀਬਤਾਂ ਦੁੱਖ ਬੰਦੇ ਦੇ ਜੀਵਨ ਚ ਆਉਂਦੇ, ਉਹ ਬੰਦੇ ਨੂੰ ਤਕੜਾ ਬਣਾਉਣ ਲਈ ਆਉਂਦੇ ਹੈ। ਤਾਂ ਹੀ ਮੈਂ ਇੱਕ ਵਿਜ਼ਡਮ ਲਿਖੀ ਸੀ ਕਿ ਟਰਬਲਸ ਆਰ ਲਾਈਕ ਅ ਵਾਸ਼ਿੰਗ ਮਸ਼ੀਨ, ਦੇ ਟਰਨ
twist and knock us around, but in the end we come out brighter and better than before। ਜਿਵੇਂ ਕੱਪੜੇ ਨੌਕ ਹੁੰਦੇ ਆ ਨਾ ਮਸ਼ੀਨ 'ਚ, ਉਵੇਂ ਸਾਫ਼ ਹੋ ਕੇ ਨਿਕਲਦੇ। ਜਦੋਂ ਬੰਦਾ ਵੀ ਨੌਕ ਹੁੰਦਾ ਨਾ, ਰਗੜਿਆ ਜਾਂਦਾ ਪੂਰੀ ਤਰ੍ਹਾਂ, ਉਦੋਂ ਬੰਦਾ ਵੀ ਵਧੀਆ ਬਣ ਕੇ ਨਿਕਲਦਾ। ਸੜਕਾਂ ਪਲੇਨ ਹੋਣ, ਚੰਗੇ ਡਰਾਈਵਰ ਨਹੀਂ ਬਣਾ ਸਕਦੀਆਂ। ਸਮੁੰਦਰ ਸ਼ਾਂਤ ਹੋਵੇ ਤਾਂ ਸੇਲਰ ਚੰਗੇ ਨਹੀਂ ਬਣਦੇ। ਤੇ ਕਲੀਅਰ ਸਕਾਈ ਹੋਣ ਤਾਂ ਚੰਗੇ ਪਾਇਲਟ ਤਾਂ ਉਦੋਂ ਹੀ ਬਣਦੇ ਆ ਜਦੋਂ ਕੋਈ ਮੁਸੀਬਤ ਆਵੇ ਉੱਪਰ। ਮੌਸਮ ਖਰਾਬ ਹੋਵੇ ਫਿਰ ਪਾਇਲਟ ਕਿਵੇਂ ਉਡਾਉਂਦਾ ਜਹਾਜ਼ ਨੂੰ, ਫਿਰ ਪਤਾ ਲੱਗਦਾ ਵੀ ਕਿੰਨਾ ਕੁ ਚੰਗਾ ਪਾਇਲਟ ਹੈ। ਏਦਾਂ ਹੀ ਜਿਸ ਬੰਦੇ ਦੇ ਜੀਵਨ 'ਚ ਕਦੇ ਪ੍ਰੋਬਲਮਸ ਨਹੀਂ ਨਾ ਆਈਆਂ, ਉਹ ਬੰਦਾ ਕਦੇ ਵੀ ਤਕੜਾ ਤੇ ਸਿਆਣਾ ਨਹੀਂ ਬਣ ਸਕਦਾ। ਮਤਲਬ ਇਹ ਮੇਰਾ ਕਹਿਣ ਦਾ ਇਸ ਜੀਵਨ ਜੁਗੋ ਤੋਂ ਕਿ ਪ੍ਰੋਬਲਮਸ ਪ੍ਰਤੀ ਆਪਣਾ ਨਜ਼ਰੀਆ ਬਦਲਣਾ ਪੈਣਾ। ਸਾਨੂੰ ਪ੍ਰੋਬਲਮਸ ਨੂੰ ਵੈਲਕਮ ਕਰਨਾ ਪੈਣਾ। ਦੁੱਖ ਦਾਰੂ ਹੈ, ਸੁੱਖ ਰੋਗ ਭਇਆ। ਇਹ ਸਾਨੂੰ ਅਪਲਿਫਟ ਕਰਦੇ ਆ ਜੀਵਨ ਦੇ ਵਿੱਚ। ਇਹਦੇ ਪ੍ਰਤੀ ਇਹਨੂੰ ਵੈਲਕਮ ਕਰਨਾ ਬੜਾ ਜ਼ਰੂਰੀ ਹੈ। ਤਾਂ ਹੀ ਕਹਿੰਦੇ ਨੇ ਕਿ ਜਿਸ ਬੰਦੇ ਤੇ ਜੀਵਨ 'ਚ ਜ਼ਿਆਦਾ ਮੁਸੀਬਤਾਂ ਆਈਆਂ ਉਹ ਜ਼ਿਆਦਾ ਸਫਲ ਹੋਏ ਨੇ। ਦੁਨੀਆ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਕਿਸੇ ਵੀ ਫੀਲਡ 'ਚ ਜਿਸ ਬੰਦੇ ਤੇ ਜ਼ਿਆਦਾ ਜਿੰਨੀਆਂ ਮੁਸੀਬਤਾਂ ਜ਼ਿਆਦਾ ਆਈਆਂ ਉਹ ਜ਼ਿਆਦਾ ਸਕਸੈਸਫੁਲ ਲੋਕ ਹੋਏ ਨੇ। ਤਾਂ ਹੀ ਕਹਿੰਦੇ ਨੇ ਵੈਨ ਇਟ ਇਜ਼ ਡਾਰਕ ਇਨਫ ਯੂ ਕੈਨ ਸੀ ਦਾ ਸਟਾਰਸ। ਕਾਲੀ ਰਾਤ ਦੇ ਵਿੱਚ ਤਾਰੇ ਦਿਖਦੇ ਆ ਜੀ। ਵੈਸੇ ਤਾਂ ਤਾਰੇ ਵੀ ਨਜ਼ਰ ਨਹੀਂ ਆਉਂਦੇ। ਤੇ ਜੀਵਨ ਦੇ ਵਿੱਚ ਵੀ ਕਦੇ ਇਹੋ ਜਿਹੇ ਹਾਲਾਤ ਬਣਦੇ ਆ, ਪਰ ਉਹ ਚੰਗਾ ਸਮਾਂ ਹੁੰਦਾ, ਮਾੜਾ ਸਮਾਂ ਨਾ ਮੰਨਿਆ ਕਰੀਏ। ਇਸ ਕਰਕੇ ਕਹਿੰਦੇ ਕਿ ਦੁੱਖ ਜ਼ਿੰਦਗੀ 'ਚ ਟੈਸਟ ਹੁੰਦੇ ਨੇ, ਇਮਤਿਹਾਨ ਹੁੰਦੇ ਆ। ਇਹ ਸਾਡਾ ਇਮਤਿਹਾਨ ਲੈਣ ਲਈ ਹੁੰਦੇ। ਜਿੰਨੇ ਵੱਡੇ ਦੁੱਖ ਹੋਣ, ਇੱਕ ਨਜ਼ਰੀਆ ਬਣਾ ਲਓ ਆਪਣਾ। ਇਹ ਬਾਣੀ ਕਹਿ ਰਹੀ ਹੈ, ਮੈਂ ਨਹੀਂ ਕਹਿ ਰਿਹਾ। ਬਾਣੀ ਨੇ ਕਿਹਾ ਸਾਨੂੰ ਕਿ ਦੁੱਖ ਇਮਤਿਹਾਨ ਨੇ ਤੇਰਾ। ਜਿੰਨੇ ਵੱਡੇ ਦੁੱਖ ਹੋਣੇ ਸਮਝੀਏ ਕਿ ਵਾਹਿਗੁਰੂ ਜੀ ਸਾਨੂੰ ਬਹੁਤ ਵੱਡਾ ਬਣਾਉਣਾ ਚਾਹੁੰਦੇ ਨੇ। ਜਿੰਨੇ ਵੱਡੇ ਵੱਡੇ ਦੁੱਖ ਹੋਣ ਇਹ ਸਮਝੋ ਕਿ ਸਾਨੂੰ ਵੱਡਾ ਬਣਾਉਣਾ ਚਾਹੁੰਦੇ ਨੇ। ਦੇਖੋ ਨਾ, ਕੋਈ ਇਮਤਿਹਾਨ ਦੇਣਾ ਹੋਵੇ, ਕਿਸੇ ਨੇ ਬਹੁਤ ਵੱਡਾ ਇਮਤਿਹਾਨ ਦੇਣਾ, ਉਹਦੇ ਲਈ ਟੈਸਟ ਉਨਾ ਹੀ ਔਖਾ ਹੁੰਦਾ ਹੈ। ਤੇ ਜ਼ਿੰਦਗੀ ਦੇ ਵਿੱਚ ਵੀ ਇਦਾਂ ਹੀ ਹੈ। ਜ਼ਿੰਦਗੀ 'ਚ ਵੀ ਇਦਾਂ ਹੀ ਹੈ। ਜੇ ਬਹੁਤ ਵੱਡੀਆਂ ਮੁਸੀਬਤਾਂ ਜ਼ਿੰਦਗੀ 'ਚ ਕਿਤੇ ਆ ਰਹੀਆਂ, ਸਾਨੂੰ ਲੱਗਦਾ ਵੀ ਇੰਨੀਆਂ ਮੁਸੀਬਤਾਂ ਆ ਰਹੀਆਂ ਨੇ, ਤੇ ਸਮਝੋ ਗੁਰੂ ਸਾਹਿਬ ਬਖਸ਼ਿਸ਼ ਕਰਨ ਵਾਲੇ ਨੇ। ਹੁਣ ਇਹ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਕਿਉਂ? ਕਿਉਂਕਿ ਐਡਵਰਸਿਟੀ ਇਜ਼ ਅ ਟ੍ਰਾਇਲ ਆਫ ਪ੍ਰਿੰਸੀਪਲਸ, ਵਿਦਾਊਟ ਇਟ ਮੈਨ ਹਾਰਡਲੀ ਨੋਜ਼। ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਵੈਸੇ ਤਾਂ ਹਰ ਬੰਦਾ ਇਮਾਨਦਾਰ ਹੈ, ਤੇ ਜਦੋਂ ਕਿਤੇ ਘਰ 'ਚ ਭੁੱਖ ਪਈ ਹੋਵੇ, ਖਾਣ ਨੂੰ ਕੁਝ ਨਾ ਹੋਵੇ, ਤੇ ਬੰਦਾ ਅੱਗੋਂ ਰਿਸ਼ਵਤ ਦੇ ਰਿਹਾ ਹੋਵੇ, ਤੇ ਫਿਰ ਬੰਦਾ ਨਾ ਕਰੇ, ਫਿਰ ਪਤਾ ਲੱਗਦਾ ਵੀ ਬੰਦਾ ਕਿੰਨਾ ਓਨੈਸਟ ਹੈ। ਐਵੇਂ ਤਾਂ ਹਰ ਬੰਦਾ ਹੀ ਓਨੈਸਟ ਬਣਿਆ ਹੋਇਆ। ਐਵੇਂ ਉਹਦੀ ਓਨੈਸਟੀ ਦਾ ਪਤਾ ਹੀ ਨਹੀਂ ਲੱਗਦਾ। ਕਦੇ ਜ਼ਿੰਦਗੀ ਨੂੰ ਨਾ ਪੁੱਛੋ, ਡੋਂਟ ਆਸਕ ਲਾਈਫ ਆਪਾਂ ਕੀ ਕਰਦੇ ਜ਼ਿੰਦਗੀ ਨੂੰ, ਕੀ ਕਹਿੰਦੇ ਹਰ ਜਦੋਂ ਮੁਸੀਬਤਾਂ ਨੂੰ ਕੀ ਕਹਿੰਦੇ, ਵਾਈ ਮੀ, ਹਾਈ ਮੈਨੂੰ ਕਿਉਂ ਆ ਗਈਆਂ। ਬਹੁਤੀ ਵਾਰੀ ਸਾਡਾ ਸੋਚ ਇਹ ਹੁੰਦੀ ਹੈ ਕਿ ਯਾਰ ਮੈਨੂੰ ਮੁਸੀਬਤਾਂ ਕਿਉਂ ਆ ਰਹੀਆਂ, ਵਾਈ ਮੀ, ਮੈਨੂੰ ਹੀ ਕਿਉਂ, ਬਾਕੀਆਂ ਨੂੰ ਕਿਉਂ ਨਹੀਂ ਆਉਂਦੀਆਂ, ਮੈਨੂੰ ਕਿਉਂ ਆ ਰਹੀਆਂ। ਕੀ ਕਰੀਏ? ਅੱਜ ਤੋਂ ਬਾਅਦ ਆਪਣਾ ਜੀਵਨ ਢੰਗ, ਆਪਣਾ ਸੋਚਣ ਦਾ ਢੰਗ ਬਦਲ ਲਈਏ। ਕਦੇ ਨਾ ਕਹੀਏ ਵਾਈ ਮੀ, ਕੀ ਕਿਹਾ ਕਰੀਏ, ਟਰਾਈ ਮੀ। ਜਦੋਂ ਮੁਸੀਬਤਾਂ ਆਉਣ ਤਾਂ ਦੇਖ ਲਿਆ ਕਰੋ, ਕਹਿ ਲਿਆ ਕਰੋ, ਕੋਈ ਨਹੀਂ ਗੁਰੂ ਮੇਰੇ ਨਾਲ ਹੈ। ਮੈਨੂੰ ਕਿਸ ਚੀਜ਼ ਦਾ ਡਰ ਹੈ? ਆਪਾਂ ਸਾਰੇ ਦੇਖਦੇ WhatsApp ਦਾ ਪ੍ਰੋਪਰ ਯੂਜ਼ ਵੀ ਹੋ ਸਕਦਾ। ਕਹਿੰਦੇ ਨੇ ਇੱਕ ਜਹਾਜ਼ ਉੱਡ ਰਿਹਾ ਸੀ ਤੇ ਜਹਾਜ਼ ਉੱਡਦੇ ਹਿੱਲਣ ਲੱਗ ਗਿਆ। ਪਾਇਲਟ ਨੇ ਅਨਾਉਂਸਮੈਂਟ ਕੀਤੀ, ਬੜੇ ਸੰਖੇਪ ਚ ਗੱਲ ਕਰ ਰਹੇ ਹਾਂ। ਪਾਇਲਟ ਅਨਾਉਂਸ ਕਰਦਾ, ਕਹਿੰਦਾ ਵੀ ਜਹਾਜ਼ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ, ਤਾਂ ਕੋਈ ਵੱਡੀ ਸਮੱਸਿਆ ਆ ਸਕਦੀ ਹੈ, ਜਹਾਜ਼ ਕ੍ਰੈਸ਼ ਕਰ ਸਕਦਾ ਹੈ। ਜਹਾਜ਼ 'ਚ ਬੈਠੇ ਲੋਕ ਨੇ ਹਨਾ, ਆਪਣੇ ਆਪਣੇ ਧਰਮ ਮੁਤਾਬਕ ਉਹਨਾਂ ਨੇ ਪੜ੍ਹਨਾ ਸ਼ੁਰੂ ਕਰਤਾ। ਆਪਣੇ ਜੋ ਉਹਨਾਂ ਦੇ ਧਰਮ ਦੇ ਕਰਮ ਸੀ ਵੀ ਸ਼ਾਇਦ ਰੱਬ ਬਚਾ ਲੂਗਾ ਸਾਨੂੰ, ਉਹਨਾਂ ਨੂੰ ਪੜ੍ਹਨੇ ਸ਼ੁਰੂ ਕਰ ਦਿੱਤਾ, ਸਭ ਕੁਝ ਕਰਨਾ ਸ਼ੁਰੂ ਕਰਤਾ। ਇੱਕ ਬੱਚੀ ਕੋਲ ਬੈਠੀ ਹੈ, ਛੋਟੀ ਜੀ, ਬਹੁਤ ਛੋਟੀ ਬੱਚੀ, 3-4 ਸਾਲ ਦੀ। ਉਹ ਮੋਬਾਈਲ ਦੇ ਉੱਪਰ ਗੇਮ ਖੇਡ ਰਹੀ ਹੈ। ਕੋਲ ਇੱਕ ਬੰਦਾ ਬੈਠਾ, ਉਹ ਕਹਿੰਦਾ ਬੇਟਾ ਤੈਨੂੰ ਨਹੀਂ ਪਤਾ ਕਿ ਜਹਾਜ਼ ਡਿੱਗਣ ਵਾਲਾ, ਹੁਣ ਤੂੰ ਰੱਬ ਨੂੰ ਯਾਦ ਕਰ, ਤੈਨੂੰ ਰੱਬ ਨੂੰ ਯਾਦ ਕਰਨਾ ਚਾਹੀਦਾ, ਇਸ ਵਕਤ ਤੂੰ ਗੇਮ ਖੇਡ ਰਹੀ ਹੈ। ਉਹ ਕਹਿੰਦੀ ਨਹੀਂ ਅੰਕਲ, ਇਸ ਜਹਾਜ਼ ਦੇ ਪਾਇਲਟ ਮੇਰੇ ਪਾਪਾ ਨੇ, ਮੇਰੇ ਪਾਪਾ ਨੇ, ਤੇ ਉਹ ਇਸ ਜਹਾਜ਼ ਨੂੰ ਸੇਫਲੀ ਲੈਂਡ ਕਰਵਾ ਲੈਣਗੇ, ਕੋਈ ਨੁਕਸਾਨ ਨਹੀਂ ਹੋਣ ਦੇਣਗੇ। ਇਹ ਵਿਸ਼ਵਾਸ ਸਾਡੇ 'ਚ ਹੋਣਾ ਚਾਹੀਦਾ ਹੈ। ਜਦੋਂ ਅਸੀਂ ਪੜ੍ਹਦੇ ਨਾ ਸਦਾ ਅੰਗ ਸੰਗੇ, ਪੜ੍ਹਦੇ ਨਹੀਂ ਆਪਾਂ ਸਦਾ ਅੰਗ ਸੰਗੇ, ਪ੍ਰਮਾਤਮਾ ਤੇ ਹਮੇਸ਼ਾ ਸਾਡੇ ਨਾਲ ਹੈ, ਪਰ ਪੜ੍ਹਨ ਤੱਕ ਚਿੰਤਾ ਸੀਮਤ ਰਹੇਗਾ, ਉਨੀ ਦੇਰ ਤੱਕ ਗੱਲ ਬਣਦੀ ਨਹੀਂ ਹੈ। ਇਹ ਚੀਜ਼ਾਂ ਵਿਸ਼ਵਾਸ 'ਚ ਆਉਣੀਆਂ ਚਾਹੀਦੀਆਂ। ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਆ, ਦੂਜੀ ਪੌੜੀ ਪੜ੍ਹਦੇ ਹੋ ਨਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੱਗੇ ਦੇਖੋ, ਅੰਗੀਕਾਰ ਉਹ ਕਰੇ ਤੇਰਾ। ਜਿਸ ਬੰਦੇ ਦਾ ਬਾਡੀਗਾਰਡ ਅੰਗੀਕਾਰ ਪਰਮਾਤਮਾ ਬਣ ਜੇ, ਉਸ ਬੰਦੇ ਨੂੰ ਜ਼ਿੰਦਗੀ 'ਚ ਕੋਈ ਸਮੱਸਿਆਵਾਂ ਆ ਸਕਦੀਆਂ। ਤੇ ਜਿਸ ਬੰਦੇ ਨੂੰ ਵਿਸ਼ਵਾਸ ਹੋਵੇ ਪਰਮਾਤਮਾ ਮੇਰਾ ਬਾਡੀਗਾਰਡ ਹੈ, ਉਹੀ ਬੰਦਾ ਕਹਿ ਸਕਦਾ ਕਿ ਟਰਾਈ ਮੀ। ਨਹੀਂ ਤਾਂ ਦੂਜੇ ਲੋਕ ਤਾਂ ਵਾਈ ਮੀ ਕਹਿਣਗੇ, ਮੈਨੂੰ ਕਿਉਂ ਆ ਰਹੀ ਹੈ। ਜਿਹਨੂੰ ਪਤਾ ਹੈ ਪਰਮਾਤਮਾ ਮੇਰੇ ਨਾਲ ਹੈ, ਮੇਰਾ ਮਾੜਾ ਨਹੀਂ ਹੋਣ ਦਊਗਾ ਕਦੇ ਵੀ, ਮੇਰਾ ਬੁਰਾ ਨਹੀਂ ਕਦੇ ਹੋ ਸਕਦਾ, ਉਹ ਬੰਦਾ ਕਦੇ ਵੀ ਘਬਰਾਊਗਾ ਨਹੀਂ, ਕਦੇ ਵੀ ਗਿਵ ਅਪ ਨਹੀਂ ਕਰੇਗਾ, ਹਮੇਸ਼ਾ ਜ਼ਿੰਦਗੀ 'ਚ ਚੜ੍ਹਦੀ ਕਲਾ 'ਚ ਰਹੇਗਾ। ਕੁਝ ਜ਼ਿੰਦਗੀ ਇਹ ਫਾਰਮੂਲੇ ਨੇ ਬਾਣੀ ਦੇ ਵਿੱਚ ਨੇ, ਮੈਂ ਇਹਨਾਂ ਨੂੰ ਛੱਡ ਕੇ ਅੱਗੇ ਚੱਲ ਰਹੇ ਹਾਂ।
ਜ਼ਿੰਦਗੀ 'ਚ ਪਹਿਚਾਨ ਸ਼ਕਤੀ ਹੋਣੀ ਬੜੀ ਜ਼ਰੂਰੀ ਹੈ। ਕਈ ਵਾਰੀ ਗਲਤ ਚੋਣ ਕਰਕੇ ਜ਼ਿੰਦਗੀ 'ਚ ਬੜੀਆਂ ਵੱਡੀਆਂ ਪ੍ਰੋਬਲਮਸ ਆ ਜਾਂਦੀਆਂ। ਜੇ ਬਾਣੀ 'ਚ ਪੜ੍ਹਦੇ ਹਾਂ ਅਸੀਂ ਕਿ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਬੰਦਾ ਮਿੱਠਾ ਕਰਕੇ ਖਾਂਦਾ, ਚੀਜ਼ਾਂ ਦੀ ਪਛਾਣ ਨਹੀਂ ਨਾ ਹੈ। ਕਈ ਚੀਜ਼ਾਂ ਨੂੰ ਮਿੱਠਾ ਸਮਝਦੇ ਹਾਂ ਅਸੀਂ ਕਿ ਇਹ ਚੀਜ਼ਾਂ ਮੇਰੇ ਜੀਵਨ ਲਈ ਚੰਗੀਆਂ ਨੇ। ਸੁਖਮਨੀ ਸਾਹਿਬ ਦੀ ਬਾਣੀ 'ਚ ਵੇਖ ਕੇ ਕਿ ਜੋ ਬਿਵਰਜਿਤ ਤਿਸ ਸਿਉਨੇ, ਜਿਨ੍ਹਾਂ ਚੀਜ਼ਾਂ ਨੂੰ ਬਿਵਰਜਿਤ ਕੀਤਾ ਸੀ ਤੈਨੂੰ ਵੀ ਇਹ ਚੀਜ਼ਾਂ ਨੂੰ ਹੱਥ ਨਹੀਂ ਲਾਉਣਾ, ਤੂੰ ਉਹਨਾਂ ਨਾਲ ਪਿਆਰ ਪਾ ਕੇ ਬੈਠਾ। ਕਿਉਂ ਪਾ ਕੇ ਬੈਠਾ? ਕਿਉਂਕਿ ਪਹਿਚਾਨ ਨਹੀਂ ਹੈ, ਪਤਾ ਹੀ ਨਹੀਂ ਹੈ ਵੀ ਇਹ ਚੀਜ਼ਾਂ ਮੇਰੀ ਜ਼ਿੰਦਗੀ ਲਈ ਚੰਗੀਆਂ ਕਿ ਮਾੜੀਆਂ। ਇਸ ਕਰਕੇ ਪਿਆਰ ਪਾ ਲਿਆ, ਪਹਿਚਾਨ ਸ਼ਕਤੀ ਨਹੀਂ ਹੈ, ਇਸ ਕਰਕੇ ਪ੍ਰੋਬਲਮਸ ਆ ਰਹੀਆਂ। ਇਸੇ ਕਰਕੇ ਇਹ ਜਦੋਂ ਬਾਣੀ ਪੜ੍ਹਦੇ ਹਾਂ ਅਸੀਂ, ਜਦੋਂ ਅਸੀਂ ਕਹਿੰਦੇ ਰਤਨ ਤਿਆਗ ਸੰਗ ਰਹਿਣ ਕੌਡੀ, ਪੜ੍ਹਦੇ ਬਾਣੀ ਆਪਾਂ ਸਹਿਜ ਪਾਠ ਸਾਰਿਆਂ ਨੇ ਕੀਤਾ। ਰਤਨ ਤਿਆਗ ਰਹੇ ਹਾਂ, ਤੂੰ ਕਹਿੰਦੇ ਕੌਡੀਆਂ ਨਾਲ ਤੂੰ ਸਾਂਝ ਪਾ ਰਹੇ ਹੈ। ਰਤਨਾ ਵਰਗਾ ਜੀਵਨ ਢੰਗ ਤਿਆਗ ਰਹੇ ਹੈ ਤੇ ਕੌਡੀਆਂ ਵਾਲਾ ਜੀਵਨ ਢੰਗ ਤੂੰ ਅਪਣਾ ਰਹੇ ਹੈ। ਤੇ ਜਿਹੜਾ ਰਤਨਾ ਨੂੰ ਘਰ ਚੋਂ ਚੁੱਕ ਕੇ ਬਾਹਰ ਸੁੱਟ ਦੇ ਚੰਗੀਆਂ ਚੀਜ਼ਾਂ ਨੂੰ ਤੇ ਕੌਡੀਆਂ ਇਕੱਠੀਆਂ ਕਰਕੇ ਘਰ ਦੇ ਵਿੱਚ ਸਜਾ ਲੇ, ਉਹ ਬੰਦਾ ਸੁਖੀ ਕਿਵੇਂ ਰਹਿ ਸਕਦਾ ਹੈ? ਪਰ ਉਹ ਬੰਦਾ ਕਰਦਾ ਕਿਉਂ ਹੈ? ਕਿਉਂ ਰਤਨ ਤਿਆਗਦਾ ਹੈ? ਕਿਉਂ ਕੌੜੀਆਂ ਚੀਜ਼ਾਂ ਨਾਲ ਸਾਂਝ ਪਾ ਲੈਂਦਾ ਹੈ? ਕਾਰਨ ਇੱਕੋ ਹੀ ਹੈ ਕਿ ਪਹਿਚਾਨ ਸ਼ਕਤੀ ਨਹੀਂ ਉਹਦੇ ਕੋਲ। ਪਹਿਚਾਨ ਸ਼ਕਤੀ ਕਿਉਂ ਨਹੀਂ ਹੈ? ਪਹਿਚਾਨ ਦਾ ਸੰਬੰਧ ਹੁੰਦਾ ਚਾਨਣ ਨਾਲ। ਜੇ ਚਾਨਣ ਹੈਗਾ, ਆਪਾਂ ਇੱਥੇ ਬੈਠੇ ਹਾਂ, ਇੱਕ ਦੂਸਰੇ ਨੂੰ ਦੇਖ ਰਹੇ ਹਾਂ, ਇੱਕ ਦੂਸਰੇ ਦੇ ਚਿਹਰਿਆਂ ਦੀ ਪਛਾਣ ਕਰ ਰਹੇ ਹਾਂ, ਕਿਉਂਕਿ ਨਾ ਤੁਸੀਂ ਮੈਨੂੰ ਦੇਖ ਸਕੋ ਨਾ ਮੈਂ ਤੁਹਾਨੂੰ ਦੇਖ ਸਕਾਂ। ਇੱਕ ਚਾਨਣ ਅੰਦਰ ਦਾ ਵੀ ਹੈ ਜਿਹਨੂੰ ਗਿਆਨ ਦਾ ਚਾਨਣ ਕਹਿੰਦੇ, ਬਚਪਨ ਤੋਂ ਪੜ੍ਹਦੇ ਆ ਰਹੇ ਹਾਂ ਅਸੀਂ। ਜੇ ਬਾਹਰ ਚਾਨਣ ਨਹੀਂ ਤਾਂ ਬਾਹਰ ਦੀਆਂ ਚੀਜ਼ਾਂ ਦੀ ਪਛਾਣ ਨਹੀਂ ਆਏਗੀ, ਤੇ ਜੇ ਚਾਨਣ ਸਾਡੇ ਅੰਦਰ ਨਹੀਂ ਤਾਂ ਫਿਰ ਠੀਕ ਤੇ ਗਲਤ ਦੀ ਪਛਾਣ ਜ਼ਿੰਦਗੀ 'ਚ ਨਹੀਂ ਆਉਂਦੀ। ਇਸ ਕਰਕੇ ਹੀ ਤਾਂ ਸਾਨੂੰ ਕਿਹਾ ਗਿਆ ਕਿ ਜੇ 100 ਚੰਦਾ ਉਗਵੇ ਸੂਰਜ ਚੜੇ 1000, ਇੱਥੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਜਿੰਨੀ ਦੇਰ ਤੱਕ ਸਾਡਾ ਮੂੰਹ ਗੁਰੂ ਵਾਲੇ ਪਾਸੇ ਨਹੀਂ ਹੋਏਗਾ, ਜਿੱਥੋਂ ਸਾਨੂੰ ਚਾਨਣ ਮਿਲਣਾ ਹੈ, ਉਨੀ ਦੇਰ ਤੱਕ ਸਾਡੀ ਪਹਿਚਾਨ ਸ਼ਕਤੀ ਠੀਕ ਨਹੀਂ ਹੋ ਸਕਦੀ ਤੇ ਅਸੀਂ ਗਲਤ ਚੀਜ਼ਾਂ ਨਾਲ ਸਾਂਝ ਪਾਉਂਦੇ ਰਹਾਂਗੇ। ਅਸੀਂ ਹਮੇਸ਼ਾ ਹੀ ਜ਼ਹਿਰ ਨਾਲ ਸਾਂਝ ਪਾਉਂਦੇ ਰਹਾਂਗੇ, ਅੰਮ੍ਰਿਤ ਦੇ ਭੁਲੇਖੇ ਦੇ ਵਿੱਚ, ਦਾਖਾਂ ਦੇ ਭੁਲੇਖੇ ਦੇ ਵਿੱਚ ਕੰਡਿਆਂ ਨਾਲ ਸਾਂਝ ਪਾਉਂਦੇ ਰਹਾਂਗੇ। ਫਿਰ ਜ਼ਿੰਦਗੀ ਸੁੱਖ ਕਿੱਦਾਂ ਆਉਣਗੀ? ਇਸ ਕਰਕੇ ਜੇ ਆਪਣੀ ਪਹਿਚਾਨ ਸ਼ਕਤੀ ਠੀਕ ਕਰਨੀ ਹੈ ਤਾਂ ਫਿਰ ਜੋ ਗੁਰੂ ਸਾਹਿਬ ਸਾਨੂੰ ਗਿਆਨ ਦਾ ਚਾਨਣ ਗੁਰਬਾਣੀ 'ਚ ਦੇ ਰਹੇ ਨੇ, ਉਸ ਗਿਆਨ ਦੇ ਚਾਨਣ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਪੈਣਾ ਹੈ। ਫਿਰ ਗੱਲ ਬਣਨੀ, ਉਸ ਚਾਨਣ ਦੇ ਵਿੱਚ ਠੀਕ ਤੇ ਗਲਤ ਦੀ ਪਛਾਣ ਕਰ ਸਕਾਂਗੇ। ਇੱਕ ਨਾ ਬੱਚੀ, ਛੋਟੀ ਬੱਚੀ ਹੈ, ਫਿਰ 3-4 ਸਾਲ ਦੀ ਹੈ, ਆਪਣੀ ਮਦਰ ਦੇ ਨਾਲ ਕਿਸੇ ਦੁਕਾਨ ਤੇ ਕੋਈ ਸਮਾਨ ਲੈਣ ਜਾਂਦੀ ਹੈ। ਦੁਕਾਨਦਾਰ ਵਾਕਿਫ ਸੀ ਉਸ ਪਰਿਵਾਰ ਦਾ। ਜਦੋਂ ਉਹ ਦੁਕਾਨ ਤੇ ਗਏ ਤੇ ਉਹ ਜਿਹੜੀ ਮਦਰ ਗਈ ਸੀ, ਉਹ ਦੁਕਾਨਦਾਰ ਨਾਲ ਗੱਲਾਂ ਕਰਨ ਲੱਗ ਗਈ। ਦੁਕਾਨਦਾਰ ਨੇ ਕੀ ਕੀਤਾ ਕਿ ਬੱਚੀ ਆਈ ਹੈ ਛੋਟੀ, ਉਹਨੇ ਮਰਤਬਾਨ ਦਾ ਢੱਕਣ ਚੁੱਕ ਦਿੱਤਾ ਤੇ ਮਰਤਬਾਨ ਟੌਫੀਆਂ ਵਾਲਾ, ਜਿਹਦੇ ਟੌਫੀਆਂ ਪਈਆਂ ਸੀ, ਬੱਚੀ ਦੇ ਅੱਗੇ ਕਰਤਾ। ਕਹਿੰਦਾ ਲੈ ਬੇਟਾ ਟੌਫੀ ਲੈ ਲੈ, ਕਿਉਂਕਿ ਉਹ ਜਾਣਦਾ ਸੀ ਦੁਕਾਨਦਾਰ। ਬੱਚੀ ਨੇ ਨਾ ਵੀ ਸਿਰ ਮਾਰ ਦਿੱਤਾ ਕਿ ਨਹੀਂ। ਉਹ ਦੁਕਾਨਦਾਰ ਫਿਰ ਦੂਜੀ ਵਾਰੀ ਕਹਿੰਦਾ ਬੇਟਾ ਲੈ ਲੈ, ਕੋਈ ਗੱਲ ਨਹੀਂ, ਮੈਂ ਤੇਰਾ ਅੰਕਲ ਹੀ ਹਾਂ। ਬੱਚੀ ਦੂਜੀ ਵਾਰੀ ਵੀ ਸਿਰ ਮਾਰ ਦਿੰਦੀ ਵੀ ਨਹੀਂ। ਤੀਜੀ ਵਾਰੀ ਉਹ ਫਿਰ ਕਹਿੰਦਾ, ਉਹ ਉਹਦੀ ਮਦਰ ਨੂੰ ਕਹਿੰਦਾ ਤੁਸੀਂ ਕਹੋ ਇਹਨੂੰ ਕਿ ਲੈ ਲੈ ਟੌਫੀ। ਉਹਦੀ ਮਾਤਾ ਕਹਿੰਦੀ ਹੈ ਬੇਟਾ ਲੈ ਲੈ, ਅੰਕਲ ਕਹਿ ਰਹੇ ਨੇ। ਬੱਚੀ ਫਿਰ ਨਾ ਸਿਰ ਮਾਰਦੀ ਹੈ। ਉਹ ਦੁਕਾਨਦਾਰ ਕੀ ਕਰਦਾ ਹੈ ਕਿ ਮਰਤਬਾਨ ਦੇ ਵਿੱਚ ਟੌਫੀਆਂ ਕੱਢਦਾ ਤੇ ਬੱਚੀ ਨੂੰ ਦੇ ਦਿੰਦਾ। ਜਦੋਂ ਸਮਾਨ ਲੈ ਕੇ ਵਾਪਸ ਜਾਂਦੀ ਹੈ, ਉਹਦੀ ਮਾਂ ਕਹਿੰਦੀ ਬੇਟਾ ਤੂੰ ਕੀ ਕੀਤਾ ਅੱਜ? ਇਹ 3 ਵਾਰ ਤੈਨੂੰ ਅੰਕਲ ਨੇ ਕਿਹਾ ਕਿ ਤੂੰ ਟੌਫੀ ਲੈ ਲੈ, ਤੂੰ ਟੌਫੀ ਕਿਉਂ ਨਹੀਂ ਲਈ ਉਹਨਾਂ ਦੇ ਕਹਿਣ ਤੇ? ਉਹ ਬੱਚੀ ਕਹਿੰਦੀ ਹੈ ਬੜੇ ਭੋਲੇ ਭਾਅ 'ਚ, ਕਹਿੰਦੀ ਮੰਮਾ ਅਸਲ 'ਚ ਗੱਲ ਇਹ ਸੀ ਕਿ ਅੰਕਲ ਮੇਰੇ ਅੱਗੇ ਮਰਤਬਾਨ ਕਰ ਰਹੇ ਸੀ, ਜੇ ਮੈਂ ਟੌਫੀ ਚੱਕਦੀ ਉਹਦੇ ਵਿੱਚੋਂ, ਮੇਰੇ ਹੱਥ ਬੜੇ ਛੋਟੇ ਹੈ ਤੇ ਮੇਰੇ ਹੱਥ 'ਚ 2-3 ਹੀ ਆਉਣੀਆਂ ਸੀ। ਅੰਕਲ ਦੇ ਹੱਥ ਬੜੇ ਵੱਡੇ ਹੈ, ਜਦੋਂ ਅੰਕਲ ਨੇ ਦਿੱਤੀਆਂ ਤਾਂ ਮੁੱਠ ਭਰ ਕੇ ਦੇਤੀ, ਮੇਰੀਆਂ ਤਾਂ ਸਾਰਾ ਕੁਝ ਭਰ ਗਿਆ, ਮੇਰੇ ਜੇਬਾਂ ਹੀ ਭਰ ਗਈਆਂ ਮੇਰੀਆਂ। ਅੰਕਲ ਦੇ ਹੱਥ ਵੱਡੇ ਨੇ, ਬਸ ਆਹੀ ਚੀਜ਼ ਹੈ। ਕਿੰਨਾ ਕੁ ਮੰਗ ਲੂਗਾ ਬੰਦਾ ਪਰਮਾਤਮਾ ਕੋਲੋਂ? ਕਿੰਨਾ ਮੰਗ ਲਾਂਗੇ? ਸਾਡੇ ਹੱਥ ਹੈ ਹੀ ਕਿੱਡੇ ਕੁ, ਕੀ ਮੰਗ ਲੂ ਬੰਦਾ? ਉਹਦੇ ਹੱਥ ਬੜੇ ਵੱਡੇ ਨੇ। ਛੱਡ ਦਈਏ ਉਹਦੇ ਤੇ, ਸਮਰਪਣ ਕਰ ਦਈਏ। ਸਮਰਪਣ ਕਰ ਦਿਆਂਗੇ, ਉਹਨੇ ਪਤਾ ਹੀ ਨਹੀਂ ਕੀ ਦੇ ਦੇਣਾ। ਕਹਿੰਦੇ ਨਾ ਬਾਣੀ 'ਚ ਪੜ੍ਹਦੇ ਆ ਨਾ, ਮੰਗਣ ਦਾ ਮੰਗਣਾ ਕੀ ਹੈ? ਕਹਿੰਦੇ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ, ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਜਿਹਦੇ ਮਨ ਦੀ ਭੁੱਖ ਲੈ ਗਈ, ਇਸ ਤੋਂ ਵੱਡੀ ਦਾਤ ਵੀ ਕੋਈ ਹੋਰ ਹੋ ਸਕਦੀ? ਦੁਨੀਆਂ 'ਚ ਕੋਈ ਦਾਤ ਹੈ? ਬੰਦਾ ਦੁਖੀ ਭੁੱਖ ਕਰਕੇ ਹੀ ਹੈ ਨਾ। ਦੁਨੀਆਂ ਦੀਆਂ ਭੁੱਖਾਂ ਦੁਖੀ ਕਰਦੀਆਂ
ਤੇ ਜਿਹਨੂੰ ਇਹ ਦਾਤ ਮਿਲ ਜੇ ਵੀ ਉਹਦੀ ਭੁੱਖ ਹੀ ਲੈ ਜੇ, ਭੁੱਖ ਹੀ ਕੋਈ ਨਹੀਂ ਰਹੀ, ਇਦੋਂ ਵੱਡੀ ਦਾਤ ਬਾਣੀ 'ਚ ਹੋਰ ਕੋਈ ਨਹੀਂ ਹੈ, ਦੁਨੀਆ 'ਚ ਇਦੋਂ ਵੱਡੀ ਦਾਤ ਹੋਰ ਕੋਈ ਹੋ ਹੀ ਨਹੀਂ ਸਕਦੀ। ਕਦੇ ਵੀ ਐਫਰਟ ਨਾ ਕਰੋ ਕਿ ਮੈਂ ਆ ਵੀ ਲੈ ਲਾ, ਮੈਨੂੰ ਉਹ ਵੀ ਮਿਲ ਜੇ, ਮੰਗੀ ਚੱਲੀਏ, ਮੰਗਤਿਆਂ ਮੰਗੂ ਹਰ ਵੇਲੇ ਮੰਗੀ। ਠੀਕ ਹੈ, ਜੇ ਮੰਗਣਾ ਤਾਂ ਮੰਗੀਏ ਵੀ ਉਹਦੇ ਕੋਲੋਂ, ਪਰ ਜਿੱਡਾ ਹੱਥ ਉਹਦਾ ਵੱਡਾ ਹੈ, ਉਹਨੂੰ ਪਤਾ ਵੀ ਇਹਨੂੰ ਕੀ ਚੀਜ਼ ਚਾਹੀਦੀ ਹੈ। ਪਰ ਸੁੱਖ ਚੀਜ਼ਾਂ ਦੇ ਵਿੱਚ ਨਹੀਂ ਹੈ, ਸੁੱਖ ਤੇ ਮਨ ਦੀ ਭੁੱਖ ਲੈਣ ਦੇ ਵਿੱਚ ਹੈ। ਫਿਰ ਗੱਲ ਬਣਦੀ ਹੈ, ਇੱਕ ਚੀਜ਼ ਹੋਰ ਸਮਝੀਏ ਕਿ ਮੇਰੀ ਖੁਸ਼ੀ ਸੱਚਮੁੱਚ ਮੇਰੀ ਹੈ। ਬੜਾ ਸਾਦਾ ਜਿਹਾ ਇੱਕ ਸਵਾਲ ਹੈ, ਤੁਹਾਨੂੰ ਪੜ੍ਹ ਕੇ ਵੀ ਬੜਾ ਥੋੜਾ ਅਜੀਬ ਲੱਗੇਗਾ ਕਿ ਮੇਰੀ ਖੁਸ਼ੀ ਕੀ ਮੇਰੀ ਹੈ? ਨਹੀਂ, ਅਸਲ 'ਚ ਸਾਡੀਆਂ ਖੁਸ਼ੀਆਂ ਸਾਡੀਆਂ ਆਪਣੀਆਂ ਨਹੀਂ, ਸਾਡੀਆਂ ਖੁਸ਼ੀਆਂ ਬਾਹਰ ਦੀਆਂ ਚੀਜ਼ਾਂ ਤੇ ਡਿਪੈਂਡੈਂਟ ਹੈ। ਕੋਈ ਚੀਜ਼ ਮਿਲ ਗਈ ਤਾਂ ਖੁਸ਼ ਹੋ ਗਏ, ਕੋਈ ਚੀਜ਼ ਗਵਾਚ ਗਈ ਤਾਂ ਦੁਖੀ ਹੋ ਗਏ। ਬਾਣੀ 'ਚ ਪੜ੍ਹਦੇ ਹੀ ਆਪਾਂ, ਜਬ ਕਿਛ ਪਾਵੈ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਇਹ ਮੇਰੀ ਖੁਸ਼ੀ ਥੋੜਾ ਹੋ ਗਈ। ਸਾਡੀਆਂ ਖੁਸ਼ੀਆਂ ਤਾਂ ਚੀਜ਼ਾਂ ਦੇ ਵਿੱਚ ਹੈ, ਵਰਲਡਲੀ ਥਿੰਗਸ ਦੇ ਵਿੱਚ ਹੈ ਕਿ ਕੁਝ ਮਿਲ ਗਿਆ ਤੇ ਅਸੀਂ ਖੁਸ਼ ਹਾਂ, ਕੁਝ ਗਵਾਚ ਗਿਆ ਤੇ ਅਸੀਂ ਦੁਖੀ ਹੋ ਰਹੇ ਹਾਂ। ਸਾਡੇ ਕੋਲ ਤਾਂ ਫਿਰ ਕੁਝ ਨਾ ਹੋਇਆ। ਇੱਕ ਗੱਲ ਸਮਝੀਏ, ਅਸਲ ਆਨੰਦ ਅੰਦਰ ਦਾ ਹੁੰਦਾ ਹੈ, ਬਾਹਰ ਦਾ ਨਹੀਂ। ਜਿਹੜਾ ਆਨੰਦ ਅੰਦਰ ਹੈ ਨਾ, ਇਹ ਬਾਹਰ ਦੀਆਂ ਚੀਜ਼ਾਂ ਨੂੰ ਹੀ ਆਨੰਦਮਈ ਬਣਾਉਂਦਾ ਹੈ। ਤੁਸੀਂ ਕਈ ਵਾਰ ਦੇਖਿਓ, ਜਦੋਂ ਮਨ ਕਿਤੇ ਬੁਝਿਆ ਜਾ ਹੋਵੇ ਨਾ ਬੰਦੇ ਦਾ, ਤੁਸੀਂ ਭਾਵੇਂ ਵਿਆਹ ਚਲੇ ਜਾਓ, ਭਾਵੇਂ ਤੁਹਾਡੇ ਸਾਹਮਣੇ ਗਾਣੇ ਲੱਗੇ ਹੋਣ, ਟੈਲੀਵਿਜ਼ਨ ਦੇ ਉੱਪਰ ਫਿਲਮਾਂ ਲੱਗੀਆਂ ਹੋਣ, ਆਪਾਂ ਕਹਿੰਦੇ ਬੰਦ ਕਰ, ਮੇਰਾ ਮਨ ਠੀਕ ਨਹੀਂ। ਕਿਉਂ? ਕਿਉਂਕਿ ਅੰਦਰ ਆਨੰਦ ਨਹੀਂ ਹੈ। ਤੇ ਜੇ ਅੰਦਰ ਆਨੰਦ ਹੈ, ਫਿਰ ਹਰ ਚੀਜ਼ ਆਨੰਦਮਈ ਬਣ ਜਾਂਦੀ ਹੈ। ਫਿਰ ਤੱਤੀਆਂ ਤਵੀਆਂ ਦੇ ਉੱਪਰ ਵੀ ਬੰਦਾ ਇਹ ਬਹਿ ਕੇ ਗਾ ਸਕਦਾ ਕਿ ਤੇਰਾ ਕੀ ਆ ਮਿੱਠਾ ਲਾਗੇ। ਇਹ ਅੰਦਰ ਦੇ ਆਨੰਦ ਦੀ ਗੱਲ ਹੈ। ਆਨੰਦ ਕਦੇ ਵੀ ਬਾਹਰੋਂ ਨਹੀਂ ਮਿਲਦਾ, ਖੁਸ਼ੀਆਂ ਕਦੇ ਵੀ ਬਾਹਰੋਂ ਨਹੀਂ ਮਿਲਣੀਆਂ। ਜੇ ਸਾਡੇ ਮਨ 'ਚ ਕਿਤੇ ਇਲੂਜਨ ਬੈਠਾ ਹੋਇਆ ਨਾ ਕਿ ਅਸੀਂ ਚੀਜ਼ਾਂ ਇਕੱਠੀਆਂ ਕਰਕੇ, ਪ੍ਰਾਪਰਟੀਆਂ ਇਕੱਠੀਆਂ ਕਰਕੇ ਆਨੰਦ ਲੈ ਆਵਾਂਗੇ ਜੀਵਨ 'ਚ, ਐਦਾਂ ਆਨੰਦ ਨਹੀਂ ਹੋਣਾ। ਆਨੰਦ ਤੇ ਮੇਰੇ ਅੰਦਰ ਪਿਆ ਹੈ। ਇੱਕ ਇਹ ਸਮਝ ਲਈਏ ਕਿ ਪਰਿਸਥਿਤੀਆਂ ਸਾਰਿਆਂ ਦੇ ਜੀਵਨ 'ਚ ਇੱਕੋ ਜਿਹੀਆਂ ਹੀ ਹੁੰਦੀਆਂ, ਜਿਹਨੂੰ ਸਰਕਮਸਟੈਂਸਿਸ ਕਹਿ ਦਿੰਦੇ ਆ। ਬਾਹਲਾ ਫਰਕ ਨਹੀਂ ਹੁੰਦਾ। ਸਾਨੂੰ ਲੱਗਦਾ ਹੁੰਦਾ ਵੀ ਦੂਜਾ ਬੰਦਾ ਦੁਖੀ, ਮੇਰਾ ਗੁਆਂਢੀ ਬੜਾ ਸੁਖੀ ਹੈ, ਫਲਾਣਾ ਬੰਦਾ ਬੜਾ ਸੁਖੀ ਹੈ। ਸਰਕਮਸਟੈਂਸਿਸ ਨਹੀਂ ਕਿਸੇ ਦੇ ਬਾਹਲੇ ਫਰਕ ਹੁੰਦੇ, ਪਰਿਸਥਿਤੀਆਂ ਆਲਮੋਸਟ ਇੱਕੋ ਜਿਹੀਆਂ ਹੀ ਹੁੰਦੀਆਂ। ਜਿੱਥੇ ਕਿਤੇ ਫਰਕ ਆਉਂਦਾ ਉਹ ਕਿੱਥੇ ਆਉਂਦਾ? ਉਹ ਮਨ ਸਥਿਤੀ ਦੇ ਵਿੱਚ ਫਰਕ ਹੈ। ਮੇਰੇ ਮਨ ਦੀ ਸਥਿਤੀ ਕੀ ਹੈ? ਪਰਿਸਥਿਤੀਆਂ ਫਰਕ ਨਹੀਂ ਹੁੰਦੀਆਂ। ਕੋਈ ਦੁਨੀਆ 'ਚ ਬੰਦਾ ਐਸਾ ਨਹੀਂ ਹੈ ਜਿਹਦੇ ਜ਼ਿੰਦਗੀ 'ਚ ਦੁੱਖ ਨਾ ਹੋਣ, ਪ੍ਰੋਬਲਮਸ ਨਾ ਹੋਣ, ਸਮੱਸਿਆਵਾਂ ਨਾ ਹੋਣ। ਇਹ ਮਨ ਸਥਿਤੀ ਹੈ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਰਿਸਪੌਂਡ ਕਿੱਦਾਂ ਕਰਦੇ ਹਾਂ। ਹਾਲਾਤ ਬਣ ਕੇ ਮੈਂ ਕਿੱਦਾਂ ਰਿਸਪੌਂਡ ਕਰਦਾ ਉਹਨਾਂ ਚੀਜ਼ਾਂ ਨੂੰ, ਇਹ ਡਿਪੈਂਡ ਉਹਦੇ ਤੇ ਕਰਦਾ ਹੈ। ਦੇਖੋ, ਸਾਡੇ ਕੋਲ ਦੋ ਆਪਸ਼ਨਸ ਹੀ ਹੁੰਦੀਆਂ। ਇੱਕ ਸਮਝੀਏ, ਜ਼ਿੰਦਗੀ 'ਚ ਹਾਲਾਤ ਆਏ ਕੋਈ ਤਾਂ ਸਾਡੇ ਕੋਲ ਦੋ ਆਪਸ਼ਨਸ ਨੇ, ਈਦਰ ਉਹਨੂੰ ਐਕਸੈਪਟ ਕਰ ਲਓ ਜਾਂ ਉਹਨੂੰ ਚੇਂਜ ਕਰ ਦਿਓ। ਦੇਖੋ, ਦੋ ਹੀ ਚੀਜ਼ਾਂ ਨੇ, ਜਾਂ ਤੇ ਹਾਲਾਤ ਨੂੰ ਬਦਲ ਦਿਓ। ਤੁਸੀਂ ਬਦਲ ਸਕਦੇ ਹੋ, ਤੁਹਾਡੇ ਵਿੱਚ ਸਮਰੱਥਾ ਹੈ ਤਾਂ ਉਸ ਹਾਲਾਤ ਨੂੰ ਬਦਲ ਦਿਓ। ਤੁਹਾਨੂੰ ਲੱਗਦਾ ਹੈ ਮਾੜੇ ਹਾਲਾਤ ਨੇ, ਬਦਲਣ ਦੀ ਕੋਸ਼ਿਸ਼ ਕਰੋ ਉਹਨਾਂ ਨੂੰ। ਜੇ ਨਹੀਂ ਬਦਲ ਸਕਦੇ ਫਿਰ ਕੀ ਕਰੋਗੇ? ਸਟ੍ਰੈਸ 'ਚ ਆ ਜਾਓਗੇ, ਨੀਂਦ ਦੀਆਂ ਗੋਲੀਆਂ ਖਾਣ ਲੱਗ ਜਾਓਗੇ। ਹਾਲਾਤ ਨਹੀਂ ਬਦਲ ਸਕਦੇ ਅਸੀਂ ਤਾਂ ਕੀ ਕਰੋਗੇ? ਫਿਰ ਉਹਨੂੰ ਐਕਸੈਪਟ ਕਰ ਲਓ, ਜੋ ਤੁਧ ਭਾਵੈ ਸਾਈ ਭਲੀ ਕਾ। ਜਦੋਂ ਨਹੀਂ ਬਦਲ ਸਕਦੇ ਫਿਰ ਮੰਨ ਲਓ। ਇਹੀ ਗੱਲ ਤੇ ਬਾਣੀ ਸਿਖਾ ਰਹੀ ਥਾਂ ਥਾਂ ਤੇ ਸਾਨੂੰ, ਇਹੀ ਚੀਜ਼ ਸਿਖਾਈ ਹੈ। ਜਹ ਜਹ ਰੱਖਿਆ ਆਪ ਤਹ ਜਾਏ ਖੜੋਵਣਾ। ਜਿੱਥੇ ਤੂੰ ਰੱਖੇਗਾ ਅਸੀਂ ਉੱਥੇ ਖੜ ਜਾਏਂਗੇ ਜਾ ਕੇ। ਮੰਨ ਲਿਆ ਸੀ। ਕਿੱਡੀਆਂ ਕਮਾਲ ਦੀਆਂ ਜੀਵਨ ਜੁਗਤਾਂ ਨੇ। ਜੇ ਜੀਵਨ ਦੇ ਵਿੱਚੋਂ ਸਟ੍ਰੈਸ ਕੱਢਣਾ ਤਾਂ ਅਸੀਂ ਇਤਿਹਾਸ ਸਾਰੇ ਅਸੀਂ ਪੜ੍ਹਦੇ, ਤੱਤੀ ਤਵੀ ਦੀ ਗੱਲ ਕਰਦੇ ਹਾਂ, ਠੰਡੇ ਬੁਰਜ ਦੀ ਗੱਲ ਕਰਦੇ ਹਾਂ। ਦੇਖੋ, ਨਾ ਤੇ ਤੱਤੀ ਤਵੀ ਤੇ ਸਿਦਕ ਡੋਲਦਾ ਹੈ। ਇੱਕ ਪਾਸੇ ਤੱਤੀ ਤਵੀ ਹੈ, ਜੂਨ ਦਾ ਮਹੀਨਾ ਹੈ, ਆਹ ਦਿਨ ਨੇ। ਇੱਕ ਪਾਸੇ ਠੰਡਾ ਬੁਰਜ ਹੈ, ਦਸੰਬਰ ਦਾ ਮਹੀਨਾ ਹੈ। ਨਾ ਸਿਦਕ ਤੱਤੀ ਤਵੀ ਤੇ ਡੋਲਦਾ, ਨਾ ਠੰਡੇ ਬੁਰਜ ਦੇ ਵਿੱਚ ਡੋਲਦਾ। ਕਿੰਨੇ ਕੰਟਰਾਸਟਿੰਗ ਜਿਹੜੇ ਹਾਲਾਤ ਨੇ। ਸਿਦਕ ਨਹੀਂ ਡੋਲ ਰਿਹਾ। ਅਸੀਂ ਇਕੱਲੇ ਕਈ ਵਾਰੀ ਇਹ ਦਿਹਾੜੇ ਤੇ ਸੈਲੀਬ੍ਰੇਟ ਕਰ ਲੈਣੇ, ਮਨਾ ਲੈਣੇ, ਅਸੀਂ ਯਾਦ ਤੇ ਕਰ ਲੈਣੇ, ਪਰ ਇਹਨਾਂ ਵਿੱਚ ਮਿਲਦਾ ਸੰਦੇਸ਼ ਵੀ ਜੀਵਨ ਦੇ ਵਿੱਚ ਲੈ ਕੇ ਆਈਏ ਨਾ ਕਿ ਸਿਦਕ ਕਿਤੇ ਵੀ ਨਹੀਂ ਡੋਲ ਰਿਹਾ, ਪਰ ਅਸੀਂ ਤਾਂ ਥਾਂ ਥਾਂ ਤੇ ਡੋਲਦੇ ਹਾਂ। ਹਰ ਹਾਲਾਤ, ਨਿੱਕੀਆਂ ਨਿੱਕੀਆਂ ਮੁਸੀਬਤਾਂ ਵੀ ਆ ਜਾਣ, ਨਿੱਕੀਆਂ ਨਿੱਕੀਆਂ ਮੁਸੀਬਤਾਂ ਦੇ ਵਿੱਚ ਵੀ ਡੋਲ ਜਾਂਦੇ ਹਾਂ। ਜਦੋਂ ਕਿ ਸਾਡੀ ਫਿਲਾਸਫੀ ਕੀ ਹੈ? ਨਾਨਕ ਭਗਤਾਂ ਸਦਾ ਵਿਗਾਸ, ਹਮੇਸ਼ਾ ਵਿਗਾਸ ਦੇ ਵਿੱਚ ਰਹਿਣਾ। ਕਦੇ ਕਦੇ ਨਹੀਂ ਕਿ ਕਦੇ ਮੈਂ ਖੁਸ਼ ਰਵਾਂ, ਕਦੇ ਦੁਖੀ ਹੋ ਜਾ। ਇਹ ਜੀਵਨ ਨਹੀਂ ਹੈ, ਇਹ ਦਿਨ ਕੱਟੀ ਹੈ। ਇਹਨੂੰ ਟਾਈਮ ਪਾਸ ਕਹਿੰਦੇ ਨੇ। ਕਦੇ ਬਹੁਤ ਖੁਸ਼ ਤੇ ਕਦੇ ਬਹੁਤ ਦੁਖੀ ਹੋ ਗਿਆ ਮੈਂ। ਸਾਨੂੰ ਜੋ ਗੁਰੂ ਪਾਤਸ਼ਾਹ ਨੇ ਦਿੱਤਾ, ਸਦਾ ਵਿਗਾਸ ਦੀ ਫਿਲਾਸਫੀ ਦਿੱਤੀ ਹੈ। ਜੋ ਸਾਨੂੰ ਗੁਰੂ ਸਾਹਿਬ ਨੇ ਦਿੱਤਾ
ਉਹ ਸਦਾ ਬਸੰਤ ਦੀ ਫਿਲਾਸਫੀ ਦਿੱਤੀ ਹੈ, ਸਦਾ ਬਸੰਤ। ਵੈਸੇ ਬਸੰਤ ਮਹੀਨਾ ਇੱਕ ਬਸੰਤ ਦਾ ਜਿਹੜਾ ਮਹੀਨਾ ਉਹ 30 ਦਿਨ ਦਾ ਹੈ, ਥੋੜੇ ਦਿਨਾਂ ਦਾ ਮਹੀਨਾ, ਇੱਕ ਮਹੀਨਾ ਹੀ ਹੁੰਦਾ ਬਸੰਤ ਰੁੱਤ ਦਾ। ਪਰ ਗੁਰੂ ਪਾਤਸ਼ਾਹ ਕਹਿੰਦੇ ਕਿ ਮੈਂ ਤੇਰੇ ਜੀਵਨ ਨੂੰ ਸਦਾ ਬਸੰਤ ਬਣਾ ਦੇਣਾ। ਸਭ ਤੋਂ ਵਧੀਆ ਮਹੀਨਾ ਹੁੰਦਾ ਰੁੱਤ ਦੇ ਪੱਖ ਤੋਂ। ਸਦ ਬਸੰਤ ਗੁਰ ਸ਼ਬਦ ਵਿਚਾਰ, ਪਰ ਆਉਣੀ ਕਿਵੇਂ ਹੈ? ਗੁਰੂ ਦੀ ਸ਼ਬਦ ਦੀ ਵਿਚਾਰ ਦੇ ਨਾਲ। ਗੁਰੂ ਦੇ ਸ਼ਬਦ ਦੀ ਵਿਚਾਰ ਦਾ ਮਤਲਬ ਕੀ ਹੈ? ਗਿਆਨ ਨੂੰ ਲੈ ਕੇ। ਜਦੋਂ ਉਸ ਗਿਆਨ ਦੀ ਰੋਸ਼ਨੀ ਵਿੱਚ ਜੀਵਨ ਜਿਉਏਗਾ ਤਾਂ ਗੁਰੂ ਸਾਹਿਬ ਕਹਿੰਦੇ ਤੇਰਾ ਜੀਵਨ ਸਦ ਬਸੰਤ ਬਣ ਜਾਣਾ ਹੈ। ਅੱਜ ਬੰਦਾ ਮੁਕਤ ਹੋਣਾ ਚਾਹੁੰਦਾ। ਮੈਂ ਥੋੜਾ ਜਿਹਾ ਸਮਾਂ, ਬਸ 5-4 ਮਿੰਟ ਹੋਰ ਲੈ ਕੇ ਮੈਂ ਸਮਾਪਤੀ ਕਰ ਦਿਆਂਗਾ। ਹਰ ਬੰਦਾ ਚਾਹੁੰਦਾ ਕਿ ਮੁਕਤੀ ਚਾਹੀਦੀ ਜ਼ਿੰਦਗੀ 'ਚ, ਤੇ ਬੰਦਾ ਮਰਨ ਤੋਂ ਬਾਅਦ ਮੁਕਤੀ ਚਾਹੁੰਦਾ ਆਮ ਕਰਕੇ। ਪਰ ਜੋ ਗੁਰਬਾਣੀ ਨੇ ਮੁਕਤੀ ਦੀ ਜੁਗਤ ਦੱਸੀ ਹੈ ਉਹ ਮੁਕਤੀ ਨਹੀਂ ਹੈ ਜਿਹੜੇ ਮਰਨ ਤੋਂ ਬਾਅਦ ਆਉਂਦੇ। ਉਹ ਤਾਂ ਬਾਣੀ ਕਹਿੰਦੀ ਹੈ ਮੂਏ ਮੂਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ। ਮਰਨ ਤੋਂ ਬਾਅਦ ਮੁਕਤੀ ਮਿਲਣੀ ਕੌਣ ਜਾਣਦਾ ਹੈ? ਜੋ ਸਾਡੀ ਜੁਗਤ ਹੈ ਉਹ ਜਿਉਂਦਿਆਂ ਜੀ ਮੁਕਤ ਹੋਣ ਦੀ ਹੈ, ਜੀਵਨ ਮੁਕਤ ਦੀ ਹੈ। ਸੁਖਮਨੀ ਸਾਹਿਬ 'ਚ ਬਹੁਤ ਵਾਰ ਜੀਵਨ ਮੁਕਤ ਸ਼ਬਦ ਹੈ। ਜੀਵਨ ਮੁਕਤ ਹੋ, ਜ਼ਿੰਦਗੀ ਜਿਉਂਦਿਆਂ ਉਸ ਤਰੀਕੇ ਨਾਲ ਜ਼ਿੰਦਗੀ ਜਿਉ ਕਿ ਤੂੰ ਜੀਵਨ ਮੁਕਤ ਹੋਣਾ ਹੈ। ਮਰਨ ਤੋਂ ਬਾਅਦ ਮੁਕਤੀ ਨਹੀਂ ਹੈ। ਮਰਨ ਤੋਂ ਬਾਅਦ ਮੁਕਤੀ ਕੌਣ ਜਾਣਦਾ? ਲਿਵਿੰਗ ਸਾਲਵੇਸ਼ਨ ਦੀ ਗੱਲ ਹੈ। ਉਹ ਜੀਵਨ ਢੰਗ ਸਾਨੂੰ ਜ਼ਿੰਦਗੀ ਦੇ ਵਿੱਚ ਅਪਣਾਉਣੇ ਪੈਣਗੇ ਜਿਨ੍ਹਾਂ ਦੇ ਚੱਲਦਿਆਂ ਅਸੀਂ ਆਪਣੇ ਜੀਵਨ ਮੁਕਤ ਹੋ ਸਕੀਏ, ਜਿੱਥੇ ਕੋਈ ਦੁੱਖ ਤੇ ਸੁੱਖ ਨਹੀਂ ਹੁੰਦਾ। ਇਹ ਉਹ ਅਵਸਥਾ ਹੁੰਦੀ ਹੈ ਜਿੱਥੇ ਦੁੱਖ ਤੇ ਸੁੱਖ ਨੂੰ ਇੱਕ ਬਰਾਬਰ ਕਰਕੇ ਮੰਨਿਆ ਜਾ ਸਕਦਾ। ਦੁੱਖ ਸੁੱਖ ਸਭ ਸਮ ਕਰ ਜਾਣੋ। ਜਿੱਥੇ ਹਰਖ ਤੇ ਸੋਗ ਇੱਕ ਬਰਾਬਰ ਹੈ। ਜਿੱਥੇ ਕੋਈ ਉਸਤਤ ਕਰੇ ਤਾਂ ਵੀ ਬੰਦਾ ਬਹੁਤਾ ਪੈਰ ਨਹੀਂ ਚੁੱਕਦਾ, ਤੇ ਜੇ ਕੋਈ ਨਿੰਦਿਆ ਕਰੇ ਤਾਂ ਵੀ ਘਬਰਾਉਂਦਾ ਨਹੀਂ। ਉਸਤਤ ਨਿੰਦਾ ਦੋ ਤਿਆਗਿਆ ਹੈ। ਇਹ ਲਿਵਿੰਗ ਸਾਲਵੇਸ਼ਨ ਹੈ। ਇਹੀ ਅਵਸਥਾ ਹੁੰਦੀ ਹੈ ਜਿੱਥੇ ਜਾ ਕੇ ਭਾਵੇਂ ਕੋਈ ਸਾਡੇ ਸਿਰ 'ਚ ਫੁੱਲ ਸੁੱਟੇ, ਚਾਹੇ ਕੋਈ ਸਵਾਹ ਸੁੱਟੇ, ਬੰਦੇ ਨੂੰ ਕੋਈ ਪਰਵਾਹ ਨਹੀਂ ਹੁੰਦੀ। ਫਿਰ ਮਾਨ ਅਪਮਾਨ ਦਾ ਕੋਈ ਬਾਹਲਾ ਫਿਕਰ ਨਹੀਂ ਹੁੰਦਾ, ਮੇਰਾ ਮਾਨ ਹੋ ਗਿਆ ਇੱਥੇ, ਮੇਰਾ ਅਪਮਾਨ ਹੋ ਗਿਆ। ਇਹ ਜੀਵਨ ਮੁਕਤ ਹੈ। ਅਸੀਂ ਤੇ ਇਹਨਾਂ ਚੱਕਰਾਂ 'ਚ ਪੈ ਕੇ ਸਟ੍ਰੈਸ ਦੇ ਵਿੱਚ ਆਏ ਰਹਿੰਦੇ ਹਾਂ। ਇਹੀ ਅਵਸਥਾ ਹੁੰਦੀ ਜਿੱਥੇ ਤਤੀਆਂ ਤਵੀਆਂ ਤੇ ਸਿਦਕ ਨਿਭਦੇ। ਐਵੇਂ ਕੋਈ ਨਿਭਾ ਹੀ ਨਹੀਂ ਸਕਦਾ, ਐਵੇਂ ਨਹੀਂ ਨਿਭਦੇ। ਇਹ ਲਿਵਿੰਗ ਸਾਲਵੇਸ਼ਨ ਦੀ ਅਵਸਥਾ ਹੀ ਹੈ। ਇੱਕ ਸਮਝੀਏ, ਜਿੰਨਾ ਵਿਰੋਧ ਜੀਵਨ ਦੇ ਵਿੱਚ ਹੈ ਉਹ ਸਾਨੂੰ ਤਕੜਿਆਂ ਕਰਨ ਲਈ ਹੈ। ਮੈਂ ਗੱਲ ਪਹਿਲਾਂ ਵੀ ਕਰ ਚੁੱਕੇ ਹਾਂ। ਦੋ ਭਲਵਾਨ ਰਿੰਗ ਦੇ ਵਿੱਚ ਭਿੜਦੇ ਹੈ। ਜੇ ਦੂਜਾ ਭਲਵਾਨ, ਸਾਹਮਣੇ ਵਾਲਾ ਭਲਵਾਨ ਜਿੰਨਾ ਜ਼ਿਆਦਾ ਤਕੜਾ ਹੋਊਗਾ, ਦੂਜਾ ਬੰਦਾ ਵੀ ਉਨੀ ਤਿਆਰੀ ਕਰੂਗਾ। ਜੇ ਸਾਹਮਣਾ ਭਲਵਾਨ ਹੀ ਮਰੀਅਲ ਜਿਹਾ, ਮਾੜਕੂ ਜਿਹਾ, ਤੇ ਫਿਰ ਦੂਜੇ ਭਲਵਾਨ ਨੂੰ ਤਿਆਰੀ ਕਰਨ ਦੀ ਕੀ ਲੋੜ ਹੈ? ਜਾਂ ਰਿੰਗ ਦੇ ਵਿੱਚ ਦੂਜਾ ਭਲਵਾਨ ਹੋਵੇ ਕੋਈ ਨਾ, ਇੱਕ ਭਲਵਾਨ ਹੀ ਹੋਵੇ, ਉਹ ਕਹਿੰਦਾ ਠੀਕ ਹੈ ਥਾਪੀਆਂ ਮਾਰ ਕੇ ਉਹ ਤਾਂ ਵਿਨਰ ਹੀ, ਜੇਤੂ ਹੀ ਹੋ, ਵਿਰੋਧ ਹੈ ਹੀ ਕੋਈ ਨਹੀਂ। ਉਹਨੂੰ ਕੀ ਲੋੜ ਆ ਬਦਾਮ ਖਾਣ ਦੀ? ਉਹਨੂੰ ਕੀ ਲੋੜ ਆ ਮਾਲਸ਼ਾਂ ਕਰਾਉਣ ਦੀ? ਵਿਰੋਧ ਵਿੱਚ ਹੈ ਹੀ ਕੋਈ ਨਹੀਂ। ਜਿੰਨਾ ਵਿਰੋਧੀ ਗੋਲਕੀਪਰ ਜ਼ਿਆਦਾ ਤਕੜਾ ਨਾ ਹਾਕੀ ਦੇ ਵਿੱਚ, ਓਨਾ ਹੀ ਜ਼ਿਆਦਾ ਸਟ੍ਰਾਈਕ ਕਰਨ ਵਾਲੇ ਨੂੰ ਆਪਣੀ ਜੁਗਤ ਦੇ ਵਿੱਚ ਨਿਖਾਰ ਲਿਆਉਣਾ ਪੈਂਦਾ ਹੈ। ਪਤਾ ਹੈ ਸਾਹਮਣੇ ਗੋਲਕੀਪਰ ਬੜਾ ਤਕੜਾ ਖੜਾ ਹੈ। ਕ੍ਰਿਕਟ ਦੇ ਵਿੱਚ ਜਿੰਨਾ ਵਧੀਆ ਬੈਟਸਮੈਨ ਅਗਲਾ ਹੋਵੇ ਨਾ, ਉਹਨੇ ਤਕੜੇ ਬਾਲਰ ਲਾਉਣੇ ਪੈਂਦੇ ਹੈਗੇ। ਪਤਾ ਨਹੀਂ ਤਾਂ ਚੌਕੇ ਛੱਕੇ ਪੈਣਗੇ ਅੱਗੋਂ। ਜਿੰਨਾ ਵਿਰੋਧ ਹੋਏਗਾ ਉਹ ਸਾਨੂੰ ਤਕੜਿਆਂ ਕਰਨ ਲਈ ਹੈ, ਸਾਡੀ ਸ਼ਖਸੀਅਤ ਦੇ ਵਿੱਚ ਨਿਖਾਰ ਲਿਆਉਣ ਲਈ ਹੈ। ਇੱਕ ਗੱਲ ਸਮਝ ਲਈਏ ਬਸ ਅਸੀਂ, ਜਿੰਨਾ ਵੀ ਵਿਰੋਧ ਹੈ ਤੇ ਵਿਰੋਧ ਨੂੰ ਵੈਲਕਮ ਕਰਨਾ ਚਾਹੀਦਾ ਹੈ। ਅਸਲ 'ਚ ਕਈ ਚੀਜ਼ਾਂ ਵਿਰੋਧੀ ਹੁੰਦੀਆਂ ਹੀ ਨਹੀਂ, ਅਸੀਂ ਵਿਰੋਧੀ ਬਣਾ ਦਿੰਦੇ ਹਾਂ। ਉਹ ਕੰਪਲੀਮੈਂਟਰੀ ਹੁੰਦੀਆਂ। ਸਾਨੂੰ ਬਚਪਨ 'ਚ ਨਾ ਇੱਕ ਚੀਜ਼ ਸਿਖਾਈ ਗਈ ਬੱਚਿਆਂ ਨੂੰ ਕਿ ਦਿਨ ਦਾ ਵਿਰੋਧੀ ਕੀ ਹੈ? ਕਹਿੰਦੇ ਰਾਤ। ਕਹਿੰਦੇ ਹਨੇਰੇ ਦਾ ਵਿਰੋਧੀ ਕੀ ਹੈ? ਚਾਨਣ। ਇਹ ਗਲਤ ਹੈ, ਠੀਕ ਨਹੀਂ ਹੈਗਾ। ਇਹ ਵਿਰੋਧੀ ਸ਼ਬਦ ਨਹੀਂ ਹੈ। ਦਿਨ ਦਾ ਵਿਰੋਧੀ ਨਹੀਂ ਹੈ ਰਾਤ, ਚਾਨਣ ਦਾ ਵਿਰੋਧੀ ਹਨੇਰਾ ਨਹੀਂ ਹੈ। ਇਹ ਕੰਪਲੀਮੈਂਟਰੀ ਹੈ। ਦੋਵੇਂ ਚੀਜ਼ਾਂ ਚਾਹੀਦੀਆਂ, ਦਿਨ ਵੀ ਚਾਹੀਦੀ ਹੈ, ਰਾਤ ਵੀ ਚਾਹੀਦੀ ਹੈ, ਹਨੇਰਾ ਵੀ ਚਾਹੀਦਾ, ਚਾਨਣ ਵੀ ਚਾਹੀਦਾ ਹੈ। ਚੰਗਿਆਈ ਦਾ ਵਿਰੋਧੀ ਸ਼ਬਦ ਨਹੀਂ ਹੈ ਬੁਰਾਈ। ਚੰਗਿਆਈ ਵੀ ਚਾਹੀਦੀ ਹੈ, ਜੀਵਨ 'ਚ ਤਕੜਿਆਂ ਕਰਨ ਲਈ ਬੁਰਾਈ ਵੀ ਚਾਹੀਦੀ ਹੈ, ਤਾਂ ਬੰਦਾ ਤਕੜਾ ਹੁੰਦਾ ਹੈ। ਇਹ ਵਿਰੋਧ ਨਹੀਂ ਹੈ, ਇਹ ਕੰਪਲੀਮੈਂਟਰੀ ਚੀਜ਼ਾਂ ਨੇ। ਇਹਨਾਂ ਤੋਂ ਬਿਨਾਂ ਬੰਦਾ ਤਕੜਾ ਹੁੰਦਾ ਹੀ ਨਹੀਂ। ਜੇ ਬੁਰਾਈ ਹੋਏਗੀ ਤਾਂ ਚੰਗਿਆਈ ਆਪਣੇ ਆਪ ਨੂੰ ਇੰਪਰੂਵ ਕਰਦੀ ਹੈ, ਫਿਰ ਚੰਗੀਆਂ ਤਾਕਤਾਂ ਆਪਣੇ ਆਪ ਨੂੰ ਸਟਰੈਂਥਨ ਕਰਦੀਆਂ। ਅਸੀਂ ਹਰ ਇੱਕ ਚੀਜ਼ ਨੂੰ ਵਿਰੋਧ ਵਿੱਚ ਲਿਆ ਕੇ ਖੜਾ ਕਰਦਾ ਜਿੱਥੇ ਪ੍ਰੋਬਲਮ ਆ ਗਈ, ਜਿੱਥੋਂ ਅਸੀਂ ਸਟ੍ਰੈਸ ਦੇ ਵਿੱਚ ਆ ਗਏ। ਇਹ ਚੀਜ਼ਾਂ ਦੀ ਤਾਂ ਜ਼ਰੂਰਤ ਹੈ ਜ਼ਿੰਦਗੀ ਨੂੰ ਚੰਗਾ ਬਣਾਉਣ ਦੇ ਲਈ, ਵਧੀਆ ਬਣਾਉਣ ਦੇ ਲਈ। ਪੁਰਾਣੇ ਵੇਲਿਆਂ 'ਚ ਜਦੋਂ ਕੋਈ ਕੱਪੜਾ ਬੁਣਿਆ ਜਾਂਦਾ ਸੀ ਨਾ, ਤਾਨਾ ਤੇ ਪੇਟਾ ਬੁਣਿਆ ਜਾਂਦਾ ਸੀ। ਇੱਕ ਡਾਇਰੈਕਸ਼ਨ ਦੇ ਵਿੱਚ ਤਾਨਾ ਚੱਲਦਾ ਸੀ, ਇੱਕ 'ਚ ਪੇਟਾ ਚੱਲਦਾ ਸੀ, ਤਾਂ ਕੋਈ ਕੱਪੜਾ ਬੁਣਿਆ ਜਾਂਦਾ ਸੀ। ਖੇਸ ਚਾਦਰਾਂ ਬੁਣੀਆਂ ਜਾਂਦੀਆਂ ਸੀ। ਵਿਰੋਧ ਵਿੱਚ ਚੱਲਦਾ ਸੀ। ਜੇ ਇੱਕ ਦਿਸ਼ਾ ਵਿੱਚ ਚੱਲੇ ਕੋਈ ਚੀਜ਼, ਕੱਪੜਾ ਬੁਣਿਆ ਨਹੀਂ ਜਾਂਦਾ, ਧਾਗੇ ਰਹਿ ਜਾਣਗੇ। ਉਹ ਵਿਰੋਧ ਵਿੱਚ ਚੀਜ਼ਾਂ ਚੱਲਦੀਆਂ ਤਾਂ ਕੋਈ ਕ੍ਰੀਏਸ਼ਨ ਹੁੰਦੀ ਹੈ। ਇੱਕ ਮਿਸਤਰੀ ਹੈ, ਕੰਧ ਖੜੀ ਕਰਦਾ ਹੈ, ਇੱਟਾਂ ਦੇ ਰਦੇ ਲਾਉਂਦਾ ਹੈ। ਇੱਕ ਰਦਾ ਐਂ ਚੱਲਦਾ ਹੈ, ਇੱਕ ਰਦਾ ਐਂ ਚੱਲਦਾ ਇੱਟਾਂ ਦਾ।
ਉਲਟ ਚੱਲਦਾ ਹੈ, ਏਦਾਂ ਏਦਾਂ ਇੱਟਾਂ ਉਲਟ ਦਿਸ਼ਾ ਵਿੱਚ ਲੱਗਦੀਆਂ ਇੱਟਾਂ ਤਾਂ ਕੰਧ ਖੜੀ ਹੁੰਦੀ ਹੈ, ਕ੍ਰੀਏਸ਼ਨ ਹੁੰਦੀ ਹੈ ਤਾਂ। ਤੇ ਜੇ ਇੱਕੋ ਦਿਸ਼ਾ 'ਚ ਰਦੇ ਲਾਉਣੇ ਸ਼ੁਰੂ ਕਰ ਦਿਓ, ਕੰਧ ਬਾਹਲੀ ਮਜ਼ਬੂਤ ਨਹੀਂ ਬਣਦੀ, ਖੜਦੀ ਨਹੀਂ ਹੈ ਕੰਧ, ਡਿੱਗ ਪੈਣੀ ਹੈ ਉਹ। ਵਿਰੋਧ ਤਾਂ ਚਾਹੀਦਾ ਹੈ, ਵਿਰੋਧ ਤੋਂ ਬਿਨਾਂ ਗੱਲ ਨਹੀਂ ਬਣਦੀ। ਕ੍ਰਿਕਟ ਦੇ ਮੈਚ ਵਿੱਚ ਕਿਤੇ ਪਤਾ ਲੱਗ ਜੇ ਨਾ ਕਿ ਮੈਚ ਫਿਕਸਿੰਗ ਹੋਈ ਹੈ, ਮੈਚ ਵੇਖਣ ਦਾ ਸਵਾਦ ਹੀ ਖਰਾਬ ਹੋ ਜਾਂਦਾ ਹੈ। ਤੇ ਜਦੋਂ ਪਤਾ ਹੋਵੇ ਵੀ ਇੰਡੀਆ ਤੇ ਪਾਕਿਸਤਾਨ ਦਾ ਮੈਚ ਹੋਣਾ ਹੈ, ਵੀ ਵਿਰੋਧ ਕਿੰਨਾ ਤਕੜਾ ਹੈ, ਫਿਰ ਮੈਚ ਵੇਖਣ ਦਾ ਸਵਾਦ ਆਉਂਦਾ। ਪਰ ਜੇ ਕੋਈ ਦੱਸ ਦੇ ਵੀ ਯਾਰ ਮੈਚ ਫਿਕਸਿੰਗ ਹੋ ਗਈ ਇਹਨਾਂ ਦੀ, ਇਹ ਤਾਂ ਰਲ ਕੇ ਖੇਡਣ ਲੱਗੇ ਆ, ਵਿਰੋਧ ਹੀ ਕੋਈ ਨਹੀਂ ਹੈਗਾ ਇਹਨਾਂ ਦਾ, ਮੈਚ ਫਿਕਸਿੰਗ ਮਤਲਬ ਵਿਰੋਧ ਕੋਈ ਨਹੀਂ, ਉੱਥੇ ਸਵਾਦ ਹੀ ਖਤਮ ਹੋ ਗਿਆ। ਜ਼ਿੰਦਗੀ ਦਾ ਸਵਾਦ ਵੀ ਇਸ ਜੰਗ ਦੇ ਵਿੱਚ ਹੀ ਹੈ। ਆਸਾ ਕੀ ਵਾਰ ਦੀ ਬਾਣੀ ਸਾਰੀ ਜੰਗ ਤਾਂ ਹੈ ਕਿ ਇਸ ਜੰਗ ਕਿਵੇਂ ਲੜਨੀ ਹੈ ਚੰਗਿਆਈ ਤੇ ਬੁਰਾਈ ਦੀ, ਇਹੀ ਤਾਂ ਚੀਜ਼ ਹੈ ਉਹਦੇ 'ਚ। ਵਿਰੋਧ ਨਹੀਂ ਹੈ, ਘਬਰਾਈਏ ਨਾ, ਇਹਨੂੰ ਵੈਲਕਮ ਕਰੀਏ। ਅਸੀਂ ਦੇਖਣਾ ਹੈ ਕਿ ਜੇ ਬੁਰਾਈ ਦੀਆਂ ਤਾਕਤਾਂ ਨੇ ਤੇ ਚੰਗਿਆਈ ਦੀਆਂ ਤਾਕਤਾਂ ਵੀ ਨੇ, ਉਹਨਾਂ ਨੂੰ ਜਥੇਬੰਦ ਕਿਸ ਤਰੀਕੇ ਨਾਲ ਕਰਨਾ ਹੈ। ਬਸ ਇਹ ਸਮਝੀਏ ਕਿ ਲਾਈਫ ਇਜ਼ ਲਾਈਕ ਅ ਪਿਆਨੋ, white keys are happy moments, black keys are sad moments, but remember both keys are played together to give sweet music, this is life। ਇਹੀ ਜ਼ਿੰਦਗੀ ਹੈ। ਸੋ ਦੁੱਖ ਗਿਫਟ ਹੈ, ਮੈਂ ਸਮਾਪਤੀ ਵਾਲੇ ਪਾਸੇ ਨੂੰ ਚੱਲਾਂ। ਸੋ every problem brings gift for us, ਇਹ ਯਾਦ ਰੱਖੀਏ। ਦੁੱਖ ਦਾਤ ਹੀ ਹੈ, ਦੁੱਖ ਨੂੰ ਹਮੇਸ਼ਾ ਦਾਤ ਕਰਕੇ ਲੈਣਾ ਹੈ। ਇੱਕ ਦੁੱਖ ਤਾਂ ਉਹ ਹੁੰਦੇ ਆ ਨਾ ਜਿਹੜੇ ਸਾਡੇ ਗਲਤ ਜੀਵਨ ਢੰਗ ਕਰਕੇ ਹੈ, ਉਹਨੂੰ ਬਦਲਣਾ ਆਪਣੇ ਜੀਵਨ ਢੰਗ ਨੂੰ ਅਸੀਂ। ਪਰ ਕੁਝ ਚੀਜ਼ਾਂ ਜ਼ਿੰਦਗੀ 'ਚ ਆਉਂਦੀਆਂ ਨੇ ਜਿਨ੍ਹਾਂ ਬਾਰੇ ਸਾਨੂੰ ਪਤਾ ਹੀ ਨਹੀਂ ਕਿੱਦਾਂ ਆ ਗਈਆਂ, ਇਹ ਕਿਉਂ ਹੋ ਗਈਆਂ ਚੀਜ਼ਾਂ, ਉਹਨੂੰ ਗਿਫਟ ਕਰਕੇ ਮੰਨਣਾ ਅਸੀਂ, ਉਹ ਸਾਡੇ ਲਈ ਗਿਫਟ ਹੀ ਨੇ। ਇੱਕ ਬੜੀ ਇੰਪੋਰਟੈਂਟ ਚੀਜ਼ ਹੈ, ਬਹੁਤ ਵਾਰੀ ਜ਼ਿੰਦਗੀ 'ਚ ਐਸੇ ਹਾਲਾਤ ਬਣ ਜਾਂਦੇ ਨੇ, ਮੈਂ ਇੱਕ ਦੋ ਸਲਾਈਡਸ ਹੋਰ ਲੈ ਕੇ ਖਤਮ ਕਰਨ ਲੱਗੇ ਹਾਂ, ਜਿੱਥੇ ਜਾ ਕੇ ਬੰਦੇ ਦੀ ਅਕਲ ਜਵਾਬ ਦੇ ਜਾਂਦੇ ਵੀ ਮੇਰੇ ਨਾਲ ਕਿਉਂ ਹੋਇਆ ਇਸ ਤਰੀਕੇ ਨਾਲ। ਇਹ ਗੱਲ ਸਮਝੀਏ, ਜਿਵੇਂ ਇੱਕ ਨਾਟਕ ਚੱਲਦਾ ਨਾ ਜੀ, ਨਾਟਕ ਦੇ ਵਿੱਚ ਕੀ ਹੁੰਦਾ, ਇੱਕ ਡਾਇਰੈਕਟਰ ਹੈ, ਉਹਨੇ ਐਕਟਰ ਚੂਜ਼ ਕਰਨੇ ਹੁੰਦੇ ਆ। ਇੱਕ ਨਾਟਕ ਹੈ, ਡਾਇਰੈਕਟਰ ਬੈਠਾ ਹੈ, ਉਸ ਨਾਟਕ ਦੇ ਵਿੱਚ ਇੱਕ ਅਮੀਰ ਦਾ ਰੋਲ ਹੈ ਤੇ ਇੱਕ ਗਰੀਬ ਦਾ ਰੋਲ ਹੈ। ਉਹਨੇ ਆਰਟਿਸਟ ਬੁਲਾ ਲਏ ਵੀ ਚਲੋ ਆਪਾਂ ਆਰਟਿਸਟ ਚੂਜ਼ ਕਰਦੇ ਹਾਂ, ਕਿਹਨੂੰ ਗਰੀਬ ਦਾ ਰੋਲ ਦੇਣਾ, ਕਿਹਨੂੰ ਅਮੀਰ ਦਾ ਦੇਣਾ। ਇੱਕ ਬੰਦਾ ਬੁਲਾਉਂਦੇ ਹੈ, ਕਰੋੜਪਤੀ ਪਿਓ ਦਾ ਬੱਚਾ ਹੈ ਉਹ, ਇਨ ਰੀਅਲ ਲਾਈਫ। ਉਹਨੂੰ ਬੁਲਾ ਕੇ ਡਾਇਰੈਕਟਰ ਕਹਿੰਦਾ ਯਾਰ ਤੇਰਾ ਮੈਂ ਦੇਖ ਲਿਆ ਸਾਰਾ ਕੁਝ, ਤੂੰ ਨਾ ਭਿਖਾਰੀ ਦੇ ਰੋਲ ਦੇ ਵਿੱਚ ਬੜਾ ਫਿੱਟ ਆਏਗਾ ਇਸ ਨਾਟਕ 'ਚ। ਉਹ ਕਹਿੰਦਾ ਯਾਰ ਮੈਂ ਕਰੋੜਪਤੀ ਪਿਓ ਦਾ ਪੁੱਤ ਤੇ ਮੈਂ ਭਿਖਾਰੀ ਦਾ ਰੋਲ ਕਰਾਂ, ਮੈਨੂੰ ਅਮੀਰ ਦਾ ਰੋਲ ਦੇ। ਉਹ ਕਹਿੰਦਾ ਨਹੀਂ, ਤੂੰ ਫਿੱਟ ਹੀ ਇਸ ਰੋਲ 'ਚ ਆ ਰਿਹਾ ਹੈ, ਤੂੰ ਬਹੁਤ ਜਚੇਗਾ, ਤੇਰੀ ਐਕਟਿੰਗ ਕਰਕੇ ਲੋਕ ਵਾਹ ਵਾਹ ਕਰਨਗੇ, ਤੈਨੂੰ ਬੜੇ ਵੱਡੇ ਅਵਾਰਡ ਮਿਲ ਸਕਦੇ ਹੈ, ਤੂੰ ਇਹ ਰੋਲ ਕਰ। ਉਹ ਕਹਿੰਦਾ ਨਹੀਂ ਮੈਂ ਨਹੀਂ ਕਰਨਾ ਰੋਲ, ਮੈਂ ਤਾਂ ਕਰੋੜਪਤੀ ਗੱਡੀ 'ਚ ਮੈਂ ਉਤਰ ਕੇ ਆਇਆ, ਮੈਂ ਭਿਖਾਰੀ ਦਾ ਰੋਲ ਨਹੀਂ ਕਰਨਾ। ਤੇ ਡਾਇਰੈਕਟਰ ਕੀ ਕਹੇਗਾ, ਚੰਗਾ ਫਿਰ ਜਾ, ਮੈਂ ਕੋਈ ਹੋਰ ਦੇਖ ਲੈਂਦਾ। ਤੁਰਿਆ ਫਿਰ। ਤੇ ਜੇ ਉਹ ਰੋਲ ਕਰਦਾ, ਹੋ ਸਕਦਾ ਪਤਾ ਨਹੀਂ ਕਿੰਨੇ ਕੁ ਮਾਨ ਸਨਮਾਨ ਮਿਲਦੇ ਉਹਨੂੰ ਉਹਦੀ ਐਕਟਿੰਗ ਕਰਕੇ। ਰੀਅਲ ਥੋੜਾ ਸੀ। ਬਸ ਆਹੀ ਚੀਜ਼ ਹੈ, ਗੁਰੂ ਸਾਹਿਬ ਨੇ ਇੱਕ ਗੱਲ ਸਮਝਾਈ ਸਾਨੂੰ, ਜੇ ਕੋਈ ਚੀਜ਼ ਨਾ ਸਮਝ ਲੱਗੇ ਜ਼ਿੰਦਗੀ 'ਚ, ਕਦੇ ਕੋਈ ਨਾ ਲੱਗੇ ਯਾਰ ਆ ਕਿਉਂ ਹੈ, ਤਾਂ ਫਿਰ ਇਹ ਗੱਲ ਸਮਝ ਲਓ ਵੀ ਇਹ ਦੁਨੀਆ ਵੀ ਖੇਡ ਤਮਾਸ਼ਾ ਹੈ। ਮੈਂ ਨਹੀਂ ਕਹਿ ਰਿਹਾ, ਗੁਰੂ ਸਾਹਿਬ ਨੇ ਕਿਹਾ ਗੁਰਬਾਣੀ 'ਚ, ਗੁਰੂ ਸਾਹਿਬ ਨੇ ਕਿਹਾ, ਜਪਜੀ ਦੀ ਬਾਣੀ 'ਚ ਵੀ ਕਿਹਾ, ਕਹਿੰਦੇ ਨੇ ਨਾ ਖੇਲ ਹੈ ਸਗਲ ਜਗਤ, ਦੁਨੀਆ ਖੇਡਦੀ ਪਈ ਹੈ, ਖੇਡ ਤਮਾਸ਼ਾ ਹੋ ਰਿਹਾ ਹੈ। ਬਾਜੀਗਰ ਡੰਕ ਵਜਾਈ, ਸਭ ਖਲਕ ਤਮਾਸ਼ੇ, ਇਹ ਦੁਨੀਆ ਤਮਾਸ਼ਾ ਕਰਦੀ ਪਈ ਹੈ। ਆਪਾਂ ਵੀ ਉਸ ਤਮਾਸ਼ੇ ਦਾ ਇੱਕ ਸੀਨ ਹੀ ਚੱਲ ਰਿਹਾ, ਇਹ ਤੇ ਰੀਅਲ ਨਹੀਂ ਹੈ, ਇਹ ਵੀ ਤਮਾਸ਼ੇ ਦਾ ਸੀਨ ਹੀ ਹੈ। ਅਸੀਂ ਆਪਣਾ ਰੋਲ ਨਿਭਾ ਰਹੇ ਹਾਂ, ਬਸ ਜੋ ਰੋਲ ਸਾਨੂੰ ਮਿਲਿਆ। ਮੈਨੂੰ ਚੰਗੇ ਦਾ ਰੋਲ ਮਿਲ ਗਿਆ ਤਾਂ ਮੈਂ ਸ਼ੁਕਰਾਨਾ ਕਰਾਂ, ਮੈਨੂੰ ਕੋਈ ਉਹੋ ਜਿਹਾ ਰੋਲ ਮਿਲ ਗਿਆ ਕਮੀਆਂ ਪੇਸ਼ੀਆਂ ਵਾਲਾ ਜ਼ਿੰਦਗੀ 'ਚ, ਮੈਂ ਸ਼ੁਕਰਾਨਾ ਕਰਾਂ। ਮੇਰੇ ਕੋਲ ਕੋਈ ਦੂਜੀ ਆਪਸ਼ਨ ਨਹੀਂ ਹੈ। ਪਰਮਾਤਮਾ ਡਾਇਰੈਕਟਰ ਹੈ, ਉਹਨੇ ਰੋਲ ਦੇ ਦਿੱਤੇ, ਜੇ ਤਾਂ ਖੁਸ਼ ਹੋ ਕੇ ਨਿਭਾ ਲਾਂਗੇ, ਮੰਨ ਕੇ ਚੰਗੇ ਖੁਸ਼ੀ ਨਿਭਾਵਾਂਗੇ ਤੇ ਫਿਰ ਸ਼ਾਬਾਸ਼ ਹੀ ਸ਼ਾਬਾਸ਼ ਹੈ, ਨਹੀਂ ਤਾਂ ਰੋਲ ਤਾਂ ਨਿਭਾਉਣਾ ਹੀ ਪੈਣਾ ਹੈ। ਆਪਸ਼ਨ ਕੋਈ ਨਹੀਂ ਹੈ ਸਾਡੇ ਕੋਲ, ਫਿਰ ਦੁਖੀ ਹੋਈ ਚੱਲਾਂਗੇ, ਉਲਾਂਭੇ ਦੇ ਕੇ ਜ਼ਿੰਦਗੀ ਕੱਢਾਂਗੇ। ਤੇ ਜੇ ਖੁਸ਼ੀ ਨਿਭਾਵਾਂਗੇ ਵੀ ਜੋ ਤੁਧ ਭਾਵ ਹੈ, ਜਿੱਥੇ ਤੂੰ ਖੜਾਏਗਾ ਉੱਥੇ ਖੜੇ ਹੈ, ਤੂੰ ਰੋਲ ਦੇਤਾ ਮੈਂ ਨਿਭਾਉਂਗਾ, ਕੋਈ ਗੱਲ ਨਹੀਂ, ਜਿਹੋ ਜਿਹਾ ਰੋਲ ਵੀ ਮਿਲਿਆ। ਦੁੱਖ ਦਿੱਤੇ ਤਾਂ ਵੀ ਕੋਈ ਨਹੀਂ, ਭੁੱਖਾਂ ਦਿੱਤੀਆਂ ਤਾਂ ਵੀ ਕੋਈ ਨਹੀਂ, ਮੁਸੀਬਤਾਂ ਆ ਗਈਆਂ ਤਾਂ ਵੀ ਕੋਈ ਨਹੀਂ। ਫਿਰ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਨਹੀਂ ਆਉਂਦੀਆਂ, ਫਿਰ ਪ੍ਰੋਬਲਮਸ ਨਹੀਂ ਆਉਂਦੀਆਂ। ਸੋ ਸਾਡੀ ਇਤਿਹਾਸ ਦੇ ਵਿੱਚ ਤਾਂ ਏਡੀਆਂ ਵੱਡੀਆਂ ਚੀਜ਼ਾਂ ਪਈਆਂ ਨੇ। ਇੱਕ ਤਾਂ ਪ੍ਰੋਬਲਮ ਹੁੰਦੀ ਹੈ, ਇੱਕ ਕ੍ਰਾਈਸਿਸ ਹੁੰਦਾ ਹੈ। ਸਾਡੇ ਇਤਿਹਾਸ 'ਚ ਚਮਕੌਰ ਦੀ ਬੜੀ ਗੜੀ ਦਾ ਜੇ ਅਸੀਂ ਗੱਲ ਕਰਦੇ ਹਾਂ, ਕ੍ਰਾਈਸਿਸ ਦੀ ਗੱਲ ਹੈ। ਅੱਜ ਦੁਨੀਆ ਦੀਆਂ ਯੂਨੀਵਰਸਿਟੀਆਂ 'ਚ ਕ੍ਰਾਈਸਿਸ ਮੈਨੇਜਮੈਂਟ ਸਬਜੈਕਟ ਪੜ੍ਹਾਇਆ ਜਾਂਦਾ ਹੈ, ਤੇ ਜਿਸ ਕੌਮ ਦੇ ਇਤਿਹਾਸ ਦੇ ਵਿੱਚ ਚਮਕੌਰ ਦੀ ਗੜੀ ਵਰਗਾ ਕ੍ਰਾਈਸਿਸ ਜਿਹੜਾ ਇਤਿਹਾਸ, ਇਦੋਂ ਵੱਡਾ ਕ੍ਰਾਈਸਿਸ ਦੁਨੀਆ ਦੇ ਇਤਿਹਾਸ ਕਿਤੇ ਨਹੀਂ ਆਇਆ। ਤੇ ਜੇ ਅੱਜ ਉਸ ਇਤਿਹਾਸ ਦੇ ਵਾਰਸ ਵੀ ਨਿੱਕੀਆਂ ਮੁਸ਼ਕਲਾਂ ਕਰਕੇ, ਮੁਸੀਬਤਾਂ ਕਰਕੇ ਜੇ ਅੱਜ ਅਸੀਂ ਸਟ੍ਰੈਸ ਵਿੱਚ ਆ ਜਾਂਦੇ ਹਾਂ, ਤੇ ਫਿਰ ਸਾਨੂੰ ਜ਼ਰੂਰ ਆਪਣੀ ਲਾਈਫ ਨੂੰ ਰੀਇੰਟਰਪ੍ਰੈਟ ਕਰਨ ਦੀ ਲੋੜ ਹੈ, ਫਿਰ ਜ਼ਿੰਦਗੀ 'ਚ ਗੱਲ ਬਣ ਜਾਣੀ ਹੈ। ਸੋ ਇੱਕ ਗੱਲ ਸਮਝੀਏ ਕਿ ਪੇਨ ਇਜ਼ ਇਨਐਵਿਟੇਬਲ, ਇਹ ਤਾਂ ਆਉਣੀ ਹੈ, ਦਰਦ ਤਾਂ ਆਉਣੇ ਹੀ ਆਉਣੇ ਹੈ।
ਧਰਮੀ ਹੋਣ ਦਾ ਮਤਲਬ ਇਹ ਕਿਤੇ ਵੀ ਨਹੀਂ ਹੈ ਕਿ ਸਾਨੂੰ ਦੁੱਖ ਨਾ ਆਉਣ। ਕਿਤੇ ਗੁਰੂ ਪਾਤਸ਼ਾਹ ਨੇ ਤਾਂ ਸਾਨੂੰ ਗਰੰਟੀ ਨਹੀਂ ਦਿੱਤੀ ਉਦੋਂ ਦੁੱਖ ਨਹੀਂ ਆਉਣਗੇ। ਉਹ ਕਹਿੰਦੇ ਦੁੱਖ ਲੱਗਣਗੇ ਨਹੀਂ। ਨਾਨਕ ਬੋਲਣ ਝਖਣਾ, ਦੁੱਖ ਛੱਡ ਮੰਗੀਐ ਸੁਖ, ਦੁੱਖ ਸੁਖ ਦੋਇਦਾਰ ਕੱਪੜੇ ਪਹਿਰੇ ਜਾਏ ਮਨੁੱਖ। ਦੁੱਖ ਤਾਂ ਆਉਣਗੇ ਪਰ ਤੈਨੂੰ ਦੁੱਖ ਲੱਗਣੇ ਨਹੀਂ, ਤੈਨੂੰ ਮਹਿਸੂਸ ਨਹੀਂ ਹੋਣੇ। ਤੈਨੂੰ ਜ਼ਿੰਦਗੀ ਜਿਉਣ ਦੀ ਜੁਗਤ ਦੇ ਚੱਲੇ ਆ ਤੇ ਤੂੰ ਦੁੱਖਾਂ ਦੇ ਵਿੱਚ ਰਹਿੰਦਿਆਂ ਵੀ ਸੁਖੀ ਰਹੇਗਾ, ਚੜ੍ਹਦੀ ਕਲਾ ਤੇ ਰਹੇਗਾ। ਤਤੀਆਂ ਤਵੀਆਂ ਤੇ ਬੈਠਿਆਂ ਵੀ ਤੂੰ ਕਹਿ ਸਕਦਾ ਕਿ ਤੇਰਾ ਕੀ ਆ ਮਿੱਠਾ ਲੱਗੇ, ਕੋਈ ਸਮੱਸਿਆ ਨਹੀਂ ਹੈ। ਪੇਨ ਤਾਂ ਆਉਣੀ ਹੈ, ਸਫਰਿੰਗ ਇਜ਼ ਆਪਸ਼ਨਲ। ਅਸੀਂ ਦੁਖੀ ਹੋਣਾ ਕਿ ਨਹੀਂ ਹੋਣਾ ਇਹ ਮੇਰੀ ਆਪਸ਼ਨ ਹੈ। ਜੇ ਤੇ ਉਹ ਜੀਵਨ ਜੁਗਤਾਂ ਜਿਹੜੀਆਂ ਗੁਰੂ ਪਾਤਸ਼ਾਹ ਦੇ ਗਏ ਨੇ ਉਹਨਾਂ ਨੂੰ ਸਮਝ ਲਾਂਗੇ ਤਾਂ ਫੇਰ ਤਾਂ ਕੋਈ ਦੁੱਖ ਨਹੀਂ ਹੈਗੇ, ਫਿਰ ਦੁੱਖ ਲੱਗਦੇ ਨਹੀਂ। ਦੁੱਖ ਆਉਣਗੇ, ਲੱਗਣੇ ਨਹੀਂ। ਪਰ ਜੇ ਨਹੀਂ ਮੰਨਾਂਗੇ ਫਿਰ ਸਾਰੀ ਜ਼ਿੰਦਗੀ ਦੁੱਖਾਂ ਦੇ ਵਿੱਚ ਲੰਘਦੀ ਹੈ। ਸੋ ਤਾਂ ਹੀ ਕਿਸੇ ਨੇ ਕਿਹਾ, ਕਹਿੰਦੇ ਨੋ ਗॉड ਨੋ ਪੀਸ। ਜੇ ਰੱਬ ਨਹੀਂ ਤਾਂ ਸ਼ਾਂਤੀ ਵੀ ਨਹੀਂ ਹੈ। ਪਰ ਥੋੜਾ ਜਿਹਾ ਇਹਨੂੰ ਬਦਲ ਲਈਏ ਕਿ ਨੋ ਗॉड ਐਂਡ ਨੋ ਪੀਸ। ਪਰਮਾਤਮਾ ਨੂੰ ਜਾਣੀਏ ਤੇ ਫਿਰ ਜ਼ਿੰਦਗੀ ਦੇ ਵਿੱਚ ਸ਼ਾਂਤੀ ਆਉਂਦੀ ਹੈ। ਪਰਮਾਤਮਾ ਸੁੱਖਾਂ ਦਾ ਸੋਮ ਹੈ। ਇੱਕ ਗੱਲ ਸਮਝ ਗਏ ਕਿ ਆਪਣੇ ਮੂਲ ਨਾਲ ਜੁੜਨਾ ਬੜਾ ਜ਼ਰੂਰੀ ਹੈ। ਜਦੋਂ ਬਾਣੀ ਕਹਿੰਦੇ ਨਾ ਆਪਣਾ ਮੂਲ ਪਛਾਣ, ਕਦੇ ਧਿਆਨ ਨਾਲ ਦੇਖਿਓ ਪੁਰਾਣੇ ਵੇਲੇ ਚੱਕੀਆਂ ਹੁੰਦੀਆਂ ਸੀ ਕਣਕ ਵਗੈਰਾ ਪੀਸਣ, ਦਾਣੇ ਪੀਸਣ ਲਈ। ਜਿਹੜੇ ਦਾਣੇ ਉਸ ਚੱਕੀ ਦੇ ਧੁਰੇ ਨਾਲ ਜੁੜੇ ਰਹਿ ਜਾਂਦੇ ਸੀ ਉਹ ਪਿਸਦੇ ਨਹੀਂ ਸੀ, ਉਹ ਪਿਸਣੋਂ ਬਚ ਜਾਂਦੇ ਸੀ। ਜਿਹੜੇ ਦਾਣੇ ਮਾੜੇ ਜਿਹੇ ਧੁਰੇ ਨਾਲੋਂ ਪਾਸੇ ਹੁੰਦੇ ਸੀ ਪਿਸ ਜਾਂਦੇ ਸੀ, ਨਾਲ ਜੁੜੇ ਦਾਣੇ ਬਚ ਜਾਂਦੇ ਸੀ। ਦਰਖਤ ਨੂੰ ਜਿਹੜੇ ਪੱਤੇ ਲੱਗੇ ਰਹਿਣ ਨਾ ਜੀ, ਉਹ ਪੱਤੇ ਭਟਕਦੇ ਨਹੀਂ ਇੱਧਰ ਉੱਧਰ। ਜਿਹੜਾ ਪੱਤਾ ਟੁੱਟ ਜੇ, ਮਾੜੀ ਜਿਹੀ ਹਵਾ ਚੱਲਦੇ ਚੱਕ ਕੇ ਦੂਰ ਮਾਰਦੀ ਹੈ, ਕਿਉਂਕਿ ਮੂਲ ਨਾਲ ਜੁੜੇ ਪੱਤੇ ਕਦੇ ਵੀ ਇੱਧਰ ਉੱਧਰ ਨਹੀਂ ਜਾਂਦੇ। ਜਿਹੜੇ ਮੂਲ ਨਾਲ ਟੁੱਟ ਕੇ ਹੋ ਗਏ, ਚਾਹੇ ਉਹ ਚੱਕੀ ਹੈ, ਚਾਹੇ ਉਹ ਦਰਖਤ ਹੈ, ਤੇ ਚਾਹੇ ਉਹ ਬੰਦਾ ਹੈ, ਸਾਡਾ ਮੂਲ ਪ੍ਰਮਾਤਮਾ ਹੈ। ਮੂਲ ਨਾਲ ਜੁੜੇ ਰਹਾਂਗੇ, ਉਸ ਸੁੱਖਾਂ ਦੇ ਸੋਮੇ ਨਾਲ ਜੁੜੇ ਰਹਾਂਗੇ ਤਾਂ ਜ਼ਿੰਦਗੀ 'ਚ ਮੁਸੀਬਤਾਂ ਨਹੀਂ ਆਉਣਗੀਆਂ। ਜਦੋਂ ਟੁੱਟੇ ਉਦੋਂ ਜ਼ਿੰਦਗੀ 'ਚ ਸਟ੍ਰੈਸ, ਦੁੱਖ, ਤਕਲੀਫ, ਮੁਸੀਬਤਾਂ, ਅਸ਼ਾਂਤੀ ਉਦੋਂ ਹੀ ਆਉਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਕੁਝ ਦੁੱਖ ਐਸੇ ਹੁੰਦੇ ਜਿਹੜੇ ਲੋੜਾਂ ਥੋੜ੍ਹਾ ਕਰਕੇ ਹੁੰਦੇ। ਕਿਸੇ ਕੋਲ ਪੈਸਾ ਨਹੀਂ, ਉਹਦੇ ਕੋਲ ਪੈਸਾ ਆ ਗਿਆ, ਦੁੱਖ ਦੂਰ ਹੋ ਜਾਣਗੇ। ਕਿਸੇ ਕੋਲੇ ਔਲਾਦ ਨਹੀਂ, ਉਹਨੂੰ ਔਲਾਦ ਮਿਲ ਗਈ, ਦੁੱਖ ਦੂਰ ਹੋ ਜਾਣਗੇ। ਪਰ ਕੁਝ ਦੁੱਖ ਹੁੰਦੇ ਹੀ ਉਹ ਹੈ ਜਿਹੜੇ ਮੂਲ ਨਾਲ ਟੁੱਟਣ ਕਰਕੇ ਹੁੰਦੇ ਹੈ। ਉਹ ਪੈਸਾ ਆਉਣ ਤੇ ਵੀ ਦੂਰ ਨਹੀਂ ਹੁੰਦੇ, ਉਹ ਔਲਾਦ ਹੋਣ ਤੇ ਵੀ ਦੂਰ ਨਹੀਂ ਹੁੰਦੇ। ਉਹ ਭਾਵੇਂ ਜੋ ਮਰਜ਼ੀ ਜੀਵਨ ਦੀਆਂ ਬਰਕਤਾਂ ਮਿਲ ਜਾਣ, ਪਰ ਜਿੰਨੀ ਦੇਰ ਤੱਕ ਅਸੀਂ ਪ੍ਰਮਾਤਮਾ ਨਾਲ ਨਹੀਂ ਜੁੜਾਂਗੇ ਉਨੀ ਦੇਰ ਤੱਕ ਉਹ ਦੁੱਖ ਦੂਰ ਹੁੰਦੇ ਨਹੀਂ। ਤਾਂ ਹੀ ਬੰਦਾ ਕਈ ਵਾਰ ਕਹਿੰਦਾ ਹੈ, ਤੁਸੀਂ ਨਜ਼ਰ ਮਾਰ ਕੇ ਦੇਖਿਓ, ਮੈਂ ਨਜ਼ਰ ਮਾਰਦਾ, ਕਈ ਵਾਰ ਸਾਡੇ ਘਰ ਕੋਈ ਆਉਂਦੇ ਨੇ, ਵੱਡੇ ਆਉਂਦੇ ਨੇ, ਸਾਰੀ ਜ਼ਿੰਦਗੀ ਜਿਹਨਾਂ ਨੇ ਲੈ ਲਈ, ਉਹ ਆਖਰਕਾਰ ਕਹਿੰਦੇ ਨੇ, ਕਹਿੰਦੇ ਜੇ ਸਭ ਕੁਝ ਜ਼ਿੰਦਗੀ 'ਚ ਹੈ ਪਰ ਇੱਥੇ ਸ਼ਾਂਤੀ ਨਹੀਂ ਹੈ। ਉਹਦਾ ਕਾਰਨ ਕੀ ਹੈ? ਸਭ ਕੁਝ ਉਹਨਾਂ ਕੋਲ, ਜ਼ਮੀਨਾਂ, ਜਾਇਦਾਦਾਂ, ਪ੍ਰਾਪਰਟੀਜ਼, ਬੱਚੇ, ਸਭ ਕੁਝ ਹੈ, ਪਰਿਵਾਰ, ਬੜੇ ਭਰੇ ਭਰੇ ਪਰਿਵਾਰ ਆ ਉਹਨਾਂ ਕੋਲੇ, ਪਰ ਸ਼ਾਂਤੀ ਨਹੀਂ। ਕਿਉਂ? ਕਿਉਂਕਿ ਕਿਤੇ ਨਾ ਕਿਤੇ ਅਸੀਂ ਮੂਲ ਨਾਲੋਂ ਟੁੱਟੇ ਹੋਏ ਹਾਂ। ਇਹਦੇ ਤੋਂ ਬਿਨਾਂ ਗੱਲ ਬੰਨੀ ਨਹੀਂ ਹੈ। ਸੋ ਆਓ ਯਤਨ ਕਰੀਏ ਕਿ ਜੋ ਜੀਵਨ ਜੁਗਤਾਂ ਗੁਰੂ ਪਾਤਸ਼ਾਹਾਂ ਨੇ ਸਾਨੂੰ ਬਾਣੀ ਦੇ ਵਿੱਚ ਦਿੱਤੀਆਂ ਨੇ, ਉਹਨਾਂ ਜੀਵਨ ਜੁਗਤਾਂ ਨੂੰ ਅਪਣਾ ਕੇ, ਇੱਕ ਤਾਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਸਟ੍ਰੈਸ ਆਉਂਦਾ ਹੈ ਤੇ ਮੈਨੇਜ ਕਰਨਾ ਹੈ, ਪਰ ਜੇ ਉਹ ਜੀਵਨ ਜੁਗਤਾਂ ਅਸੀਂ ਆਪਣੇ ਜੀਵਨ ਦੇ ਵਿੱਚ ਅਪਣਾ ਲਈਏ ਤਾਂ ਫਿਰ ਸਾਡੇ ਜੀਵਨ 'ਚ ਸਟ੍ਰੈਸ ਆਏਗਾ ਹੀ ਨਹੀਂ। ਇਹਨੂੰ ਕਹਿੰਦੇ ਨੇ ਸਟ੍ਰੈਸ ਫ੍ਰੀ ਲਾਈਫ ਸਟਾਈਲ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨਗੇ ਕਿ ਬਾਣੀ ਦੇ ਉੱਪਰ ਚੱਲਦੇ ਆ ਗੁਰੂ ਸਾਹਿਬ ਸਾਨੂੰ ਸਾਰਿਆਂ ਨੂੰ ਸ਼ਾਂਤੀ ਦੀ ਤੇ ਖੁਸ਼ੀ ਦੀ ਦਾਤ ਬਖਸ਼ਿਸ਼ ਕਰਨ ਜੀ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅਵਿੰਦਰ ਵੀਰ ਜੀ। ਬਹੁਤ ਹੀ ਸੋਹਣੇ ਤਰੀਕੇ ਨਾਲ ਤੁਸੀਂ ਸਮਝਾਇਆ ਕਿ ਅਸੀਂ ਆਪਣੀ ਜੜ੍ਹਾਂ ਨਾਲ, ਬੇਸਿਕ ਗੱਲ ਮੇਨ ਜੋ ਸਾਨੂੰ ਸਮਝ ਆਈ ਕਿ ਅਸੀਂ ਆਪਣੀ ਜੜ੍ਹਾਂ ਨਾਲ ਜੁੜੇ ਰਵਾਂਗੇ ਤੇ ਸਾਨੂੰ ਕੋਈ ਸਟ੍ਰੈਸ ਹੋਣ ਦੀ, ਮੇਰੇ ਖਿਆਲ ਨਾਲ ਤੇ ਹੋਣਾ ਹੀ ਨਹੀਂ ਚਾਹੀਦਾ। ਸਾਨੂੰ ਅਸੀਂ ਸਟ੍ਰੈਸ ਕਿਉਂ ਲਈਏ? ਗੁਰਮੁਖ ਹੋਵੇ ਸੋ ਪਾਣਾ ਮੰਨੇ, ਸਹਿਜੇ ਹਰ ਰਸ ਪੀਜੇ। ਅਗਰ ਅਸੀਂ ਉਹਦਾ ਪਾਣਾ ਮੰਨ ਕੇ, ਉਸਦਾ ਰਜ਼ਾ ਮੰਨ ਕੇ ਅਸੀਂ ਚੱਲਦੇ ਹਾਂ, ਗੁਰਬਾਣੀ ਸਾਨੂੰ ਇਹ ਸਿਖਾਉਂਦੀ ਹੈ। ਅਗਰ ਅਸੀਂ ਸਹਿਜ ਪਾਠ ਕਰਦੇ ਹਾਂ ਔਰ ਉਸ ਨਾਲ ਅਸੀਂ ਜੁੜਦੇ ਹਾਂ ਤਾਂ ਸਾਨੂੰ ਇਹ ਸਿਖਾਉਂਦਾ ਹੈ, ਸੁਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨ। ਸੋ ਅਸੀਂ ਅੱਜ ਦਾ ਜੋ ਕੁਐਸਚਨ ਆਨਸਰ ਰਾਊਂਡ ਹੈ ਉਹ ਅਸੀਂ ਸਟਾਰਟ ਕਰਦੇ ਹਾਂ ਜੀ। ਪਹਿਲਾ ਕੁਐਸਚਨ ਸਾਡੇ ਕੋਲ ਆਇਆ ਹੈ, ਡੂ ਆਈ ਨੀਡ ਟੂ ਕੱਟ ਪੀਪਲ ਆਊਟ ਆਫ ਮਾਈ ਲਾਈਫ ਟੂ ਹੈਲਪ ਮੈਨੇਜ ਮਾਈ ਸਟ੍ਰੈਸ? ਇਹ ਕੋਈ ਸੋਲੂਸ਼ਨ ਨਹੀਂ ਹੋ ਗਿਆ ਮੈਡਮ। ਮੈਂ ਇੱਕ ਗੱਲ ਇਹਦੇ 'ਚ ਇੱਕ ਜੀਵਨ ਜੁਗਤ ਸਾਂਝੀ ਕਰਦੇ ਹਾਂ। ਮੈਂ ਇੱਕ ਜ਼ਿਕਰ ਕੀਤਾ ਸੀ ਕਿ ਅਸੀਂ ਆਪਣੀ ਖੁਸ਼ੀ ਨੂੰ ਜਾਂ ਸ਼ਾਂਤੀ ਨੂੰ ਅਸੀਂ ਦੂਜਿਆਂ ਉੱਪਰ ਡਿਪੈਂਡੈਂਟ ਨਹੀਂ ਕਰਨਾ। ਇਹਦਾ ਮਤਲਬ ਤੇ ਇਹ ਹੋ ਗਿਆ ਕਿ ਜੇ ਮੈਂ ਦੂਜਿਆਂ ਨੂੰ ਆਪਣੇ ਜੀਵਨ 'ਚੋਂ ਕੱਟ ਕਰਾਂਗਾ ਤਾਂ ਮੇਰੇ ਜੀਵਨ 'ਚ ਸ਼ਾਂਤੀ ਆਏਗੀ। ਤਾਂ ਮੈਨੂੰ ਲੱਗਦਾ ਕਿ ਇਹ ਜੀਵਨ ਜੁਗਤ ਠੀਕ ਨਹੀਂ ਹੈ। ਜੀਵਨ ਜੁਗਤ ਜੋ ਸਾਨੂੰ ਬਾਣੀ ਸਮਝਾਉਂਦੀ ਹੈ ਉਹ ਇਹ ਹੈ ਕਿ ਸਾਡੀ ਖੁਸ਼ੀ ਸਾਡੇ ਹੱਥ 'ਚ, ਆਪਣੇ ਹੈ 'ਚ, ਪੀਸ ਇਜ਼ ਇਨ ਆਵਰ ਹੈਂਡਸ। ਅਸੀਂ ਆਪਣੇ ਸੋਚਣ ਢੰਗ ਨੂੰ, ਆਪਣੇ ਨਜ਼ਰੀਏ ਨੂੰ, ਉਹਨੂੰ ਚੇਂਜ ਕਰਨਾ ਹੈ, ਨਾ ਕਿ ਅਸੀਂ ਦੂਸਰਿਆਂ ਨੂੰ ਚੇਂਜ ਕਰਨਾ, ਦੂਸਰਿਆਂ ਨੂੰ ਕੱਟ ਕਰਕੇ ਅਸੀਂ ਆਪਣੇ ਜੀਵਨ ਦੇ ਸਟ੍ਰੈਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਹੈ।
ਸਟ੍ਰੈਸ ਦਾ ਰੀਜ਼ਨ ਮੇਨ ਮੇਰਾ ਆਪਣਾ ਸੋਚਣ ਢੰਗ ਹੈ, ਦੂਸਰੇ ਨਹੀਂ ਹੈਗੇ। ਇਹੀ ਗੱਲ ਬਾਣੀ ਨੇ ਸਾਨੂੰ ਜਿਹੜੀ ਹੈਗੀ ਉਹ ਸਿਖਾਈ ਹੈ ਜੀ, ਇਹੀ ਗੱਲ ਸਮਝਾਈ ਹੈ। ਬਿਲਕੁਲ। ਸਾਡਾ ਸੈਕੰਡ ਕੁਐਸਚਨ ਹੈ ਵੀਰ ਜੀ, ਹਾਊ ਡੂ ਯੂ ਇੰਪਰੂਵ ਕਮਿਊਨੀਕੇਸ਼ਨ ਐਂਡ ਰਿਡਿਊਸ ਸਟ੍ਰੈਸ ਵਿਦਨ ਫੈਮਿਲੀ ਰਿਲੇਸ਼ਨਸ਼ਿਪਸ? ਇੱਕ ਨਾ ਮੈਂ ਇੱਕ ਬੁੱਕ ਵੀ ਰੈਫਰ ਕਰਦਾ ਹਾਂ, ਇੱਕ ਬੁੱਕ ਲਿਖੀ ਹੋਈ ਹੈ ਸੁਕਿਰਤ ਟਰਸਟ ਵੱਲੋਂ, ਬੜੀ ਸ਼ਾਨਦਾਰ ਬੁੱਕ ਹੈਗੀ, ਆਨੰਦਮਈ ਪਰਿਵਾਰਕ ਜੀਵਨ। ਅਸਲ 'ਚ ਮੈਂ ਸਮਝਦਾ ਕਿ ਇਕੱਲੀਆਂ ਪਰਿਵਾਰ ਦੇ ਵਿੱਚ ਹੀ ਨਹੀਂ, ਆਮ ਲਾਈਫ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਵੱਡੀਆਂ ਪ੍ਰੋਬਲਮਸ ਆ ਉਹਦਾ ਰੀਜ਼ਨ ਇੱਕ ਹੀ ਹੁੰਦਾ ਹੈ। ਮੈਂ ਕਹਿੰਦਾ ਹੁੰਦਾ ਕਿ ਕਹਿਣਾ ਤੇ ਸਹਿਣਾ ਦੋ ਚੀਜ਼ਾਂ ਨੇ, ਹਨਾ। ਇੱਕ ਤਾਂ ਸਾਨੂੰ ਕਹਿਣ ਦਾ ਵੱਲ ਆ, ਜੇ ਕਿਸੇ ਕੋਈ ਗੱਲ ਕਹਿਣੀ, ਕਿਵੇਂ ਕਹਿਣੀ ਹੈ ਗੱਲ ਕਹਿਣੀ ਹੈ ਤੇ ਕਿਵੇਂ ਕਹਿਣੀ ਹੈ, ਜਾਂ ਕਿਹੜੀ ਗੱਲ ਕਹਿਣੀ ਹੈ ਕਿਹੜੀ ਗੱਲ ਨਹੀਂ ਕਹਿਣੀ, ਜਾਂ ਕਿੰਨੀ ਕਹਿਣੀ ਹੈ ਕਿੰਨੀ ਨਹੀਂ ਕਹਿਣੀ, ਜਾਂ ਕਹਿਣੀ ਵੀ ਹੈ ਕਿ ਨਹੀਂ ਕਹਿਣੀ। ਕਹਿਣ ਦਾ ਵੱਲ ਹੋਣਾ ਬੜਾ ਜ਼ਰੂਰੀ ਹੈ। ਤੇ ਦੂਸਰਾ, ਜੇ ਕਹਿਣ ਦਾ ਵੱਲ ਹੈ ਤਾਂ ਫਿਰ ਸਾਨੂੰ ਸਹਿਣ ਦਾ ਵੱਲ ਵੀ ਹੋਣਾ ਚਾਹੀਦਾ। ਜਦੋਂ ਸਾਨੂੰ ਕਹਿਣ ਦਾ ਵੱਲ ਨਹੀਂ ਆਉਂਦਾ ਜਾਂ ਸਹਿਣ ਦਾ ਵੱਲ ਨਹੀਂ ਆਉਂਦਾ ਤਾਂ ਫਿਰ ਪਰਿਵਾਰਾਂ ਦੇ ਵਿੱਚ ਵੀ ਪ੍ਰੋਬਲਮਸ ਆ ਜਾਂਦੀਆਂ, ਫਿਰ ਸਮਾਜ ਦੇ ਵਿੱਚ ਵਿਚਰਦੇ ਆ ਵੀ ਜਿੱਥੇ ਕਿਤੇ ਵਿੱਚ ਜਾਂਦੇ ਉੱਥੇ ਸਾਨੂੰ ਪ੍ਰੋਬਲਮਸ ਆਉਂਦੀਆਂ। ਸੋ ਇਹ ਗੱਲ ਸਾਨੂੰ ਬੜੀ ਜ਼ਰੂਰੀ ਹੈ ਕਿ ਸਮਝਣੀ ਚਾਹੀਦੀ ਹੈ ਪਰਿਵਾਰਾਂ ਦੇ ਵਿੱਚ ਰਹਿੰਦੇ ਆ, ਕਿ ਅਸੀਂ ਕੋਈ ਜਦੋਂ ਇਸ਼ੂ ਖੜਾ ਹੋਵੇ ਤਾਂ ਅਸੀਂ ਪਿੱਛੇ ਕਿਵੇਂ ਹਟਣਾ, ਪਿੱਛੇ ਹਟਣ ਦਾ ਵੱਲ ਹੋਣਾ ਬੜਾ ਜ਼ਰੂਰੀ ਹੈ। ਸਹਿਣ ਕਰ ਲਈਏ ਨਾ ਅਸੀਂ, ਜੇ ਸਹਿਣ ਸ਼ਕਤੀ, ਟੋਲਰੈਂਸ ਦੀ ਜਿਹੜੀ ਗੱਲ ਹੈਗੀ ਹੈ, ਇਹ ਬੜਾ ਵੱਡਾ ਇੱਕ ਗੁਣ ਹੈ। ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਨਾ ਇੱਕ ਬਾਬਾ ਫਰੀਦ ਜੀ ਨੇ ਬੜਾ ਵਧੀਆ ਲਿਖਿਆ, ਜਦੋਂ ਕਹਿੰਦੇ ਨੇ ਨਿਮਨ ਸੂ ਅੱਖਰ। ਮੈਨੂੰ ਤਾਂ ਲੱਗਦਾ ਹੁੰਦਾ ਕਿ ਇਹ ਫਾਰਮੂਲਾ ਇਹ ਤੋਂ ਬਾਹਰ ਹੋਰ ਕੋਈ ਚੀਜ਼ ਨਹੀਂ ਹੈ ਰਿਲੇਸ਼ਨਸ ਨੂੰ ਇੰਪਰੂਵ ਕਰਨ ਲਈ। ਕਹਿੰਦੇ ਨਿਮਨ ਸੂ ਅੱਖਰ, ਖਵਨ ਗੁਣ, ਜਿਹਵਾ ਮਣੀਆਂ ਮੰਤ। ਤਿੰਨ ਗੁਣ ਨੇ ਜੀ, ਨਿਮਰਤਾ ਦਾ ਗੁਣ, ਦੂਜਾ ਹੈਗਾ ਮੁਆਫ ਕਰਨ ਦਾ ਗੁਣ, ਤੇ ਇੱਕ ਹੁੰਦਾ ਮਿੱਠਾ ਬੋਲਣ ਦਾ। ਜੇ ਤਿੰਨ ਗੁਣ ਆ ਜਾਣ ਤਾਂ ਫਿਰ ਬਾਣੀ 'ਚ ਲਿਖਿਆ, ਕਹਿੰਦੇ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਾਸੇ ਆਵੇ ਕੰਧ, ਹਨਾ। ਸਾਡੇ ਸਾਰਾ ਕੁਝ ਸਾਡੇ ਵਾਸ 'ਚ ਆ ਜਾਏਗਾ ਜੇ ਇਹ ਤਿੰਨ ਗੁਣਾਂ ਦਾ ਪਹਿਰਾਵਾ ਬੰਦਾ ਆਪਣੇ ਘਰਾਂ ਦੇ ਵਿੱਚ ਵੀ ਪਾ ਲੇ। ਨਿਮਰਤਾ ਦਾ ਪਹਿਰਾਵਾ, ਮੁਆਫ ਕਰ ਦੇਣ ਦਾ ਪਹਿਰਾਵਾ, ਤੇ ਤੀਸਰਾ ਹੈਗਾ ਮਿੱਠਾ ਬੋਲਣ ਦਾ। ਕਿਸੇ ਨੇ ਇੱਕ ਬੜਾ ਵਧੀਆ ਸ਼ੇਅਰ ਦੀਆਂ ਦੋ ਲਾਈਨਾਂ ਲਿਖੀਆਂ ਸੀ ਜੀ, ਕਿ ਅਸਲ 'ਚ ਨਾ ਅੱਜ ਅਸੀਂ ਆਪਣੀ ਜ਼ਿੰਦਗੀ ਨੂੰ ਬੜਾ ਕੰਪਲੀਕੇਟ ਕਰ ਲਿਆ। ਹਰ ਬੰਦਾ ਜ਼ਿੰਦਗੀ ਨੂੰ ਕੰਪਲੀਕੇਟ ਕਰ ਰਿਹਾ। ਤਾਂ ਉਹਨਾਂ ਨੇ ਲਿਖਿਆ ਸੀ, ਉਹ ਕਹਿੰਦੇ जिंदगी है की है, वो कहते मैंने अपनी जिंदगी को कुछ इस तरह से आसान कर लिया, कुछ लोगों से माफी मांग ली, कुछ लोगों को माफ कर दिया। इन्ना को काम कर लिया तो मेरे ख्याल से जिंदगी दी सारियां समस्यावां खत्म हो जाणगियां। जिथे मैं वधीकी कीती है उत्थे मैं माफी मंग लवां, जिथे किसी ने कीती है उत्थे ओहदे बिना माफी मंगण तो अटोखीवां ओहनूं कर दिता जावे, ते जिंदगी च सुख ही सुख है जी, फिर कोई समस्यावां नहीं हैगी। ਬਿਲਕੁਲ 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 ਠੀਕ ਜੀ ਵੀਰ ਜੀ। ਪੇਸ਼ੈਂਸ ਐਕਚੁਅਲੀ ਥੋੜੀ ਜਿਹੀ ਖਤਮ ਹੋ ਗਈ ਹੈ ਅੱਜ ਕੱਲ ਸਭ ਦੇ ਵਿੱਚ ਹੀ, ਉਹ ਸਾਨੂੰ ਰੱਖਣੀ ਬਹੁਤ ਜ਼ਰੂਰੀ ਹੈ। ਹਾਂ ਬਿਲਕੁਲ। ਸੋ ਸਾਡਾ ਥਰਡ ਕੁਐਸਚਨ ਹੈ ਵੀਰ ਜੀ, ਸਟ੍ਰੈਸ ਵੇਲੇ ਪਾਠ ਕਰਨ ਦੀ ਆਦਤ ਕਿਵੇਂ ਬਣਾਈਏ ਤੇ ਉਸ ਤੋਂ ਬਾਅਦ ਆਨੰਦ ਕਿਵੇਂ ਪ੍ਰਾਪਤ ਕਰੀਏ? ਕਿਸ ਟਾਈਮ ਤੇ ਕਿਸ ਵੇਲੇ ਜੀ, ਦੁਬਾਰਾ ਬੋਲ ਦੇਣਾ। ਸਟ੍ਰੈਸ ਵੇਲੇ ਪਾਠ ਕਰਨ ਦੀ ਆਦਤ ਕਿਵੇਂ ਪਾਈਏ ਔਰ ਆਨੰਦ ਕਿਵੇਂ ਬਣਾਈਏ? ਦੇਖੋ ਸਟ੍ਰੈਸ ਤਾਂ ਹੈ ਹੀ, ਇਸ ਕਰਕੇ ਜਿਵੇਂ ਆਪਾਂ ਇਹ ਕਹਿ ਲਈਏ, ਮੈਨੂੰ ਇਹ ਲੱਗਦਾ ਕਿ ਇਹ ਐਂ ਲੱਗ ਰਿਹਾ ਹੈ ਕਿ ਸਟ੍ਰੈਸ ਵੇਲੇ ਪਾਠ ਕਰਨ ਦੀ ਆਦਤ ਕਿਵੇਂ ਬਣਾਈਏ। ਸਵਾਲ ਇਹ ਇਦਾਂ ਲੱਗਦਾ ਕਿ ਬਿਮਾਰੀ 'ਚ ਦਵਾਈ ਕਿੱਦਾਂ ਖਾਈਏ। ਬਿਮਾਰੀ 'ਚ ਤਾਂ ਦਵਾਈ ਦੀ ਲੋੜ ਹੀ ਹੈ ਜੀ। ਜੇ ਸਟ੍ਰੈਸ ਹੈਗਾ ਤਾਂ ਸਟ੍ਰੈਸ ਵੇਲੇ ਤਾਂ ਬੈਸਟ ਮੈਡੀਸਨ ਹੈ ਹੀ ਬਾਣੀ, ਗੁਰਬਾਣੀ ਹੈ। ਇਹ ਤੋਂ ਬਿਨਾਂ ਤਾਂ ਫਿਰ ਮੈਡੀਸਨ ਹੀ ਨਹੀਂ ਹੈ ਕੋਈ। ਇਹ ਮੈਡੀਸਨ ਸਾਨੂੰ ਲੈਣੀ ਪੈਣੀ ਹੈ। ਇਹ ਠੀਕ ਹੈ ਕਿ ਜਦੋਂ ਬੰਦਾ ਸਟ੍ਰੈਸ ਦੇ ਵਿੱਚ ਹੁੰਦਾ ਹੈ ਤਾਂ ਉਹਨੂੰ ਲੱਗਦਾ ਹੈ ਕਿ ਉਹ ਬੜਾ ਬੁਝਿਆ ਜਿਹਾ ਮਨ ਹੈ। ਤਾਂ ਇਹਦਾ ਮਨ ਦੇਖੋ, ਇੱਕ ਬੱਚਾ ਘਰੇ ਰੋਟੀ ਨਾ ਖਾਵੇ, ਇੱਕ ਡੰਗ ਨਾ ਖਾਵੇ, ਮਾਂ ਪਿਓ ਕਹਿੰਦੇ ਕੋਈ ਗੱਲ ਨਹੀਂ। ਜੇ ਦੂਜੇ ਡੰਗ ਵੀ ਨਾ ਖਾਵੇ ਤਾਂ ਪੇਰੈਂਟਸ ਨੂੰ ਲੱਗਦਾ ਵੀ ਇਹ ਉਹਨੂੰ ਪੁੱਛੀ ਵੀ ਬੇਟਾ ਤੂੰ ਸਵੇਰੇ ਵੀ ਨਹੀਂ ਖਾਧੀ, ਹੁਣ ਦੁਪਹਿਰੇ ਵੀ ਨਹੀਂ ਖਾ ਰਿਹਾ। ਤੇ ਜੇ ਰਾਤ ਨੂੰ ਵੀ ਰੋਟੀ ਨੂੰ ਨਾ ਕਰਦੇ ਬੱਚਾ, ਤੇ ਫਿਰ ਮਾਂ ਪਿਓ ਨੂੰ ਲੱਗਦਾ ਇਹ ਬਿਮਾਰ ਹੋ ਗਿਆ, ਇਹਦੇ ਅੰਦਰ ਕੋਈ ਬਿਮਾਰੀ ਹੈ, ਹਨਾ। ਤਾਂ ਏਦਾਂ ਹੀ ਸਟ੍ਰੈਸ ਵੀ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਡਿਜ਼ੀਜ਼ ਹੈਗੀ ਹੈ, ਤੇ ਇਹਦਾ ਇਲਾਜ ਇੱਕੋ ਹੀ ਇੱਕ ਹੈ, ਬਾਣੀ ਹੈ। ਬਾਣੀ ਦੇ ਵਿੱਚੋਂ ਹੀ ਸਾਨੂੰ ਇਹਦਾ ਇਲਾਜ ਮਿਲਣਾ। ਜਿਵੇਂ ਜਿਵੇਂ ਬਾਣੀ ਪੜ੍ਹਦੇ ਜਾਵਾਂਗੇ ਤਿਵੇਂ ਤਿਵੇਂ ਹੌਲੀ ਹੌਲੀ ਇਹਦੇ ਵਿੱਚੋਂ, ਜਦੋਂ ਅਸੀਂ ਇਸ ਗਿਆਨ ਦੀ ਰੋਸ਼ਨੀ ਵਿੱਚ ਜ਼ਿੰਦਗੀ ਜਿਉਵਾਂਗੇ ਤੇ ਜਦੋਂ ਫਿਰ ਅਸੀਂ ਆਪਣੇ ਆਪ ਤੇ ਕਾਬੂ ਪਾਵਾਂਗੇ ਨਾ। ਔਕੇ ਮੰਨ ਲਓ ਕੋਈ ਬੰਦਾ ਸਭ ਵਧੀ ਕੀ ਕਰ ਰਿਹਾ ਹੈ, ਇੱਕ ਤਾਂ ਹੁੰਦਾ ਕਿ ਮੈਂ ਇੱਟ ਦਾ ਜਵਾਬ ਪੱਥਰ ਨਾਲ ਦੇਣਾ, ਇੱਟ ਦਾ ਜਵਾਬ ਪੱਥਰ ਨਾਲ ਦਿੱਤਾ, ਪਰ ਅਸੀਂ ਸਟ੍ਰੈਸ ਦੇ ਵਿੱਚ ਆ ਗਏ ਅਸੀਂ ਉਸ ਵੇਲੇ, ਹਨਾ। ਕੋਈ ਬੰਦਾ ਮੇਰੇ ਨਾਲ ਬੁਰਾ ਕਰ ਰਿਹਾ ਹੈ, ਅਸੀਂ ਉਹਦੇ ਬਦਲੇ ਵਿੱਚ ਬੁਰਾ ਕਰੀਏ ਉਹਦਾ, ਤਾਂ ਬੰਦਾ ਬੁਰਾ ਤੇ ਕਰ ਬੈਠਦਾ ਹੈ, ਪਰ ਉਹਦੇ ਆਊਟਕਮ ਜਿਹੜੀ ਉਹ ਸਟ੍ਰੈਸ ਦੇ ਵਿੱਚ ਹੀ ਹੈ। ਪਰ ਜਦੋਂ ਬੰਦਾ ਬਾਣੀ ਪੜ੍ਹਦਾ ਹੈ, ਬਾਣੀ ਪੜ੍ਹ ਕੇ ਫਿਰ ਉਹਨੂੰ ਪਤਾ ਲੱਗਦਾ ਕਿ ਨਹੀਂ, ਸਾਨੂੰ ਸਿਖਾਇਆ ਕੀ ਹੈ ਕਿ ਫਰੀਦਾ ਬੁਰੇ ਦਾ ਭਲਾ ਕਰ। ਇਹ ਬੰਦਾ ਹੁਣ ਹਰ ਇੱਕ ਬੰਦਾ ਨਹੀਂ ਬੁਰੇ ਦਾ ਭਲਾ ਕਰ ਸਕਦਾ। ਇਹ ਕਹਿਣਾ ਤੇ ਪੜ੍ਹਨਾ ਤੇ ਬੜਾ ਸੌਖਾ ਹੈ, ਹਨਾ। ਸਵੇਰੇ ਸ਼ਾਮ ਪੜ੍ਹ ਲਈਏ ਵੱਖਰੀ ਗੱਲ ਹੈ, ਪਰ ਜਦੋਂ ਸਾਡਾ ਕੋਈ ਬੁਰਾ ਕਰੇ ਫਿਰ ਅਸੀਂ ਉਹਦਾ ਭਲਾ ਕਰੀਏ, ਫਿਰ ਉਹਦੇ ਵਿੱਚ ਜਿਹੜਾ ਆਨੰਦ ਮਿਲਣਾ ਨਾ, ਤੇ ਉਹ ਸਾਨੂੰ ਹੋਰ ਜੀਵਨ ਜੁਗਤਾਂ ਅਪਣਾਉਣ ਲਈ ਵੀ ਉਤਸ਼ਾਹਿਤ ਕਰੇਗਾ ਬਾਣੀ ਦੀਆਂ। ਜਦੋਂ ਅਸੀਂ ਪੜ੍ਹਦੇ ਹਾਂ ਕਿ ਦੁੱਖ ਨੂੰ ਦਾਤ ਸਮਝ ਕੇ, ਦਾਤ ਸਮਝਣਾ ਅਸੀਂ, ਬੁਰੇ ਦਾ ਭਲਾ ਕਰਨਾ ਅਸੀਂ,
ਜਾਂ ਚਿੰਤਾ ਛੱਡ ਅਚਿੰਤ ਰਹੋ ਦੀ ਗੱਲ ਕੀਤੀ ਹੈ, ਹੌਲੀ ਹੌਲੀ ਇਹਦੇ ਵਿੱਚੋਂ ਆਨੰਦ ਆਉਣਾ ਸ਼ੁਰੂ ਹੋ ਜਾਏਗਾ, ਜਿਹੜਾ ਸਾਨੂੰ ਹੋਰ ਜ਼ਿਆਦਾ ਇਸ ਰਸਤੇ ਚੱਲਣ ਲਈ ਪ੍ਰੇਰਿਤ ਕਰੇਗਾ, ਤੇ ਸਟ੍ਰੈਸ ਜ਼ਿੰਦਗੀ 'ਚ ਆਏਗਾ ਹੀ ਨਹੀਂ। ਇਹੀ ਚੀਜ਼ਾਂ ਨੇ ਜਦੋਂ ਅਸੀਂ ਬੁਰੇ ਦਾ ਬੁਰਾ ਕਰਦੇ ਹਾਂ ਨਾ, ਜਦੋਂ ਅਸੀਂ ਲੱਤ ਦਾ ਜਵਾਬ ਲੱਤ ਨਾਲ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਅੱਗੇ ਵੀ ਕਹਿੰਦਾ ਹਾਂ, ਗੁਰੂ ਅਮਰਦਾਸ ਜੀ ਨੂੰ ਭਾਈ ਦਾਤੂ ਜੀ ਨੇ ਲੱਤ ਮਾਰੀ ਸੀ, ਤੇ ਗੁਰੂ ਅਮਰਦਾਸ ਜੀ ਨੇ ਕਿੱਦਾਂ ਰਿਸਪੌਂਡ ਕੀਤਾ ਸੀ ਉਹਨੂੰ, ਉਹ ਦੇਖੀਏ ਅਸੀਂ। ਜੇ ਚਾਹੁੰਦੇ ਤਾਂ ਗੁਰੂ ਅਮਰਦਾਸ ਜੀ ਵੀ ਲੱਤ ਦਾ ਜਵਾਬ ਲੱਤ ਨਾਲ ਦੇ ਸਕਦੇ ਸੀ, ਪਰ ਉਹਨਾਂ ਨੇ ਲੱਤ ਦਾ ਜਵਾਬ ਲੱਤ ਨਾਲ ਨਹੀਂ ਦਿੱਤਾ, ਉਹਨਾਂ ਨੇ ਲੱਤ ਦਾ ਜਵਾਬ ਮੱਤ ਨਾਲ ਦਿੱਤਾ ਹੈ, ਤੇ ਸਟ੍ਰੈਸ ਨੂੰ ਖਤਮ ਕੀਤਾ ਆਲੇ ਦੁਆਲੇ। ਜਿਹਦਾ ਸਟ੍ਰੈਸ ਬਹੁਤ ਫੈਲ ਜਾਣਾ ਸੀ। ਤੋਂ ਅਸੀਂ ਵੀ ਇਹ ਚੀਜ਼ਾਂ ਸਿੱਖਣੀਆਂ ਪੈਣਗੀਆਂ ਕਿ ਅਸੀਂ ਆਪਣੀ ਜ਼ਿੰਦਗੀ ਜਿਉਣ ਦੇ ਢੰਗ ਨੂੰ ਕਿਸ ਤਰੀਕੇ ਨਾਲ ਚਲਾਉਣਾ ਹੈ। ਜਦੋਂ ਬਾਣੀ ਪੜਾਂਗੇ, ਜੀਵਨ ਜੁਗਤਾ ਗੁਰਬਾਣੀ ਜੋ ਸਮਝ ਆਉਣਗੀਆਂ, ਤੇ ਉਹ ਸਟ੍ਰੈਸ ਸਾਡੀ ਜ਼ਿੰਦਗੀ ਚੋਂ ਖਤਮ ਹੋਏਗਾ ਤੇ ਆਨੰਦ ਆਏਗਾ ਜੀ। ਬਿਲਕੁਲ। ਅਗਰ ਵੈਸੇ ਵੀ ਸਾਡਾ ਅਗਰ ਨੇਮ ਬਣਿਆ ਹੋਇਆ ਹੈ ਗੁਰਬਾਣੀ ਪੜਨ ਦਾ, ਚਾਹੇ ਅਸੀਂ ਸਹਿਜ ਪਾਠ ਕਰੀਏ ਜਾਂ ਨਿਤਨੇਮ, ਤਾਂ ਆਈ ਥਿੰਕ ਉਹ ਸਟ੍ਰੈਸ ਵਿੱਚ ਵੀ ਅਸੀਂ ਪਾਠ ਕਰਾਂਗੇ ਹੀ, ਔਰ ਸਟ੍ਰੈਸ ਆਏਗਾ ਹੀ ਨਹੀਂ। ਉਹ ਤੁਹਾਡੀ ਜੋ ਗੱਲ ਹੈਗੀ ਹੈ ਕਿ ਅਗਰ ਸਾਡਾ ਨੇਮ ਬਣਿਆ ਹੋਇਆ ਤੇ ਸਟ੍ਰੈਸ ਆਏਗਾ ਹੀ ਨਹੀਂ। ਇੱਕ ਨਾ ਸਮਝੀਏ ਜੀ, ਜਦੋਂ ਬਾਣੀ 'ਚ ਦੇਖਦੇ ਆ ਨਾ, ਜੇ ਗੁਰੂ ਸਾਹਿਬ ਨੇ ਇੱਕ ਬੜੀ ਵਧੀਆ ਗੱਲ ਕਹੀ, ਕਹਿੰਦੇ ਗੁਰਮੁਤ ਸੁਣ ਕਛ ਗਿਆਨ ਨਾ ਉਪਜਿਓ। ਬਾਣੀ ਪੜ੍ਹਨੀ ਹੈ ਇੱਕ ਚੀਜ਼ ਹੈ, ਦੇਖੋ ਬਾਣੀ ਪੜ੍ਹਨੀ ਮਨੋਰਥ, ਬਾਣੀ ਪੜ੍ਹਨੀ ਸਾਧਨ ਹੈ। ਬਾਣੀ ਪੜ੍ਹ ਰਹੇ ਹਾਂ ਸਾਧਨ ਹੈ, ਗੁਰਦੁਆਰੇ ਜਾ ਰਹੇ ਹਾਂ ਇਹ ਸਾਡਾ ਇੱਕ ਸਾਧਨ ਹੈ। ਮਨੋਰਥ ਕੀ ਹੈ? ਖੁਸ਼ੀ ਤੇ ਸ਼ਾਂਤੀ ਲੈਣੀ ਬਾਣੀ ਨੂੰ ਮੰਨ ਕੇ। ਅਸੀਂ ਪਹੁੰਚਣਾ ਹੈ ਕਿਤੇ, ਇਹ ਨਹੀਂ ਕਿ ਬਾਣੀ ਪੜ੍ਹਨ ਨੂੰ ਮਨੋਰਥ ਨਾ ਬਣਾਈਏ ਕਿ ਸਵੇਰੇ ਸ਼ਾਮ ਬਾਣੀ ਪੜ੍ਹਨੀ ਹੈ। ਬਾਣੀ ਪੜ੍ਹਨ ਦੀ ਬਹੁਤ ਚੰਗੀ ਗੱਲ ਹੈ, ਉਹਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ, ਨਿਤਨੇਮ ਕਰਨਾ ਬੜਾ ਜ਼ਰੂਰੀ ਹੈ। ਵਿਚਾਰ ਕੇ ਉਹਨੂੰ ਮੰਨਣਾ ਅਤ ਲਾਜ਼ਮੀ ਹੈ, ਅਤ ਲਾਜ਼ਮੀ। ਐਗਜ਼ੈਕਟਲੀ, ਵਿਹਾਰ ਦੇ ਵਿੱਚ ਲੈ ਕੇ ਆਉਣਾ, ਵਿਚਾਰ ਕੇ ਫਿਰ ਵਿਹਾਰ 'ਚ ਲਿਆਉਣਾ ਉਸ ਚੀਜ਼ ਨੂੰ, ਫਿਰ ਗੱਲ ਬਣਦੀ ਹੈ, ਫਿਰ ਜ਼ਿੰਦਗੀ ਬਦਲਦੀ ਹੈ ਜਦੋਂ ਵਿਹਾਰ 'ਚ ਲੈ ਕੇ ਆਵਾਂਗੇ। ਬਿਲਕੁਲ। ਅਸੀਂ ਕੈਂਪ ਵਿੱਚ ਬੱਚਿਆਂ ਨੂੰ ਕਿੰਨੀ ਵਾਰ ਕਹਿੰਦੇ ਆ ਕਿ ਸੇਵਾ ਸਿੱਖਣੀ ਅਸੀਂ ਗੁਰਦੁਆਰਿਆਂ 'ਚੋਂ ਹੈ, ਲੇਕਿਨ ਇੰਪਲੀਮੈਂਟ ਅਸੀਂ ਸਮਾਜ ਵਿੱਚ ਕਰਨਾ ਉਹਨੂੰ। ਜੀ ਬਾਹਰ ਜਾ ਕੇ ਅਸੀਂ ਉਸ ਨੂੰ ਇੰਪਲੀਮੈਂਟ ਕਰਨਾ ਹੈ। ਸੋ ਸਾਡਾ ਨੈਕਸਟ ਕੁਐਸਚਨ ਹੈ ਜੀ, ਹਾਊ ਟੂ ਡੀਲ ਵਿਦ what is beyond our control, for example birth and death, how to deal within control, for example disease, poverty and rape etc. ਥੋੜਾ ਕੁਐਸਚਨ ਕਲੀਅਰ ਹੋ ਜੇ ਤਾਂ ਜ਼ਿਆਦਾ ਵਧੀਆ ਰਹੇਗਾ, ਬਟ ਜਿੰਨੀ ਕਿ ਮੈਨੂੰ ਸਮਝ ਲੱਗੀ ਮੈਂ ਇੰਨਾ ਕਿ ਮੈਂ ਕਹਿਣਾ ਚਾਹਣਾ ਇੱਥੇ। ਜੇ ਕੋਈ ਹੋਰ ਕੁਐਸਚਨ ਹੋਇਆ ਤਾਂ ਮੈਂ ਦੱਸ ਦੇਣਾ ਕਿ ਜਨਮ ਤੇ ਮਰਨ ਜੋ ਬਾਣੀ ਨੇ ਸਾਨੂੰ ਦੱਸਿਆ, ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਜਨਮ ਤੇ ਮਰਨ ਸਾਡੇ ਕੰਟਰੋਲ ਵਿੱਚ ਨਹੀਂ ਹੈਗੇ ਜੀ। ਜੰਮਣ ਮਰਨਾ ਤੇ ਹੁਕਮ ਦੇ ਵਿੱਚ ਹੀ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਜਿਹੜੀ ਚੀਜ਼ ਸਾਡੇ ਕੰਟਰੋਲ ਦੇ ਵਿੱਚ ਹੈ ਉਹ ਸਾਡੇ ਕਰਮ ਨੇ, ਜੋ ਜ਼ਿੰਦਗੀ 'ਚ ਅਸੀਂ ਕਰਮ, ਕਿਉਂਕਿ ਜ਼ਿੰਦਗੀ ਦੀ ਕੋਈ ਵੀ ਅਚੀਵਮੈਂਟ ਕਰਮਾਂ ਤੋਂ ਬਿਨਾਂ ਨਹੀਂ ਹੁੰਦੀ। ਉਹ ਕਰਮ ਕਿਹੜੇ ਕਰਨੇ ਆ ਤੇ ਕਿਹੜੇ ਨਹੀਂ ਕਰਨੇ, ਉਹ ਅਸੀਂ ਚੂਜ਼ ਕਰਨੇ ਹੁੰਦੇ ਜ਼ਿੰਦਗੀ ਜਿਉਂਦੇ ਆ। ਜੰਮਣ ਮਰਨਾ ਸਾਡੇ ਵੱਸ ਵਿੱਚ ਨਹੀਂ ਹੈਗਾ, ਇਹ ਬਾਣੀ ਦਾ ਹੁਕਮ ਹੈ ਜੀ। ਕਰਮ ਸਾਡੇ ਵੱਸ ਨੇ, ਕਰਮਾਂ ਦੀ ਜਿਹੜੀ ਚੁਆਇਸ ਕਰਨੀ ਹੈ ਉਹ ਕੇਅਰਫੁਲੀ ਕਰੀਏ। ਜੇ ਕਰਮਾਂ ਨੂੰ ਅਸੀਂ ਕੇਅਰਫੁਲੀ ਚੂਜ਼ ਕਰ ਲਿਆ, ਫਿਰ ਜ਼ਿੰਦਗੀ ਨੂੰ ਅਸੀਂ ਮੈਨੂਫੈਕਚਰ ਵੀ ਕਰ ਸਕਦੇ ਹਾਂ ਤੇ ਜ਼ਿੰਦਗੀ ਨੂੰ ਡਿਸਟਰੋਏ ਵੀ ਕਰ ਸਕਦੇ ਹਾਂ। ਸਾਡੇ ਹੱਥ 'ਚ। ਚੰਗੇ ਕਰਮ ਚੂਜ਼ ਕਰ ਲਾਂਗੇ ਤਾਂ ਮੈਨੂਫੈਕਚਰ ਹੋ ਜਾਏਗਾ ਫਿਊਚਰ ਸਾਡਾ, ਅਦਰਵਾਈਜ਼ ਫਿਊਚਰ ਸਾਡਾ ਖਰਾਬ ਹੋਏਗਾ ਉਹਦੇ ਨਾਲ। ਕਰਮ ਹੀ ਅਸੀਂ ਚੁਆਇਸ ਕਰ ਸਕਦੇ ਹਾਂ, ਜਨਮ ਤੇ ਮਰਨ ਨਹੀਂ। ਸੋ ਸਾਡਾ ਅਗਲਾ ਕੁਐਸਚਨ ਹੈ ਜੀ, is stress always a negative thing? ਨਹੀਂ, ਸਟ੍ਰੈਸ ਆਲਵੇਜ਼ ਨੈਗੇਟਿਵ ਨਹੀਂ ਹੈ, ਬਟ ਹਰ ਇੱਕ ਚੀਜ਼ ਦੀ ਇੱਕ ਲਿਮਿਟੇਸ਼ਨ ਹੈ। ਜਿਵੇਂ ਇੱਕ ਬੱਚਾ ਇਮਤਿਹਾਨ ਦੇ ਰਿਹਾ ਹੈ, ਜੇ ਇਮਤਿਹਾਨ 'ਚ ਬੱਚਾ ਥੋੜਾ, ਦੇਖੋ ਸ਼ਬਦਾਂ ਦਾ ਹੇਰ ਫੇਰ ਜਿਸ ਤਰ੍ਹਾਂ ਮਰਜ਼ੀ ਕਰ ਲਈਏ ਅਸੀਂ, ਮੈਂ ਤਾਂ ਫਿਰ ਇਹ ਕਹਿੰਦਾ ਕਿ ਸਟ੍ਰੈਸ ਸ਼ਬਦ ਜਿਹੜਾ ਹੈਗਾ ਇਹ ਜ਼ਿਆਦਾ ਨੈਗੇਟਿਵ ਸਾਈਡ ਨੂੰ ਜਾਂਦਾ ਹੈ। ਬਸ ਇਹ ਸਮਝ ਲਈਏ ਕਿ ਕਿਸੇ ਚੀਜ਼ ਨੂੰ ਕੇਅਰ ਕਰਨੀ, ਕੇਅਰ ਕਰੇਗਾ ਬੱਚਾ, ਉਹਨੂੰ ਸਟ੍ਰੈਸ ਕਹਿ ਲਓ, ਜ਼ਿਆਦਾ ਓਵਰ ਕੇਅਰ ਕਹਿ ਲਓ। ਜੇ ਕੇਅਰ ਕਰੇਗਾ ਤਾਂ ਇਮਤਿਹਾਨ ਦੀ ਤਿਆਰੀ ਕਰੇਗਾ, ਅਦਰਵਾਈਜ਼ ਬੱਚਾ ਇਮਤਿਹਾਨ ਦੀ ਤਿਆਰੀ ਨਹੀਂ ਕਰ ਸਕਦਾ। ਤੋ ਸਟ੍ਰੈਸ, ਮੈਂ ਚਿੰਤਾ ਤੇ ਚਿੰਤਨ ਜਿੰਨਾ ਫਰਕ ਹੀ ਹੈ। ਚਿੰਤਾ ਕਰਨੀ ਤੇ ਚਿੰਤਨ ਕਰਨਾ। ਚਿੰਤਾ ਕਰਨੀ ਕੀ ਹੈ ਕਿ ਫਿਊਚਰ ਬਾਰੇ ਸੋਚ ਕੇ ਨਿਰਾਸ਼ ਹੋਈ ਜਾਣਾ, ਏਦਾਂ ਨਾ ਹੋ ਜੇ ਡਰੀ ਜਾਣਾ। ਚਿੰਤਨ ਕੀ ਹੁੰਦਾ? ਫਿਊਚਰ ਦੀ ਪਲੈਨਿੰਗ ਕਰਨੀ। ਬਸ ਇੰਨਾ ਕੋਈ ਫਰਕ ਹੈ ਜੀ। ਤਾਂ ਬੈਟਰ ਹੈ ਕਿ ਅਸੀਂ ਪਲੈਨਿੰਗ ਕਰੀਏ, ਸਟ੍ਰੈਸ ਵਿੱਚ ਨਾ ਆਈਏ। ਪਲੈਨਿੰਗ ਕਰਦੇ ਹਾਂ, ਆਪਣੀਆਂ ਬੈਸਟ ਐਫਰਟਸ ਜਿੰਨੀਆਂ ਅਸੀਂ ਦੇ ਸਕਦੇ ਹਾਂ, ਬੈਸਟ ਇਨਪੁਟ ਜਿੰਨੀ ਪਾ ਸਕਦੇ ਹਾਂ ਉਨੀ ਪਾਈਏ। ਬਾਕੀ ਪ੍ਰਮਾਤਮਾ ਦੇ ਹੱਥ ਹੈ, ਫਿਰ ਉਹਦੇ ਉੱਪਰ ਛੱਡ ਦਈਏ ਕਿ ਜੋ ਤੂੰ ਦੇਣਾ ਉਹ ਠੀਕ। ਬਿਲਕੁਲ। ਸਾਡਾ ਅਗਲਾ ਕੁਐਸਚਨ ਵੀਰ ਜੀ, ਜੇ ਮੇਰੇ ਨਾਲ ਬੁਰਾ ਹੋਇਆ ਤੇ ਕਿਉਂ ਹੋਇਆ, ਬਾਕੀ ਦੁਨੀਆ ਤੇ ਸੁਖੀ ਹੈ? ਮੈਂ ਇਹਦੇ ਬਾਰੇ ਕੁਝ ਸਲਾਈਡਸ ਵੀ ਇੱਥੇ ਸ਼ੇਅਰ ਕੀਤੀਆਂ ਸੀ ਕਿ ਕਦੇ ਜ਼ਿੰਦਗੀ 'ਚ ਇਹ ਨਾ ਕਿਹਾ ਕਰੀਏ ਵਾਈ ਮੀ, ਕਿ ਮੈਨੂੰ ਕਿਉਂ ਮੁਸੀਬਤਾਂ ਆਉਂਦੀਆਂ ਨੇ। ਇਹ ਤਾਂ ਸਿਰਫ ਮੁਸੀਬਤਾਂ ਪ੍ਰਤੀ ਆਪਣਾ, ਅਸੀਂ ਮੁਸੀਬਤਾਂ ਨੂੰ ਹਲੇ ਵੀ ਮਾੜਾ ਸਮਝ ਰਹੇ ਹਾਂ ਨਾ, ਕਿ ਮੇਰੀ ਜ਼ਿੰਦਗੀ 'ਚ ਆਉਂਦੀਆਂ ਨੇ। ਇਹ ਮੈਂ ਪਹਿਲਾਂ ਵੀ ਕਿਹਾ ਸੀ ਕਿ ਪਰਿਸਥਿਤੀਆਂ, ਸਰਕਮਸਟੈਂਸਿਸ ਦੇ ਵਿੱਚ ਬਹੁਤ ਘੱਟ ਫਰਕ ਹੁੰਦਾ ਹੈ, ਆਲਮੋਸਟ ਸੇਮ ਹੁੰਦੀਆਂ। ਜਿੱਥੇ ਫਰਕ ਹੁੰਦਾ ਮਨ ਸਥਿਤੀ ਦੇ ਵਿੱਚ ਹੁੰਦਾ। ਕਦੇ ਵੀ ਵਾਈ ਮੀ ਵਾਲਾ ਐਟੀਟਿਊਡ ਜ਼ਿੰਦਗੀ 'ਚ ਰੱਖਾਂਗੇ ਤਾਂ ਸਟ੍ਰੈਸ ਵਿੱਚ ਹੀ ਆਵਾਂਗੇ। ਪਰ ਜੇ ਅਸੀਂ ਟਰਾਈ ਮੀ ਵਾਲਾ, ਜਦੋਂ ਮੈਂ ਸਲਾਈਡਸ ਲਈਆਂ ਸੀ ਕਿ ਹੀਰੇ ਵਾਲੀ ਐਗਜ਼ਾਮਪਲ ਲਈਏ ਆਪਾਂ,
ਫਿਰ ਫੁੱਲ ਵਾਲੀ ਐਗਜ਼ਾਮਪਲ ਲਈਏ, ਆਪਾਂ ਕੱਚ ਵਾਲੀ ਲਈਏ, ਉਹ ਇਹੀ ਤਾਂ ਹੈ। ਇਹ ਬੰਦੇ ਬੰਦੇ 'ਚ ਫਰਕ ਹੈ ਨਾ, ਕਿ ਤੁਸੀਂ ਪ੍ਰੋਬਲਮਸ ਆਉਂਦੀਆਂ, ਤੁਸੀਂ ਪ੍ਰੋਬਲਮਸ ਨੂੰ ਰਿਐਕਟ ਕਿੱਦਾਂ ਕਰਦੇ ਪਏ ਹੋ, ਰਿਸਪੌਂਡ ਕਿੱਦਾਂ ਕਰਦੇ ਪਏ ਹੋ, ਇਹ ਚੀਜ਼ ਇੰਪੋਰਟੈਂਟ ਹੈ ਕਿ ਤੁਸੀਂ ਰਿਐਕਸ਼ਨ ਕਿੱਦਾਂ ਦਿੰਦੇ ਹੋ। ਤੁਸੀਂ ਡੋਲ ਵੀ ਸਕਦੇ ਹੋ, ਤੁਸੀਂ ਟੁੱਟ ਵੀ ਸਕਦੇ ਹੋ ਕੱਚ ਵਾਂਗੂ, ਤੇ ਤੁਸੀਂ ਜ਼ਿਆਦਾ ਮਜ਼ਬੂਤ ਵੀ ਹੋ ਸਕਦੇ ਹੋ ਲੋਹੇ ਵਾਂਗੂ। ਇਹ ਸਾਡੇ ਹੱਥ 'ਚ ਹੈ। ਬਾਣੀ ਸਾਨੂੰ ਮਜ਼ਬੂਤ ਬਣਾਉਂਦੀ ਹੈ, ਬਾਣੀ ਸਾਨੂੰ ਟੁੱਟਣ ਨਹੀਂ ਦਿੰਦੀ। ਜਦੋਂ ਬਾਣੀ ਇਹ ਕਹਿੰਦੀ ਹੈ ਨਾ, ਕੇਤਿਆਂ ਧੂਪ ਭੂਖ ਸਤਮਾਰ, ਇਹ ਵੀ ਦਾਤ ਤੇਰੀ ਦਾਤਾਰ, ਤੇ ਜਿਹੜੀ ਚੀਜ਼ ਦਾਤ ਹੀ ਹੋ ਗਈ, ਗਿਫਟ ਹੋ ਗਿਆ, ਗਿਫਟ ਕਦੇ ਵੀ ਮਾੜਾ ਨਹੀਂ ਹੁੰਦਾ। ਜਿਹੜਾ ਕੋਈ ਗਿਫਟ ਦੇਵੇ ਨਾ, ਆਪਾਂ ਨੂੰ ਗਿਫਟ ਦਿੰਦਾ, ਆਪਾਂ ਕਦੇ ਕਹਿੰਦੇ ਗਿਫਟ ਮਾੜਾ ਹੈ। ਤੇ ਜੇ ਦੁੱਖ ਮੁਸੀਬਤਾਂ ਵੀ ਇਹ ਗਿਫਟ ਆ ਰਹੀਆਂ ਨੇ ਸਾਨੂੰ, ਫਿਰ ਮਾੜੀਆਂ ਕਿਵੇਂ ਹੋ ਗਈ? ਫਿਰ ਬੰਦਾ ਕਦੇ ਵਾਈ ਮੀ ਨਹੀਂ ਕਹੇਗਾ। ਪਰਮਾਤਮਾ ਦਾ ਗਿਫਟ ਜਾਣ ਕੇ ਸਮਝ ਕੇ ਜੇ ਅਸੀਂ ਇਹਨੂੰ ਕਰਾਂਗੇ ਤਾਂ ਫਿਰ ਗੱਲ ਬਣ ਜਾਣੀ ਹੈ, ਅਦਰਵਾਈਜ਼ ਫਿਰ ਬੰਦਾ ਸਟ੍ਰੈਸ ਦੇ ਵਿੱਚ ਹੀ ਰਹੇਗਾ। ਬਿਲਕੁਲ, ਸਾਨੂੰ ਕੀ ਪਤਾ ਕਿ ਉਸ ਦੁੱਖ ਪਿੱਛੇ ਕਿੰਨਾ ਭਲਾ ਛੁਪਿਆ ਹੋਇਆ ਹੈ। ਸਾਨੂੰ ਇਹ ਸੋਚ ਕੇ ਇਹੀ ਆਪਾਂ ਕਿਹਾ ਕਿ ਤੁਮ ਕਰੋ ਭਲਾ ਹਮ ਭਲੋ ਨਾ ਜਾਣੋ। ਉਹ ਭਲਾ ਹੀ ਕਰਦਾ, ਹਮੇਸ਼ਾ ਆਲਵੇਜ਼ ਭਲਾ ਹੀ ਕਰਦਾ। ਤੂੰ ਸਦਾ ਸਦਾ ਉਹਦਾ ਯਾਰ, ਇਹਨੂੰ ਮੰਨੀਏ। ਅਗਰ ਅਸੀਂ ਬਿਲਕੁਲ ਅਗਰ ਅਸੀਂ ਇਹ ਮੰਨ ਲਈਏ ਕਿ ਉਹਨੇ ਬੁਰਾ ਕਰਨਾ ਹੀ ਨਹੀਂ ਹੈ, ਭਲਾ ਹੀ ਮੰਨਣਾ ਹੈ, ਤਾਂ ਸਾਨੂੰ ਇਹ ਸ਼ਾਇਦ ਕੁਐਸਚਨ ਹੀ ਨਾ ਆਏ। ਬਿਲਕੁਲ ਬਿਲਕੁਲ ਬਿਲਕੁਲ। ਸਾਡਾ ਨੈਕਸਟ ਕੁਐਸਚਨ ਵੀਰ ਜੀ, ਗੁਰਬਾਣੀ ਟੀਚਸ ਅਸ ਟੂ ਲਾਈਵ ਸਿੰਪਲ ਲਾਈਫ, but today's world is very modern and sometimes it becomes difficult to adjust. Please explain. ਇਹ ਠੀਕ ਹੈਗੇ। ਦੇਖੋ ਹੁਣ ਆਪਣੇ ਆਪਣੇ ਤੌਰ ਤੇ ਇਹਨੂੰ ਦੇਖਣਾ ਹੁੰਦਾ ਕਿ ਅਸੀਂ ਇੱਕ ਸਿੰਪਲ ਜਿਹਾ ਰੂਲ ਮੈਂ ਤਾਂ ਇੱਕ ਸਮਝਦਾ ਹਾਂ, ਸਿੰਪਲ ਲਾਈਫ ਦਾ ਤਾਂ ਕੋਈ ਬਦਲ ਨਹੀਂ ਹੈ, ਸਿੰਪਲ ਲਾਈਫ ਦਾ ਕੋਈ ਤੋੜ ਨਹੀਂ ਹੈ ਜੀ। ਸਿੰਪਲ ਲਿਵਿੰਗ ਤਾਂ ਜਿਹੜੀ ਬੈਸਟ ਹੈ ਹੀ ਹੈ। ਪਰ ਜਦੋਂ ਅਸੀਂ ਅੱਜ ਦੀ ਗੱਲ ਕਰਦੇ ਹਾਂ, ਜੇ ਉਸ ਰਸਤੇ ਚੱਲਦੇ ਹਾਂ, ਸਾਡੀ ਜ਼ਿੰਦਗੀ 'ਚ ਸਟ੍ਰੈਸ ਆ ਰਿਹਾ ਹੈ, ਤੇ ਫਿਰ ਆਪਾਂ ਕਿਉਂ ਨਾ ਉਸ ਰਸਤੇ ਨੂੰ ਬਦਲ ਲਈਏ। ਦੇਖੋ ਇੱਕ ਸਿਆਣਾ ਬਿਜ਼ਨਸਮੈਨ ਹੋਵੇ ਨਾ ਜੀ, ਜਦੋਂ ਵਪਾਰ ਕਰਦਾ ਹੈ ਕੋਈ, ਜੇ ਉਹਨੂੰ ਵਪਾਰ ਦੇ ਵਿੱਚ ਘਾਟਾ ਪੈਂਦਾ ਹੋਵੇ, ਉਸ ਵਪਾਰ ਨੂੰ ਕੰਟੀਨਿਊ ਥੋੜਾ ਕਰਦਾ ਹੈ। ਗੁਰੂ ਸਾਹਿਬ ਨੇ ਸਾਨੂੰ ਵੀ ਤਾਂ ਗੁਰਬਾਣੀ 'ਚ ਵਪਾਰੀ ਕਿਹਾ ਹੈ, ਅਸੀਂ ਵੀ ਤਾਂ ਇੱਥੇ ਵਪਾਰ ਕਰਨ ਹੀ ਆਏ, ਲਾਹਾ ਕੱਟਣ ਆਏ ਹਾਂ। ਤੇ ਜੇ ਜਿਸ ਰਸਤੇ ਤੇ ਅਸੀਂ ਅੱਜ ਚੱਲ ਰਹੇ ਹਾਂ, ਜੇ ਉਸ ਰਸਤੇ ਚੱਲਦੇ ਜ਼ਿੰਦਗੀ 'ਚ ਆਨੰਦ ਨਹੀਂ ਨਿਕਲ ਰਿਹਾ, ਤੇ ਫਿਰ ਸਿਆਣੇ ਵਪਾਰੀ ਦੀ ਇਹ ਤਾਂ ਨਿਸ਼ਾਨੀ ਹੈ ਕਿ ਉਹ ਆਪਣੇ ਵਪਾਰ ਕਰਨ ਦੇ ਢੰਗ ਤਰੀਕੇ ਨੂੰ ਬਦਲ ਲਵੇ। ਜੇ ਅਸੀਂ ਨਹੀਂ ਬਦਲਾਂਗੇ, ਚੱਲਣਾ ਵੀ ਉਸ ਰਸਤੇ ਤੇ ਹੀ ਹੈ, ਪਰ ਅਸੀਂ ਸਮਝੀਏ ਵੀ ਉਹ ਜਿਵੇਂ ਪਹਿਲਾਂ ਕਿਹਾ ਕਾਜ਼ ਐਂਡ ਇਫੈਕਟ, ਕਾਜ਼ ਨਹੀਂ ਬਦਲਾਂਗੇ, ਇਫੈਕਟ ਬਦਲਣ ਦੀ ਕੋਸ਼ਿਸ਼ ਕਰਦੇ ਰਹਾਂਗੇ, ਫਿਰ ਗੱਲ ਨਹੀਂ ਬਣਨੀ। ਕਾਜ਼ ਤਾਂ ਸਾਨੂੰ ਚੇਂਜ ਕਰਨੇ ਪੈਣਗੇ, ਸਿੰਪਲਿਸਿਟੀ ਵਾਲੇ ਪਾਸੇ ਤੇ ਆਉਣਾ ਹੀ ਪੈਣਾ ਹੈ। ਇਹਦੇ ਕੋਈ ਬਦਲ ਨਹੀਂ ਹੈਗੀ। ਇਹ ਠੀਕ ਹੈ ਕਿ ਅਸੀਂ ਆਪਣੇ ਆਪ ਨੂੰ ਆਲੇ ਦੁਆਲੇ ਨਾਲ ਐਡਜਸਟ ਕਹਿ ਦਿੰਦੇ ਹਾਂ ਕਿ ਦੁਨੀਆ ਮੁਤਾਬਕ ਤੇ ਚੱਲਣਾ ਹੀ ਪੈਂਦਾ ਹੈ। ਇਹ ਸਟੇਟਮੈਂਟ ਭੈਣ ਜੀ ਉਦੋਂ ਆਉਂਦੀ ਹੈ ਜਦੋਂ ਅਸੀਂ ਕਹਿੰਦੇ ਕਿ ਦੁਨੀਆ ਮੁਤਾਬਕ ਚੱਲਣਾ ਪੈਂਦਾ। ਇਹਦਾ ਮਤਲਬ ਹੈ ਦੁਨੀਆ ਨੂੰ ਵੱਡਾ ਸਮਝਦੇ ਹਾਂ ਅਸੀਂ। ਅਸਲ 'ਚ ਅੱਜ ਬੰਦਾ ਪ੍ਰਵਾਨਗੀ ਚਾਹੁੰਦਾ ਹੈ ਜੀ। ਮੋਟੀ ਜਿਹੀ ਗੱਲ ਇਹ ਹੈ ਕਿ ਅੱਜ ਬੰਦਾ ਪ੍ਰਵਾਨਗੀ ਚਾਹੁੰਦਾ ਹੈ। ਉਹ ਸਮਾਜ 'ਚ ਵਿਚਰਦਾ ਕਹਿੰਦਾ ਜੇ ਮੈਂ ਆਈ ਕੀਤਾ ਦੁਨੀਆ ਕੀ ਆਖੂਗੀ, ਲੋਕ ਕੀ ਕਹਿਣਗੇ, ਜੇ ਮੈਂ ਵਿਆਹ ਸਾਦਾ ਕਰ ਲਿਆ ਰਿਸ਼ਤੇਦਾਰ ਕੀ ਕਹਿਣਗੇ, ਵੀ ਲੈ ਜਦੋਂ ਖਰਚ ਕਰਨ ਦਾ ਵੇਲਾ ਆਇਆ ਉਦੋਂ 4 ਪੈਸੇ ਵੀ ਨਹੀਂ ਖਰਚ ਸਕਿਆ। ਮੈਂ ਕਹਿੰਦਾ ਹੁੰਦਾ ਕਿ ਦੇਖੋ, ਜਿੰਨੀ ਦੇਰ ਤੱਕ ਅਸੀਂ ਪ੍ਰਵਾਨਗੀ ਦੁਨੀਆ ਕੋਲੋਂ ਤੇ ਸਮਾਜ ਕੋਲੋਂ ਲੱਭਾਂਗੇ ਨਾ, ਵੀ ਦੁਨੀਆ ਪ੍ਰਵਾਨਗੀ ਦੇਵੇ, ਸਾਡੇ ਯਾਰ ਮਿੱਤਰ ਦੋਸਤ ਪ੍ਰਵਾਨਗੀ ਦੇਣ, ਸਾਡੇ ਆਂਢੀ ਗੁਆਂਢੀ ਪ੍ਰਵਾਨਗੀ ਦੇਣ, ਕਿਉਂਕਿ ਉਨੀ ਦੇਰ ਤੱਕ ਜ਼ਿੰਦਗੀ 'ਚ ਖੁਸ਼ੀਆਂ ਨਹੀਂ ਆਉਣੀਆਂ। ਜਦੋਂ ਅਸੀਂ ਬਦਲ ਲਿਆ ਕਿ ਹੁਣ ਮੈਂ ਪ੍ਰਵਾਨਗੀ ਸਮਾਜ ਤੋਂ ਨਹੀਂ ਲੈਣੀ, ਮੈਂ ਪ੍ਰਵਾਨਗੀ ਆਪਣੇ ਗੁਰੂ ਤੋਂ ਲੈਣੀ ਹੈ। ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਨਹੀਂ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ। ਤੇ ਲਾਸਟ ਵਿੱਚ ਕੀ ਕਹਿੰਦੇ ਨੇ, ਕਹਿੰਦੇ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ। ਕਿੱਥੋਂ ਲੈ ਰਹੇ ਆ ਪ੍ਰਵਾਨਗੀ? ਜਿਨ ਸਤਿਗੁਰੂ ਸਿਓ ਚਿਤ ਲਾਇਆ। ਇਹ ਪ੍ਰਵਾਨ ਹੀ ਉਦੋਂ ਹੁੰਦਾ ਜਦੋਂ ਅਸੀਂ ਗੁਰੂ ਦੇ ਦੱਸੇ ਰਸਤੇ ਤੇ ਚੱਲਦੇ ਹਾਂ। ਅਸੀਂ ਪ੍ਰਵਾਨਗੀ ਸਮਾਜ ਤੋਂ ਲੈਣ ਦੀ ਕੋਸ਼ਿਸ਼ ਨਾ ਕਰੀਏ ਕਿ ਮੈਂ ਜ਼ਿੰਦਗੀ ਏਦਾਂ ਜੋ ਰਿਹਾ, ਸਮਾਜ ਕੀ ਕਹਿ ਰਿਹਾ ਉਹਦੇ ਬਾਰੇ। ਮੈਂ ਹਰ ਵੇਲੇ ਜੇ ਇਹ ਸਮਝ ਲਵਾਂ ਕਿ ਸਮਾਜ ਨਹੀਂ, ਮੈਂ ਆਪਣੇ ਗੁਰੂ ਨੂੰ ਪੁੱਛਾਂ ਕਿ ਗੁਰੂ ਸਾਹਿਬ ਮੇਰਾ ਜੀਵਨ ਢੰਗ ਤੁਹਾਨੂੰ ਪ੍ਰਵਾਨ ਹੈ। ਜਦੋਂ ਮੈਂ ਪ੍ਰਵਾਨਗੀ ਗੁਰੂ ਤੋਂ ਲੈਣੀ ਸ਼ੁਰੂ ਕਰਤੀ, ਉਸ ਦਿਨ ਗੱਲ ਬਣ ਜਾਣੀ ਹੈ। ਅੱਜ ਅਸੀਂ ਪ੍ਰਵਾਨਗੀ ਸਮਾਜ ਕੋਲੋਂ ਲੱਭ ਰਹੇ ਹਾਂ, ਰਿਸ਼ਤੇਦਾਰਾਂ ਕੋਲੋਂ ਲੱਭ ਰਹੇ ਹਾਂ, ਯਾਰਾਂ ਦੋਸਤਾਂ ਕੋਲੋਂ ਲੱਭ ਰਹੇ ਹਾਂ। ਇਸ ਕਰਕੇ ਸਾਡੀ ਜ਼ਿੰਦਗੀ ਦੇ ਰਸਤੇ ਥੋੜੇ ਜਿਹੇ ਅਲੱਗ ਹੋ ਗਏ ਨੇ। ਤੇ ਜਦੋਂ ਅਸੀਂ ਆਪਣਾ ਰਸਤਾ ਬਦਲ ਕੇ ਗੁਰੂ ਵਾਲੇ ਪਾਸੇ ਮੂੰਹ ਕਰ ਲਿਆ, ਉਸ ਦਿਨ ਗੱਲ ਬਣ ਜਾਣੀ ਹੈ। ਫਿਰ ਉਹ ਗਿਆਨ ਦਾ ਚਾਨਣ ਸਾਡੇ ਅੰਦਰ ਪ੍ਰਵੇਸ਼ ਕਰੇਗਾ, ਜਿਹਦੀ ਰੋਸ਼ਨੀ ਦੇ ਵਿੱਚ ਅਸੀਂ ਠੀਕ ਤੇ ਗਲਤ ਦੇ ਫੈਸਲੇ ਲੈ ਪਾਵਾਂਗੇ। ਸਮਾਜ ਵੱਲ ਮੂੰਹ ਕਰਾਂਗੇ ਤਾਂ ਫੈਸਲੇ ਗਲਤ ਹੋਣਗੇ, ਗੁਰੂ ਵੱਲ ਮੂੰਹ ਕਰ ਲਾਂਗੇ ਤਾਂ ਫਿਰ ਫੈਸਲੇ ਜ਼ਿੰਦਗੀ ਦੇ ਠੀਕ ਹੋਣਗੇ, ਅਦਰਵਾਈਜ਼ ਨਹੀਂ ਹੋਣੇ ਜੀ। ਬਿਲਕੁਲ, ਵੈਸੇ ਵੀ ਕਾਫੀ ਹੱਦ ਤੱਕ ਸਿੰਪਲ ਲਾਈਫ ਔਰ ਮਾਡਰਨ ਹੋਣਾ ਸਾਡੇ ਆਪਣੇ ਹੱਥ ਵਿੱਚ ਹੁੰਦਾ ਹੈ। ਬਿਲਕੁਲ, ਹੁਣ ਅਸੀਂ ਕਾਫੀ ਹੱਦ ਤੱਕ ਸਿੰਪਲ ਲਾਈਫ ਜੀ ਰਹੇ ਹਾਂ। ਕਰੋਨਾ ਨੇ ਭਾਵੇਂ ਸਾਨੂੰ ਲਾਤਾ ਉਸ ਮੁਕਾਮ ਤੇ, ਲੇਕਿਨ ਅਸੀਂ ਹੁਣ ਲੈ ਔਰ ਕਾਫੀ ਹੱਦ ਤੱਕ ਆਪਣੇ ਹੱਥ ਵਿੱਚ ਹੀ ਹੁੰਦਾ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਅਸੀਂ ਸਮਾਜ ਦੀ ਪ੍ਰਵਾਨਗੀ ਨਾ ਲਈਏ। ਸੋ ਸਾਡਾ ਨੈਕਸਟ ਕੁਐਸਚਨ ਵੀਰ ਜੀ, I try many time to manage my stress, but ਲਾਸਟ ਵਿੱਚ ਮੈਂ ਸਟ੍ਰੈਸ ਵਿੱਚ ਆ ਜਾਂਦੀ ਹਾਂ, ਮੇਰੇ ਤੋਂ ਮੈਨੇਜ ਨਹੀਂ ਹੋ ਪਾਉਂਦਾ। ਉਸ ਕੰਡੀਸ਼ਨ ਵਿੱਚ ਕੀ ਕਰੀਏ?
ਦੇਖੋ ਮੈਂ ਇੱਕ ਗੱਲ ਵਾਰ-ਵਾਰ ਇੱਕੋ ਗੱਲ ਕਹਿ ਰਿਹਾ ਕਿ ਜਦੋਂ ਸਾਨੂੰ ਪਤਾ ਲੱਗ ਜਾਏਗਾ ਨਾ ਕਿ ਆਹ ਹਾਲਾਤ ਦੇ ਵਿੱਚ ਆ ਕੇ ਸਾਡੇ ਨਾਲ ਕੁਝ ਰੈੱਡ ਫਲੈਗਸ ਹੁੰਦੇ ਆ ਹਰ ਬੰਦੇ ਦੀ ਲਾਈਫ 'ਚ, ਕਿ ਕਿਹੜੇ ਕਿਹੜੇ ਹਾਲਾਤ ਨੇ, ਕੁਝ ਸਿਚੁਏਸ਼ਨਸ ਲਾਈਫ ਦੀਆਂ ਇਹੋ ਜਿਹੀਆਂ ਹੁੰਦੀਆਂ, ਕੁਝ ਬੰਦੇ ਇਹੋ ਜਿਹੇ ਹੁੰਦੇ ਆ, ਕੁਝ ਹਾਲਾਤ ਇਹੋ ਜਿਹੇ ਹੁੰਦੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਮੈਂ ਸਟ੍ਰੈਸ ਦੇ ਵਿੱਚ ਆ ਜਾਂਦਾ। ਉਹ ਰੈੱਡ ਫਲੈਗਸ ਨੇ, ਸਾਨੂੰ ਉਹ ਰੈੱਡ ਫਲੈਗ ਮਾਰਕ ਕਰਨੇ ਪੈਣਗੇ ਆਪਣੀ ਲਾਈਫ ਤੇ। 2 4 5 ਹੀ ਹੁੰਦੇ ਹਰ ਬੰਦੇ ਦੀ ਜ਼ਿੰਦਗੀ ਕਿ ਇਸ ਹਾਲਾਤ 'ਚ ਮੈਂ ਸਟ੍ਰੈਸ 'ਚ ਆ ਜਾਂਦੀ ਹਾਂ ਜਾਂ ਆ ਜਾਂਦਾ। ਜਦੋਂ ਕਿ ਆਹ ਬੰਦਾ ਮੇਰੇ ਸਾਹਮਣੇ ਆਉਂਦਾ ਉਦੋਂ ਮੈਂ ਸਟ੍ਰੈਸ ਵਿੱਚ ਆ ਜਾਂਦਾ, ਜਦੋਂ ਕਿ ਇਹੋ ਜਿਹੀ ਗੱਲ ਹੁੰਦੀ ਹੈ ਮੈਂ ਉਦੋਂ ਸਟ੍ਰੈਸ ਵਿੱਚ ਆ ਜਾਂਦਾ। ਉਹ ਰੈੱਡ ਫਲੈਗ ਮਾਰਕ ਕਰ ਲਈਏ, ਸਾਨੂੰ ਪਤਾ ਹੋ ਵੀ ਇਹਨਾਂ ਹਾਲਾਤਾਂ 'ਚ ਮੈਂ ਸਟ੍ਰੈਸ ਦੇ ਵਿੱਚ ਆਉਣਾ ਹੈ, ਉਹਨਾਂ ਹਾਲਾਤਾਂ ਤੋਂ ਬਚਣ ਦੀ ਕੋਸ਼ਿਸ਼ ਕਰਨੀ ਹੈ ਅਸੀਂ, ਉਹਨਾਂ ਹਾਲਾਤਾਂ ਤੋਂ ਪਾਸੇ ਹੋ ਕੇ ਲੰਘਣ ਦੀ ਕੋਸ਼ਿਸ਼ ਕਰਨੀ ਹੈ, ਫਿਰ ਗੱਲ ਬਣਨੀ ਹੈ ਜੀ। ਤੇ ਨਹੀਂ ਤਾਂ ਅਸੀਂ ਵਾਰ-ਵਾਰ ਉਸ ਟ੍ਰੈਪ ਦੇ ਵਿੱਚ ਆਉਂਦੇ ਜਾਵਾਂਗੇ। ਪਰ ਜੇ ਮੈਨੂੰ ਪਤਾ ਹੈ ਕਿ ਮੈਂ ਇਸ ਹਾਲਾਤ ਦੇ ਵਿੱਚ ਆ ਕੇ ਇਹਨਾਂ ਹਾਲਾਤਾਂ ਦੇ ਵਿੱਚ ਚੱਲਦੇ ਆ, ਮੈਂ ਦੁਖੀ ਹੁੰਨੀ ਹੈ। ਇੱਕ ਬੰਦਾ ਗੁੱਸਾ ਕਰਦਾ, ਮੈਨੂੰ ਫੋਰ ਐਗਜ਼ਾਮਪਲ ਦੇ ਰਹੇ ਹਾਂ, ਬਹੁਤ ਗੁੱਸਾ ਕਰਦਾ ਹੈ, ਬਾਅਦ ਚੋਂ ਕਿੰਨਾ ਦੁਖੀ ਹੁੰਦਾ ਹੈ, ਕਿੰਨਾ ਸਿਰ ਦਰਦ ਕਰਦਾ, ਬਲੱਡ ਪ੍ਰੈਸ਼ਰ ਵੱਧ ਜਾਂਦਾ। ਜਦੋਂ ਉਹਨੂੰ ਪਤਾ ਹੈ ਕਿ ਮੇਰਾ ਨੁਕਸਾਨ ਹੋ ਰਿਹਾ ਹੈ, ਫਿਰ ਸਾਨੂੰ ਬਦਲ ਲੈਣਾ ਚਾਹੀਦਾ ਹੈ। ਹੁਣ ਸਾਨੂੰ ਪਤਾ ਹੈ ਕਿ ਇਹਨਾਂ ਹਾਲਾਤਾਂ 'ਚ ਮੈਂ ਸਟ੍ਰੈਸ ਵਿੱਚ ਆਉਣਾ ਹੈ, ਸਾਨੂੰ ਉਹਨਾਂ ਹਾਲਾਤਾਂ ਤੋਂ ਬਚਣਾ ਚਾਹੀਦਾ ਹੈ, ਉਹਨਾਂ ਹਾਲਾਤਾਂ ਤੋਂ ਪਾਸੇ ਹੋ ਕੇ ਲੰਘਣ ਦੀ ਆਪਣਾ ਨਜ਼ਰੀਆ ਉਹਨਾਂ ਹਾਲਾਤਾਂ ਪਰ ਹੀ ਬਦਲ ਲੈਣਾ ਚਾਹੀਦਾ। ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ, ਈਦਰ ਯੂ ਕੈਨ ਚੇਂਜ ਔਰ ਐਕਸੈਪਟ, ਜਾਂ ਤਾਂ ਬਦਲ ਦਿਓ ਹਾਲਾਤਾਂ ਨੂੰ ਤੇ ਜਾਂ ਐਕਸੈਪਟ ਕਰ ਲਓ, ਫਿਰ ਇਹ ਹਾਲਾਤ ਨਹੀਂ ਬਣਨਗੇ। ਅਸੀਂ ਨਾ ਤੇ ਕਈ ਵਾਰੀ ਕੀ ਹੁੰਦਾ, ਅਸੀਂ ਬਦਲ ਵੀ ਨਹੀਂ ਸਕਦੇ ਤੇ ਇਸ ਨੂੰ ਐਕਸੈਪਟ ਵੀ ਨਹੀਂ ਕਰਦੇ। ਸਮੱਸਿਆ ਦੀ ਜੜ ਇੱਥੇ ਹੈ, ਜਿਸ ਜੜ ਸਮਝਣੀ ਪਏਗੀ ਨਾ ਇਸ ਚੀਜ਼ ਦੀ ਕੀ ਹੈ ਜੀ, ਹਨਾ। ਜੇ ਨਹੀਂ ਬਦਲ ਸਕਦੇ ਤਾਂ ਫਿਰ ਉਹਨੂੰ ਅਸੀਂ ਐਕਸੈਪਟ ਕਰ ਲਈਏ, ਫਿਰ ਸਟ੍ਰੈਸ ਵਿੱਚ ਨਹੀਂ ਆਵਾਂਗੇ। ਜਦੋਂ ਮੇਰਾ ਨੁਕਸਾਨ ਹੋ ਰਿਹਾ ਹੈ, ਕਿੰਨਾ ਨੁਕਸਾਨ ਹੋ ਰਿਹਾ, ਤੇ ਮੈਂ ਆਪਣਾ ਨੁਕਸਾਨ ਕਿਉਂ ਕਰਾਵਾਂ? ਮੈਨੂੰ ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ ਆਨੰਦ ਨਾਲ ਜਿਉਣ ਲਈ, ਖੁਸ਼ੀ ਨਾਲ ਜਿਉਣ ਲਈ, ਤੇ ਮੈਂ ਆਪਣੀ ਜ਼ਿੰਦਗੀ ਨੂੰ ਨਰਕ ਵਰਗਾ ਕਿਉਂ ਬਣਾਵਾਂ? ਮੈਂ ਆਪਣੀ ਖੁਸ਼ੀ ਦੂਜਿਆਂ ਦੇ ਹੱਥਾਂ 'ਚ ਗਿਰਵੀ ਕਿਉਂ ਰੱਖਾਂ ਕਿ ਕਿਸੇ ਦੂਜੇ ਕਰਕੇ? ਦੇਖੋ ਸਟ੍ਰੈਸ 'ਚ ਬੰਦਾ ਕਿਸੇ ਦੂਸਰੇ ਕਰਕੇ ਆਉਂਦਾ ਆਮ ਕਰਕੇ, ਬਿਲਕੁਲ ਅਸੀਂ ਆਪਣੇ ਕਿਸੇ ਦੂਸਰੇ ਰਿਮੋਟ ਦੇ ਹੀ ਬਿਹੇਵੀਅਰ ਦੂਸਰੇ ਨੂੰ ਕਰਕੇ ਦਿੱਤੇ ਆਉਂਦਾ। ਹੋਏ ਨੇ, ਕਿਉਂ ਆਵਾਂ ਐਕਚੁਅਲੀ ਕਿਸੇ ਅਸੀਂ ਆਪਣਾ ਦੂਸਰੇ ਦੇ ਰਿਮੋਟ ਸਟ੍ਰੈਸ ਕਿਸੇ ਕਰਕੇ? ਨੂੰ ਮੈਂ ਕਿਸੇ ਕਿਉਂ ਦੂਸਰੇ ਦਈਏ। ਪ੍ਰਤੀ ਆਪਣਾ ਸੋਚ ਕੇ ਬਿਲਕੁਲ ਮੈਂ ਖੁਸ਼ ਰਹਿਣਾ, ਮੈਂ ਕਿਸੇ ਵੀ ਹਾਲਤ 'ਚ ਆਪਣੀ ਖੁਸ਼ੀ ਤੇ ਕਿਸੇ ਵੀ ਹਾਲਤ 'ਚ ਆਪਣੀ ਸ਼ਾਂਤੀ ਨੂੰ ਕਾਇਮ ਰੱਖਣਾ, ਇਹ ਮੇਰੇ ਲਈ ਜ਼ਿਆਦਾ ਇੰਪੋਰਟੈਂਟ ਹੈ ਬਜਾਏ ਕਿ ਦੂਜਿਆਂ ਨੂੰ ਬਦਲਣਾ, ਦੂਜਿਆਂ ਵੱਲ ਧਿਆਨ ਦੇਣਾ। ਸੋ ਬਿਲਕੁਲ ਅਸੀਂ ਆਪਣੀ ਲਾਈਫ ਦਾ ਰਿਮੋਟ ਆਪਣੇ ਹੈਲੋ, ਕੋਲ ਹਾਂਜੀ ਭੈਣ ਰੱਖੀਏ, ਜੀ। ਕਿਸੇ ਨੂੰ ਨਾ ਦਈਏ। ਹੈਲੋ ਹਾਂਜੀ, ਹੈਲੋ ਬਿਲकुल ਹਾਂਜੀ बिल्कुल जी जी जी। ਸਾਡਾ ਨੈਕਸਟ हाँ ਕੁਐਸਚਨ आ ਵੀ रही बहन जी, ਇਹ आ रही। ਹੈ ਕਿ what is difference between stress and anxiety? ਦੇਖੋ ਬੜੇ ਮਾਈਨਰ ਜਿਹੇ ਡਿਫਰੈਂਸ ਹੁੰਦੇ ਆ। ਇਹ ਮੈਡੀਕਲ ਲਾਈਨਸ ਤੇ ਜੇ ਇਹਨਾਂ ਨੂੰ ਆਪਾਂ ਡਿਫਾਈਨ ਕਰਾਂਗੇ ਤਾਂ ਇਹਦੀਆਂ ਪਰਿਭਾਸ਼ਾਵਾਂ ਅਲੱਗ-ਅਲੱਗ ਤਰੀਕੇ ਨਾਲ ਦਿੱਤੀਆਂ ਜਾ ਸਕਦੀਆਂ, ਬਟ ਇਹ ਲੈਵਲਸ ਦਾ ਫਰਕ ਹੈ ਕਿ ਐਂਗਜ਼ਾਇਟੀ ਹੈ, ਸਟ੍ਰੈਸ ਹੈ, ਟੈਨਸ਼ਨ ਹੈ, ਡਿਪਰੈਸ਼ਨ ਹੈ, ਇਹ ਡਿਗਰੀ ਦਾ ਹੀ ਇੱਕ ਫਰਕ ਹੈਗਾ। ਅਦਰਵਾਈਜ਼ ਇਹ ਇਸ ਹਾਲਾਤ ਵਾਲੇ ਪਾਸੇ ਨੂੰ ਜਾਣਾ ਨਹੀਂ ਚਾਹੀਦਾ। ਅੱਜ ਕੱਲ ਜਿਹੜਾ ਹੁਣ ਹੈਗਾ ਐਂਗਜ਼ਾਇਟੀ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਹੈ, ਲਾਕਡਾਊਨ ਕਰਕੇ ਜਾਂ ਕੋਵਿਡ-19 ਕਰਕੇ। ਜਿਹੜੇ ਓਵਰ ਕੌਨਸ਼ੀਅਸ ਲੋਕ ਨੇ ਉਹ ਬਹੁਤ ਜ਼ਿਆਦਾ ਇਸ ਚੀਜ਼ ਆ ਰਹੇ, ਹੌਲੀ ਹੌਲੀ ਉਹ ਸਟ੍ਰੈਸ 'ਚ ਵੀ ਜਾਣਗੇ, ਹੌਲੀ ਹੌਲੀ ਡਿਪਰੈਸ਼ਨ ਵਿੱਚ ਵੀ ਜਾਣਗੇ ਉਹ ਲੋਕ। ਸੋ ਇਹ ਡਿਗਰੀਜ਼ ਦਾ ਡਿਫਰੈਂਸ ਹੈਗਾ ਥੋੜਾ। ਅਲਟੀਮੇਟਲੀ ਅਸੀਂ ਡਿਪਰੈਸ਼ਨ ਵਾਲੇ ਪਾਸੇ ਨੂੰ ਵਧ ਰਹੇ ਹਾਂ, ਮੇਰਾ ਮਤਲਬ ਇਹ ਕਹਿਣ ਦਾ। ਬਿਲਕੁਲ। ਸੋ ਸਾਡਾ ਅਗਲਾ ਕੁਐਸਚਨ ਵੀਰ ਜੀ, ਅਸੀਂ ਕਿਵੇਂ ਉਸ ਨੂੰ ਮਾਫ ਕਰ ਸਕਦੇ ਹਾਂ ਜਿਸਨੇ ਸਾਡੇ ਵੱਡਿਆਂ ਨਾਲ ਮਿਸਬਿਹੇਵ ਕੀਤਾ ਹੋਵੇ? ਮੈਂ ਭੈਣ ਜੀ ਇਹ ਕੁਐਸਚਨ ਬੜਾ ਇੰਪੋਰਟੈਂਟ ਹੈਗਾ। ਆਮ ਕਰਕੇ ਅਸੀਂ ਇਹ ਚੀਜ਼ ਕਰਦੇ ਹਾਂ, ਕਿਸੇ ਨੇ ਮਿਸਬਿਹੇਵ ਕੀਤਾ, ਵਰਲਡਲੀ ਅਬਿਊਜ਼। ਮੈਂ ਇਹ ਗੱਲ ਕਹਿੰਦਾ ਹੁੰਦਾ ਕਿ ਐਸ ਫਾਰ ਐਜ਼ ਵਰਲਡਲੀ ਅਬਿਊਜ਼ ਇਜ਼ ਕੰਸਰਨਡ, ਕਿ ਕਿਸੇ ਨੇ ਬੋਲ ਕੇ ਸਾਨੂੰ ਅਬਿਊਜ਼ ਕੀਤਾ, ਸਾਨੂੰ ਉਹਨੂੰ ਮਾਫ ਕਰ ਦੇਣਾ ਚਾਹੀਦਾ, ਕਿਉਂਕਿ ਅਸੀਂ ਉਸ ਵਿਰਸੇ ਦੇ ਵਾਰਿਸ ਹਾਂ ਜਿੱਥੇ ਗੁਰੂ ਪਾਤਸ਼ਾਹ ਸਾਨੂੰ ਕਹਿ ਕੇ ਗਏ ਨੇ ਕਿ ਪ੍ਰਮਾਤਮਾ ਨੇ ਡਿਫਾਈਨ ਕੀਤਾ ਤੇ ਕਿਹਾ ਸਦ ਬਖਸ਼ਿੰਦ ਸਦਾ ਮਿਹਰਬਾਨ, ਕਿ ਪ੍ਰਮਾਤਮਾ ਤੇ ਸਦਾ ਬਖਸ਼ਣ ਵਾਲਾ, ਸਦਾ ਮਿਹਰਬਾਨ ਹੈ। ਤੇ ਜੇ ਪ੍ਰਮਾਤਮਾ ਦੀਆਂ ਪ੍ਰੋਪਰਟੀਆਂ ਨੇ ਕਿ ਉਹ ਬਖਸ਼ਣਹਾਰ ਹੈ ਤੇ ਸਦ ਬਖਸ਼ਿੰਦ ਹੈ, ਤੇ ਅਸੀਂ ਵੀ ਤੇ ਪ੍ਰਮਾਤਮਾ ਵਰਗੇ ਬਣਨਾ, ਅਸੀਂ ਵੀ ਤੇ ਉਸ ਰੱਬ ਦੇ ਗੁਣ ਹੀ ਲੈਣੇ ਨੇ, ਉਹਨੂੰ ਬਖਸ਼। ਦੇਖੋ ਇੱਕ ਗੱਲ ਸਮਝੀਏ, ਅਸੀਂ ਜਦੋਂ ਅਸੀਂ ਕਿਸੇ ਤੇ ਗੁੱਸਾ ਕਰਦੇ ਹਾਂ ਨਾ, ਉਹਦਾ ਨੁਕਸਾਨ ਕਿਹਨੂੰ ਹੈ? ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰੀਏ। ਆਮ ਕਰਕੇ ਜ਼ਿੰਦਗੀ 'ਚ ਕੀ ਹੁੰਦਾ, ਲੈ ਉਹਨੇ ਮੈਨੂੰ ਇਹ ਗੱਲ ਕਹੀ ਸੀ, ਉਹਨੇ ਮਾਫੀ ਵੀ ਨਹੀਂ ਮੰਗੀ ਮੇਰੇ ਕੋਲੋਂ, ਮੈਂ ਉਹਨੂੰ ਮਾਫ ਨਹੀਂ ਕਰਨਾ ਜਿੰਨੀ ਦੇਰ ਤੱਕ ਉਹ ਮੇਰੇ ਕੋਲੋਂ ਮਾਫੀ ਨਾ ਮੰਗੇ। ਇਹੀ ਹੁੰਦੀ ਹੈ ਨਾ ਗੱਲ, ਮਾਫੀ ਮੰਗੂ ਤੇ ਫਿਰ ਮਾਫ ਕਰਨਾ। ਤੇ ਕਿਸੇ ਨੇ ਬੜੀ ਵਧੀਆ ਗੱਲ ਕੀ, ਉਹ ਕਹਿੰਦਾ ਗੁੱਸਾ ਕੀ ਹੁੰਦਾ ਹੈ, ਉਹ ਕਹਿੰਦਾ ਕਿਸੇ ਦੂਸਰੇ ਦੀ ਗਲਤੀ ਦੀ ਸਜ਼ਾ ਆਪਣੇ ਆਪ ਨੂੰ ਦੇਣੀ। ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਅਸੀਂ ਕਿਸੇ ਪ੍ਰਤੀ ਆਪਣੇ ਮਨ 'ਚ ਸਦਾ ਹੀ ਕੁੱਟਦੇ ਰਹਿੰਦੇ, ਉਹਨੇ ਮੇਰੇ ਨਾਲ ਐਂ ਕੀਤਾ, ਉਹਨੇ ਫਲਾਣੇ ਵੇਲੇ ਸਾਡੇ ਵੱਡਿਆਂ ਨਾਲ ਮਿਸਬਿਹੇਵ ਕੀਤਾ ਸੀ, ਅਸੀਂ ਆਪਣੇ ਮਨ 'ਚ ਕੁੱਟਦੇ ਰਹਿੰਦੇ ਹਾਂ। ਤੇ ਮਨ ਕੁੱਟਣ ਦਾ ਮਤਲਬ ਕੀ ਹੈ ਕਿ ਅਸੀਂ ਗਲਤੀ ਦੂਜੇ ਨੇ ਕੀਤੀ, ਮਿਸਬਿਹੇਵ ਤੇ ਉਹਨੇ ਕੀਤਾ, ਪਰ ਉਹਦੀ ਸਜ਼ਾ ਅਸੀਂ ਆਪਣੇ ਆਪ ਨੂੰ ਦੇ ਰਹੇ ਹਾਂ। ਦੁਖੀ ਤੇ ਅਸੀਂ ਹੋ ਰਹੇ ਹਾਂ, ਉਹ ਬੰਦਾ ਦੁਖੀ ਥੋੜੀ ਹੋ ਰਿਹਾ। ਮੈਨੂੰ ਆਪਣੀ ਖੁਸ਼ੀ ਨਹੀਂ ਪਿਆਰੀ, ਮੈਨੂੰ ਆਪਣੀ ਸ਼ਾਂਤੀ ਨਹੀਂ ਪਿਆਰੀ। ਮੈਂ ਇਸ ਕਰਕੇ ਉਹ ਸ਼ੇਰ ਦੀਆਂ 2 ਲਾਈਨਾਂ ਬੋਲੀਆਂ ਸੀ ਕਿ
ਜਿਹਨੇ ਗਲਤੀ ਕੀਤੀ ਉਹਨੂੰ ਮਾਫ ਕਰ ਦਿਓ, ਤੇ ਜੇ ਮੈਂ ਗਲਤੀ ਕੀਤੀ ਤਾਂ ਮੈਂ ਮਾਫੀ ਮੰਗ ਲਾਂ ਉਹਦੇ ਕੋਲੋਂ। ਦੋ ਹੀ ਚੀਜ਼ਾਂ ਨੇ, ਮਾਫੀ ਮੰਗਣੀ ਤੇ ਮਾਫ ਕਰ ਦੇਣਾ। ਇਹ ਜ਼ਿੰਦਗੀ ਦਾ ਤੱਤ ਸਾਰ ਹੈ, ਜ਼ਿੰਦਗੀ ਨੂੰ ਸੌਖੇ ਤਰੀਕੇ ਨਾਲ ਜਿਉਣ ਦਾ ਢੰਗ ਹੈ। ਜੇ ਗੁਰੂ ਅਮਰਦਾਸ ਪਾਤਸ਼ਾਹ ਭਾਈ ਦਾਤੂ ਜੀ ਦੇ ਲੱਤ ਮਾਰਨ ਤੇ ਉਹਨੂੰ ਮਾਫ ਕਰ ਸਕਦੇ ਹੈ, ਤੇ ਫਿਰ ਸਾਨੂੰ ਕੀ ਹੋਇਆ? ਅਸੀਂ ਲੱਤ ਦਾ ਜਵਾਬ ਲੱਤ ਨਾਲ ਨਾ ਦਈਏ। ਮੈਂ ਫਿਰ ਦੁਹਰਾਉਣਾ, ਲੱਤ ਦਾ ਜਵਾਬ ਮਤ ਨਾਲ ਦੇਣ ਵਾਲੇ ਪਾਸੇ ਆਈਏ ਅਸੀਂ। ਸਾਡੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹ ਸਾਡੀ ਖੁਸ਼ੀ ਹੈ। ਅਸਲ 'ਚ ਪਤਾ ਕੀ ਹੈ ਭੈਣ ਜੀ, ਮੈਂ ਇੱਕ ਇਹਦੇ 'ਚ ਗੱਲ ਕਹਿਣੀ ਚਾਹੁੰਦਾ, ਅਸੀਂ ਸਾਰੇ ਬਹੁਤ ਛੋਟੀਆਂ ਇੱਜ਼ਤਾਂ ਵਾਲੇ ਲੋਕ ਹਾਂ। ਮੈਂ ਮਾਫੀ ਮੰਗ ਰਿਹਾ ਗੱਲ ਕਹਿਣ ਤੋਂ, ਪਲੀਜ਼ ਮਾਈਂਡ ਨਾ ਕਰਿਓ, ਗੱਲ ਸਮਝਾਉਣ ਲਈ ਕਰ ਰਹੇ ਹਾਂ। ਅਸੀਂ ਸਾਰੇ ਛੋਟੀਆਂ ਇੱਜ਼ਤਾਂ ਵਾਲੇ ਲੋਕ ਹੈ। ਕਿਉਂ? ਕਿਉਂਕਿ ਉਂਝ ਅਸੀਂ ਬੜਾ ਆਪਣੇ ਆਪ ਨੂੰ ਸਮਝਦੇ, ਮੈਂ ਆਪਣੇ ਆਪ ਨੂੰ ਬੜਾ ਫੰਨੇ ਖਾਂ ਸਮਝਦਾ, ਮੈਂ ਕਹਿੰਦਾ ਮੈਂ ਫਲਾਣਾ ਆਪਣੇ ਆਪ ਬਹੁਤ ਵੱਡਾ ਸਮਝਦਾ। ਪਰ ਅਸਲ 'ਚ ਮੇਰੀ ਇੱਜ਼ਤ ਤੇ ਮੇਰੀ ਸ਼ਾਂਤੀ ਵੀ ਮੇਰੀ ਆਪਣੀ ਨਹੀਂ ਹੈ, ਇਹ ਵੀ ਅਸੀਂ ਕਿਸੇ ਦੂਸਰੇ ਦੇ ਹੱਥ ਦਿੱਤੀ ਹੋਈ ਹੈ। ਕੋਈ ਮੈਨੂੰ ਮਾੜਾ ਬੋਲ ਗਿਆ ਤਾਂ ਮੈਂ ਕਹਿੰਦਾ ਮੇਰੀ ਬੇਇੱਜ਼ਤੀ ਕਰਤੀ, ਮੇਰੀ ਇਨਸਲਟ ਕਰਤੀ। ਇਹਦਾ ਮਤਲਬ ਕੀ ਹੋਇਆ? ਜਦੋਂ ਅਸੀਂ ਇਹ ਕਹਿੰਦੇ ਆ, ਮੰਨ ਲਓ ਤੁਸੀਂ ਮੈਨੂੰ ਮਾੜਾ ਬੋਲਿਆ, ਮੈਂ ਕਹਾਂ ਭੈਣ ਜੀ ਤੁਸੀਂ ਮੇਰੀ ਬੜੀ ਬੇਇੱਜ਼ਤੀ ਕੀਤੀ, ਇਹਦਾ ਮਤਲਬ ਕੀ ਹੋ ਗਿਆ? ਮੇਰੀ ਇੱਜ਼ਤ ਤੁਹਾਡੇ ਹੱਥ 'ਚ ਹੈ। ਤੁਸੀਂ ਜਦੋਂ ਚਾਹੋ ਮੈਨੂੰ ਮਾੜਾ ਬੋਲ ਕੇ ਮੇਰੀ ਇੱਜ਼ਤ ਖੋ ਸਕਦੇ ਹੋ। ਇਹਦਾ ਮਤਲਬ ਮੇਰੀ ਇੱਜ਼ਤ ਮੇਰੀ ਨਹੀਂ ਹੈ। ਮੇਰੀ ਇੱਜ਼ਤ ਬੜੀ ਛੋਟੀ ਜਿਹੀ ਹੈ। ਵੀ ਜਦੋਂ ਕੋਈ ਚਾਹੇ ਸਮਾਜ ਦੇ ਵਿੱਚ, ਕੋਈ ਰਿਸ਼ਤੇਦਾਰ, ਕੋਈ ਭੈਣ ਭਰਾ, ਕੋਈ ਯਾਰ ਦੋਸਤ, ਕੋਈ ਸਮਾਜ ਦੇ ਵਿੱਚੋਂ ਬੰਦਾ ਉਹ ਮਾੜਾ ਜਿਹਾ ਵੀ ਮੇਰੇ ਨਾਲ ਮਿਸਬਿਹੇਵ ਕਰੇ, ਮੇਰੀ ਇੱਜ਼ਤ ਤੇ ਮੇਰੀ ਸ਼ਾਂਤੀ ਖਤਮ ਹੋ ਜਾਂਦੀ ਹੈ। ਮੈਂ ਆਪਣੀ ਇੱਜ਼ਤ ਤੇ ਸ਼ਾਂਤੀ ਦੂਜਿਆਂ ਦੇ ਹੱਥਾਂ 'ਚ ਗਿਰਵੀ ਰੱਖੀ ਹੋਈ ਹੈ। ਕਿਉਂ ਰੱਖਾਂ ਮੈਂ ਆਪਣੀ ਇੱਜ਼ਤ ਸ਼ਾਂਤ ਦੂਜਿਆਂ ਦੇ ਹੱਥਾਂ 'ਚ ਗਿਰਵੀ? ਇਹਦਾ ਹੱਲ ਇੱਕ ਹੈਗਾ। ਇਹਦਾ ਹੱਲ ਕੀ ਹੈ? ਕਿ ਅਸੀਂ ਆਪਣੀ ਇੱਜ਼ਤ ਨੂੰ ਵੱਡਾ ਕਰੀਏ। ਕਿ ਕਿਸੇ ਦੀ ਕੀ ਮਜਾਲ ਕਿ ਕੋਈ ਬੰਦਾ ਚਾਰ ਸ਼ਬਦ ਬੋਲ ਕੇ, ਕੋਈ ਮਾੜੀ ਭਾਸ਼ਾ ਦਾ ਉਹਦੀ ਵਰਤੋਂ ਕਰਕੇ ਉਹ ਮੇਰੀ ਸ਼ਾਂਤੀ ਖੋ ਸਕੇ। ਮੇਰੀ ਇੱਜ਼ਤ ਬੜੀ ਵੱਡੀ ਹੈ, ਕਿਸੇ ਦੀ ਮਜਾਲ ਨਹੀਂ ਕਿ ਮੇਰੀ ਇੱਜ਼ਤ ਖੋ ਸਕੇ। ਜਦੋਂ ਬਾਬਾ ਫਰੀਦ ਜੀ ਇਹ ਕਹਿੰਦੇ ਆ ਨਾ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਇਹਦਾ ਮਤਲਬ ਕੀ ਹੈ? ਕੋਈ ਇੱਜ਼ਤ ਨੂੰ ਵੱਡਾ ਕਰ ਰਹੇ ਨੇ ਸਾਡੀ। ਬੁਰੇ ਦਾ ਭਲਾ ਉਹੀ ਬੰਦਾ ਕਰ ਸਕਦਾ ਜਿਹਦੀ ਇੱਜ਼ਤ ਵੱਡੀ ਹੈ, ਨਹੀਂ ਤਾਂ ਬੰਦਾ ਬੁਰੇ ਦਾ ਬੁਰਾ ਕਰੇਗਾ, ਇੱਟ ਦਾ ਜਵਾਬ ਪੱਥਰ ਨਾਲ ਦਊ। ਅਗਲਾ ਕਹਿੰਦਾ ਤੂੰ ਮੈਨੂੰ 2 ਸੁਣਾਈਆਂ, ਮੈਂ ਤੈਨੂੰ 4 ਸੁਣਾਊ। ਇਹ ਸਾਡਾ ਆਮ ਸੋਚਣ ਢੰਗ ਹੈ, ਗੁਰਮਤ ਵਾਲਾ ਸੋਚਣ ਢੰਗ ਨਹੀਂ ਹੈ। ਸਾਡਾ ਸੋਚਣ ਢੰਗ ਤੇ ਮਾਫ ਕਰਨ ਦਾ ਹੀ ਹੈ। ਮਾਫ ਕਰ ਦੇਣਾ। ਮੈਂ ਪਹਿਲਾਂ ਕਿਹਾ ਸੀ ਨਿਵਨ ਸੂ ਅੱਖਰ ਖਵਨ ਗੁਣ ਦੀ ਗੱਲ ਕੀਤੀ ਹੈ, ਮਾਫ ਕਰ ਦੇਣ ਦੀ। ਔਰ ਈਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਖਿਮਾ ਨੂੰ ਸ਼ਿੰਗਾਰ ਕਿਹਾ ਕਿ ਸਾਡਾ ਸ਼ਿੰਗਾਰ ਉਹ ਨਹੀਂ ਹੈ ਕਿ ਜੋ ਅਸੀਂ ਕਾਸਮੈਟਿਕਸ ਯੂਜ਼ ਕਰ ਰਹੇ ਹਾਂ, ਆਰਨਾਮੈਂਟਸ ਯੂਜ਼ ਕਰ ਰਹੇ ਹਾਂ। ਬਾਣੀ ਕਹਿੰਦੀ ਸਭ ਤੋਂ ਵੱਡਾ ਸ਼ਿੰਗਾਰ ਖਿਮਾ ਸ਼ਿੰਗਾਰ ਹੈ। ਇਹ ਗੁਰਬਾਣੀ 'ਚ ਲਿਖਿਆ ਹੋਇਆ, ਖਿਮਾ ਸ਼ਿੰਗਾਰ ਧਾਰਨ ਕਰ ਜ਼ਿੰਦਗੀ ਦੇ ਵਿੱਚ। ਫੇਰ ਦੇਖ ਜ਼ਿੰਦਗੀ 'ਚ ਕਿੰਨਾ ਆਨੰਦ ਆਉਂਦਾ। ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਹੱਥੀਂ ਨਰਕ ਬਣਾਇਆ ਹੋਇਆ ਹੈ। ਮੁਆਫ ਕਰ ਦੇਣ ਦਾ ਜਿਹੜਾ ਢੰਗ ਹੈ ਨਾ, ਆਟੋ ਖਿਮਾ। ਮਾਫੀ ਵੀ ਇਹ ਨਹੀਂ ਕਿ ਕੋਈ ਮੰਗੇ ਤੇ ਫਿਰ ਮੁਆਫ ਕਰਨਾ, ਅਸੀਂ ਆਟੋ ਮੋਡ ਦੇ ਵਿੱਚ ਆਉਣਾ। ਅੱਜ ਕੱਲ੍ਹ ਸਾਰੇ ਚੀਜ਼ਾਂ ਆਟੋਮੈਟਿਕ ਨੇ, ਜਹਾਜ਼ ਆਟੋਮੈਟਿਕ ਨੇ, ਕਾਰਾਂ ਆਟੋਮੈਟਿਕ ਆ ਗਈਆਂ, ਫਿਰ ਮਾਫੀ ਆਟੋਮੈਟਿਕ ਕਿਉਂ ਨਹੀਂ? ਕਿਉਂ ਅਸੀਂ ਇਹ ਵੇਟ ਕਰਦੇ ਹਾਂ ਕਿ ਕੋਈ ਬੰਦਾ ਮਾਫੀ ਮੰਗੇ ਤੇ ਮੈਂ ਫੇਰ ਹੀ ਮਾਫ ਕਰਨਾ? ਜੇ ਕਿਸੇ ਨੇ ਗਲਤ ਬੋਲਿਆ, ਆਪਣੀ ਇੱਜ਼ਤ ਤੇ ਆਪਣੀ ਸ਼ਾਂਤੀ ਦੀ ਖਾਤਰ, ਆਪਣੀ ਖੁਸ਼ੀ ਦੀ ਖਾਤਰ ਬਿਨਾਂ ਮਾਫੀ ਮੰਗਿਆ ਮਾਫ ਕਰ ਦਿਓ। ਫਿਰ ਦੇਖੋ ਜ਼ਿੰਦਗੀ 'ਚ ਕਿਸ ਤਰੀਕੇ ਨਾਲ ਤਬਦੀਲੀ ਆਉਂਦੀ, ਕਿੰਨਾ ਆਨੰਦ ਆਉਂਦਾ ਜ਼ਿੰਦਗੀ ਜਿਉਣ ਦਾ। ਹਾਂ, ਐਕਚੁਅਲੀ ਕਿੰਨਾ ਰਿਲੀਫ ਮਿਲਦਾ ਹੈ ਉਹ ਕੋਈ ਅਗਰ ਐਕਸਪੀਰੀਅੰਸ ਕਰੇ ਤੇ ਐਕਚੁਅਲੀ ਬਹੁਤ ਬਿਲਕੁਲ ਦਿਲੋਂ ਮਾਫ ਕਰ ਦੇਣਾ ਚਾਹੀਦਾ ਹੈ। ਬਿਲਕੁਲ ਜੀ, ਬਿਲਕੁਲ। ਸੋ ਵੀਰ ਜੀ, ਅੱਜ ਦਾ ਲਾਸਟ ਕੁਐਸਚਨ, ਜੇ ਅਸੀਂ ਮਾਫ ਕਰ ਦਿੱਤਾ ਤਾਂ ਲੋਕੀ ਬੇਵਕੂਫ ਸਮਝਦੇ ਨੇ, ਤਾਂ ਵੀ ਸਟ੍ਰੈਸ ਹੋ ਜਾਂਦਾ ਹੈ। ਦੇਖੋ ਪਤਾ ਕੀ ਹੁੰਦਾ ਹੈ, ਚੌਂਕ ਦੇ ਵਿੱਚ ਭੈਣ ਜੀ ਕੋਈ ਪਾਗਲ ਖੜਾ ਹੋਵੇ ਜਿਹਨੂੰ ਮੈਂਟਲੀ, ਸੌਰੀ ਮੈਂ ਪਾਗਲ ਸ਼ਬਦ ਵਰਤ ਗਿਆ, ਮੈਂਟਲੀ ਚੈਲੰਜ ਬੰਦਾ ਖੜਾ ਹੈ ਕੋਈ। ਹੁਣ ਉੱਥੇ ਸਾਡੇ ਪੇਰੈਂਟਸ ਛੋਟੇ ਹੁੰਦੇ ਨੂੰ ਸਮਝਾਉਂਦੇ ਸੀ ਵੀ ਜੇ ਕੋਈ ਏਦਾਂ ਦਾ ਬੰਦਾ ਮਿਲੇ, ਮੈਂਟਲੀ ਚੈਲੰਜ ਬੰਦਾ ਖੜਾ ਹੋਵੇ, ਉਹ ਤੋਂ ਪਾਸੇ ਹੋ ਕੇ ਲੰਘ ਜਾਈਦਾ, ਉਹਦੇ ਨਾਲ ਉਲਝੀਦਾ ਨਹੀਂ। ਕਿਉਂਕਿ ਉਹ ਬੰਦਾ ਤਾਂ ਹੱਥ 'ਚ ਰੋੜਾ ਫੜ ਕੇ ਵੀ ਖੜਾ ਹੋ ਸਕਦਾ ਹੈ, ਉਹ ਬੰਦਾ ਸਾਨੂੰ ਗਾਲਾਂ ਵੀ ਕੱਢ ਸਕਦਾ, ਪਰ ਸਾਨੂੰ ਪਤਾ ਹੈ ਕਿ ਮੈਂਟਲੀ ਚੈਲੰਜ ਹੈ ਬੰਦਾ। ਅਸੀਂ ਉਹਦੇ ਨਾਲ ਉਲਝਦੇ ਨਹੀਂ ਕਦੇ ਵੀ, ਕਿਉਂਕਿ ਸਾਨੂੰ ਪਤਾ ਹੈ ਉਹਦਾ ਦਿਮਾਗ ਟਿਕਾਣੇ ਤੇ ਨਹੀਂ ਹੈ, ਦਿਮਾਗ ਠੀਕ ਨਹੀਂ ਹੈ ਉਹਦਾ, ਉਹ ਕੁਝ ਵੀ ਕਰ ਸਕਦਾ ਹੈ। ਅਸੀਂ ਪਾਸੇ ਹੋ ਕੇ ਲੰਘਦੇ। ਕਦੇ ਸਾਨੂੰ ਕਿਸੇ ਨੇ ਕਿਹਾ ਕਿ ਯਾਰ ਉਹ ਬੰਦਾ ਤੈਨੂੰ ਗਾਲਾਂ ਕੱਢ ਰਿਹਾ ਚੌਂਕ 'ਚ ਖੜਾ ਬੰਦਾ, ਤੇ ਤੂੰ ਉਹਨੂੰ ਜਵਾਬ ਕਿਉਂ ਨਹੀਂ ਦੇ ਰਿਹਾ? ਬਸ ਇੰਨੀ ਗੱਲ ਹੀ ਸਮਝਣੀ ਆਪਣੇ ਮਨ ਦੇ ਵਿੱਚ। ਆਪਣੇ ਦੇਖੋ, ਅਸੀਂ ਆਪਣੇ ਕਿਸੇ ਦੇ ਸਮਝਾਇਆ ਕੋਈ ਬੰਦਾ ਨਹੀਂ ਸਮਝਦਾ। ਬੰਦਾ ਉਦੋਂ ਸਮਝਦਾ ਜਦੋਂ ਆਪਣੇ ਆਪ ਨੂੰ ਆਪ ਸਮਝਾਵੇ। ਅਸੀਂ ਆਪਣੇ ਮਨ ਨੂੰ ਸਮਝਾਉਣਾ ਹੈ ਕਿ ਜਦੋਂ ਕੋਈ ਬੰਦਾ ਤੇਰੇ ਨਾਲ ਮਿਸਬਿਹੇਵ ਕਰ ਰਿਹਾ ਹੈ, ਤੈਨੂੰ ਕੁਝ ਤਾਂ ਉਸ ਵੇਲੇ ਤੂੰ ਆਪਣੇ ਮਨ ਨੂੰ ਕਹਿਣਾ ਹੈ ਕਿ ਹੀ ਔਰ ਸ਼ੀ ਇਜ਼ ਮੈਂਟਲੀ ਚੈਲੰਜ, ਪਾਸੇ ਹੋ ਕੇ ਲੰਘ ਜਾ, ਤੂੰ ਉਹਦੇ ਨਾਲ ਉਲਝੀ ਨਾ, ਉਹ ਦਿਮਾਗੀ ਤੌਰ ਤੇ ਠੀਕ ਨਹੀਂ। ਇੱਕ ਬੰਦੇ ਨੇ ਕਿਹਾ, ਕਹਿੰਦੇ ਇੱਕ ਮਾਚਿਸ ਦੀ ਤੀਲੀ ਹੈ ਭੈਣ ਜੀ, ਉਹਦਾ ਹੈਡ ਤੇ ਹੈਗਾ ਪਰ ਉਹਦਾ ਬ੍ਰੇਨ ਨਹੀਂ ਹੈ। ਮਾਚਿਸ ਦੀ ਤੀਲੀ ਦਾ ਹੈਡ ਹੈਗਾ, ਉਹਦਾ ਬ੍ਰੇਨ ਨਹੀਂ ਹੈ। ਅੱਗ ਲਾਉਣੀ ਹੈ, ਉਹ ਪਤਾ ਨਹੀਂ ਕਿੱਥੇ ਅੱਗ ਲਾ ਦੇਣੀ ਹੈ, ਉਹਨੇ ਸੋਚਣਾ ਨਹੀਂ ਹੈ, ਜਿੱਥੇ ਤੀਲੀ ਸਿੱਟਦਾ ਉਹਨੇ ਅੱਗ ਲਾਈ ਦੇਣੀ ਹੈ, ਉਹਨੂੰ ਨਹੀਂ ਪਤਾ ਕਿੱਥੇ ਅੱਗ ਲਾਉਣੀ ਹੈ। ਤੇ ਜਿਹੜਾ ਬੰਦਾ ਇਸ ਤਰ੍ਹਾਂ ਦਾ ਹੁੰਦਾ ਨਾ, ਇਹ ਸਮਝੀਏ ਕਿ ਹੀ ਔਰ ਸ਼ੀ ਇਜ਼ ਲਾਈਕ ਅ ਮੈਚ ਸਟਿਕ, ਜਿਹਦੇ ਕੋਲ ਹੈਡ ਤੇ ਹੈਗਾ, ਬ੍ਰੇਨ ਨਹੀਂ ਹੈ। ਹੀ ਔਰ ਸ਼ੀ ਇਜ਼ ਅ ਮੈਂਟਲੀ ਚੈਲੰਜ,
ਤੇ ਮੈਂਟਲੀ ਚੈਲੰਜ ਨਾਲ ਉਲਝਣਾ ਨਹੀਂ ਚਾਹੀਦਾ। ਉਹ ਤਾਂ ਪਾਸੇ ਹੋ ਕੇ ਲੰਘਿਆ ਹੀ ਭਲਾ ਹੈ। ਜੇ ਕੋਈ ਬੰਦਾ ਇਹ ਕਵੇ ਵੀ ਤੂੰ ਮੈਂਟਲੀ ਚੈਲੰਜ ਬੰਦੇ ਕੋਲ ਪਾਸੇ ਹੋ ਕੇ ਲੰਘ ਗਿਆ ਤੇ ਤੂੰ ਤਾਂ ਪਾਗਲ ਹੈ, ਤੇ ਫਿਰ ਇਹ ਉਹਦੀ ਆਪਣੀ ਮਰਜ਼ੀ ਹੈ। ਪਰ ਅਸੀਂ ਤਾਂ ਆਪਣੀ ਖੁਸ਼ੀ ਤੇ ਸ਼ਾਂਤੀ ਬਚਾਈ ਹੈ, ਕਿਸੇ ਲਈ ਨਹੀਂ ਕੁਝ ਕੀਤਾ, ਆਪਣੇ ਲਈ ਕੁਝ ਕੀਤਾ। ਜੇ ਪਾਸੇ ਹੋ ਕੇ ਲੰਘਿਆ ਤਾਂ ਆਪਣੇ ਲਈ ਲੰਘਿਆ, ਕਿਸੇ ਲਈ ਨਹੀਂ। ਬਿਲਕੁਲ ਬਿਲकुल। ਹਾਂਜੀ। ਸੋ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਕਿ ਜਿਹੜੇ ਵੀ ਇੱਥੇ ਸਾਨੂੰ ਜੁਆਇਨ ਕਰ ਰਹੇ ਨੇ ਉਹਨਾਂ ਦਾ ਸਟ੍ਰੈਸ ਕਾਫੀ ਹੱਦ ਤੱਕ ਰਿਲੀਵ ਹੋਇਆ ਹੋਏਗਾ, ਕਾਫੀ ਉਹਨਾਂ ਨੂੰ ਹੈਲਪ ਹੋਈ ਹੋਏਗੀ ਤੁਹਾਡੀ ਜਿਹੜੀ ਵੀ ਤੁਸੀਂ ਸੂਝਵਾਨ ਆਪਣੀ ਗੱਲਾਂ ਕੀਤੀਆਂ ਨੇ ਉਹਨਾਂ ਦੇ ਨਾਲੋਂ। ਸੋ ਅਸੀਂ ਹੁਣ ਆਪਣਾ ਅਗਲਾ ਪ੍ਰੋਗਰਾਮ ਵੀ ਦੱਸ ਦਈਏ ਕਿ ਕੱਲ ਵੀ ਅਸੀਂ ਇਸ ਟਾਈਮ ਮੈਂ ਜ਼ੂਮ ਤੇ ਆਵਾਂਗੇ। ਕੱਲ ਸਾਡੇ ਨਾਲ ਜੁੜਨਗੇ ਡਾਕਟਰ ਰਾਜਵੰਤ ਸਿੰਘ ਜੀ ਇਕੋ ਸਿੱਖ, ਔਰ ਫਿਰ ਅਸੀਂ ਨੈਕਸਟ ਸੈਟਰਡੇ और संडे स्क्रीन पे शेयर हो गया है 20 जून और 21 जून सरदार कबीराज सिंह जी, बीबी मनदीप कौर जी। 27 जून ਨੂੰ सरदार रुपिंदर सिंह जी, 28 जून वीर मनप्रीत सिंह जी कानपुरी। 4 और 5 जुलाई ਨੂੰ उस्मान लुधियानवी, मोहम्मद उस्मान लुधियानवी और डॉक्टर सुखप्रीत सिंह जी डोकी। सो ਅਸੀਂ ਆਸ ਕਰਦੇ ਹਾਂ ਕਿ ਆਪ ਜੀ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋਗੇ। ਸੋ ਥੈਂਕ ਯੂ ਅੱਜ ਭੈਣ ਜੀ, ਦਾ ਥੈਂਕ ਯੂ ਟੌਪਿਕ ਜੀ। ਇੱਥੇ ਸਮਾਪਤ ਕਰਦੇ ਹਾਂ। सो आप जी का बहुत बहुत धन्यवाद। जी जान सब शरण तुम्हारी, सरब चिंत तुत पासे, जो तुत पावे सोई चंगा, एक नानक की अरदासे। वाहिगुरु जी का खालसा, वाहिगुरु जी की ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।